हाँ जी सर, करो शुरू। हाँ जी, बहुत ही सत्कारयोग ਸਿਰਜਣਾਤਮਕ ਸਿੱਖਿਆ ਸੰਸਾਰ ਦੇ ਗਰੁੱਪ ਨਾਲ ਜੁੜੇ ਹੋਏ ਵੱਖ-ਵੱਖ ਥਾਵਾਂ ਦੇ ਉੱਤੋਂ ਸਾਡੇ ਅਧਿਆਪਕ ਸਹਿਬਾਨ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਆਪਾਂ ਹਰ ਸ਼ਨੀਵਾਰ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਕਿਸੇ ਨਾ ਕਿਸੇ ਅਜੀਮ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਇਸ ਰੂਪ ਦੇ ਵਿੱਚ ਕਰਵਾਉਂਦੇ ਆ, ਜਿਨ੍ਹਾਂ ਸ਼ਖਸੀਅਤਾਂ ਨੇ ਚੰਗੇ ਕੰਮ, ਚੰਗੇ ਉਪਰਾਲੇ ਜਾਂ ਸਾਡੇ ਸਿਸਟਮ ਦੇ ਵਿੱਚ ਉਦਾਹਰਨਾਂ ਕਾਇਮ ਕੀਤੀਆਂ ਨੇ ਕੁਝ ਕੰਮਾਂ ਨਾਲ, ਜਿਹੜੇ ਸਾਡੇ ਰਾਹ ਦਸੇਰੇ ਦੇ ਰੂਪ ਦੇ ਵਿੱਚ ਸਾਨੂੰ ਦਿਸਦੇ ਨੇ। ਸੋ ਆਪਾਂ ਉਹਨਾਂ ਨਾਲ ਵੱਖ-ਵੱਖ ਸਮਿਆਂ ਦੇ ਉੱਤੇ ਇਸ ਪ੍ਰੋਗਰਾਮ ਦੇ ਤਹਿਤ ਮੁਲਾਕਾਤਾਂ ਜਿਹੜੀਆਂ ਉਹ ਕਰਦੇ ਰਹਿੰਦੇ ਆ। ਇਸੇ ਕੜੀ ਤਹਿਤ ਅੱਜ 72ਵਾਂ ਲਾਈਵ ਪ੍ਰੋਗਰਾਮ ਹੈ ਸਾਡਾ, ਜਿਹਦੇ ਵਿੱਚ ਬਹੁਤ ਸਾਰੇ ਸੱਜਣ ਸਾਡੇ ਜ਼ੂਮ ਦੇ ਉੱਤੇ ਸਾਡੇ ਨਾਲ ਜੁੜੇ ਹੋਏ ਆ ਤੇ ਬਹੁਤ ਸਾਰੇ ਫੇਸਬੁੱਕ ਪੇਜ ਦੇ ਉੱਤੇ, ਸਿਰਜਣਾਤਮਕ ਸਿੱਖਿਆ ਸੰਸਾਰ ਦੇ ਪੇਜ ਦੇ ਉੱਤੇ ਲਾਈਵ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ। ਅੱਜ ਜਿਸ ਅਜੀਮ ਸ਼ਖਸੀਅਤ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਉਹਨਾਂ ਦਾ ਰੁਤਬਾ, ਉਹਨਾਂ ਦਾ ਕੰਮ, ਉਹਨਾਂ ਦੀ ਮਿਹਨਤ, ਇਹ ਸਾਡੇ ਵਾਸਤੇ, ਸਾਰਿਆਂ ਵਾਸਤੇ ਉਦਾਹਰਨ ਹੈ ਇੱਕ ਤਰੀਕੇ ਦੀ। ਸੋ ਜਿਸ ਵਿਸ਼ੇ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਨੀ ਹੈ, ਉਸ ਤੋਂ ਪਹਿਲਾਂ ਮੈਂ ਸਾਡੇ ਪੂਰੀ ਐਡਮਿਨ ਟੀਮ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ, ਜਿਨ੍ਹਾਂ ਦੇ ਵਿੱਚ ਸਾਡੇ ਇਸ ਗਰੁੱਪ ਦੇ ਸਰਪ੍ਰਸਤ ਡਾਕਟਰ ਡਾਕਟਰ ਇੰਦਰਪ੍ਰੀਤ ਧਾਮੀ ਜੀ, ਮੈਡਮ ਰੁਪਿੰਦਰ ਕੌਰ, ਮੈਡਮ ਮਨਜਿੰਦਰ ਕੌਰ, ਮੈਡਮ ਮਨਦੀਪ ਰਿੰਪੀ ਜੀ, ਨਵਨੀਤ ਕੱਕੜ ਜੀ, ਸੁਖਜੀਵਨ ਸ਼ੇਰਖਾਂ, ਮੈਡਮ ਬਲਜਿੰਦਰ ਕੌਰ, ਗੁਰਜੰਟ ਚਾਹਲ। ਸੋ ਸਾਰੇ ਪਰਿਵਾਰ ਵੱਲੋਂ ਸਾਡੇ ਅੱਜ ਦੀ ਇਸ ਅਜੀਮ ਸ਼ਖਸੀਅਤ ਦਾ ਸਵਾਗਤ ਹੈ। ਜਿਸ ਮੁੱਦੇ ਤੇ ਆਪਾਂ ਗੱਲਬਾਤ ਅੱਜ ਕਰਨ ਜਾ ਰਹੇ ਹਾਂ, ਮੁੱਦਾ ਹੈ ਕਿ ਅਜੋਕੀ ਸਿੱਖਿਆ ਜਿਹੜੀ ਅੱਜ ਦੀ ਸਿੱਖਿਆ ਦੀ, ਇਹਦੇ ਵਿੱਚ ਚੁਣੌਤੀਆਂ ਕੀ ਹੈ। ਸੋ ਉਸ ਵਿਸ਼ੇ ਦੇ ਉੱਤੇ ਆਪਾਂ ਸਵਾਲ ਜਵਾਬ ਡਾਕਟਰ ਹਰਪਾਲ ਸਿੰਘ ਜੀ ਬਾਜਕ, ਉਹਨਾਂ ਨਾਲ ਆਪਾਂ ਅੱਜ ਗੱਲਬਾਤ ਉਸ ਮੁੱਦੇ ਦੇ ਉੱਤੇ ਕਰਾਂਗੇ। ਜਿਵੇਂ ਕਿ ਅਧਿਆਪਕ ਹੋਣ ਦੇ ਨਾਤੇ ਅਸੀਂ ਸਾਰੇ ਇਹ ਗੱਲ ਮਹਿਸੂਸ ਕਰਦੇ ਹਾਂ ਕਿ ਜਿਵੇਂ ਜਿਵੇਂ ਤਕਨੀਕ ਦਾ ਯੁੱਗ ਬਦਲ ਰਿਹਾ ਹੈ, ਜਿਵੇਂ ਜਿਵੇਂ ਢੰਗ ਬਦਲ ਰਹੇ ਨੇ, ਤਰੀਕੇ ਬਦਲ ਰਹੇ ਨੇ, ਗਤੀਵਿਧੀਆਂ ਬਦਲ ਰਹੀਆਂ ਨੇ, ਉਵੇਂ ਉਵੇਂ ਸਿੱਖਿਆ ਦਾ ਜਿਹੜਾ ਸਿਸਟਮ ਹੈ ਜਾਂ ਸਿੱਖਿਆ ਦਾ ਜਿਹੜਾ ਕੰਮ ਹੈ, ਉਹ ਕਿਤੇ ਨਾ ਕਿਤੇ ਜਦੋਂ ਅਸੀਂ ਸਮਾਜਿਕ ਜਾਂ ਵਿਵਹਾਰਕ ਤਬਦੀਲੀ ਦੇ ਐਂਗਲ ਤੋਂ ਉਹਨੂੰ ਦੇਖਦੇ ਹਾਂ, ਤਾਂ ਸਾਨੂੰ ਕਿਤੇ ਨਾ ਕਿਤੇ ਉਹ ਬਹੁਤ ਪੇਚੀਦਾ ਜਿਹਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਸਿੱਖਿਆ ਦਾ ਬਰੌਡ ਕਨਸੈਪਟ ਜਿਹੜਾ ਮਿਥਿਆ ਗਿਆ ਸੀ ਜਾਂ ਸੋਚਿਆ ਗਿਆ ਸੀ, ਜਾਂ ਜਿਸ ਤਰੀਕੇ ਨਾਲ ਇਹਨੂੰ ਚਲਾਇਆ ਜਾਣਾ ਬਣਦਾ ਸੀਗਾ, ਉਸ ਤਰੀਕੇ ਦਾ ਕਿਤੇ ਨਾ ਕਿਤੇ ਸਾਡੇ ਅਧਿਆਪਕ ਵੀ, ਜੋ ਕ੍ਰੀਏਟਿਵ ਅਧਿਆਪਕ ਹੈ ਖਾਸ ਕਰਕੇ, ਉਹ ਅਧਿਆਪਕ ਇਸ ਤਰੀਕਿਆਂ ਨੂੰ ਲੈ ਕੇ, ਇਹਨਾਂ ਚੀਜ਼ਾਂ ਨੂੰ ਲੈ ਕੇ ਬੜਾ ਸੋਚਦੇ ਆ, ਬੜਾ ਪਰੇਸ਼ਾਨ ਵੀ ਹੁੰਦੇ ਆ ਕਿ ਜਦੋਂ ਅਧਿਆਪਕ ਤੇ ਬੱਚਾ ਆਮੋ ਸਾਹਮਣੇ ਨੇ, ਤਾਂ ਕੋਈ ਤੀਜੀ ਧਿਰ ਉਹਨਾਂ ਦੇ ਵਿਚਕਾਰ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਸੋ ਸਿੱਖਿਆ ਇਸ ਕਿਸਮ ਦੀ ਹੋਣੀ ਚਾਹੀਦੀ ਹੈ, ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਬੱਚਾ ਉਸ ਤਰੀਕੇ ਦੇ ਨਾਲ, ਇਸ ਸਿੱਖਿਆ ਦੇ ਨਾਲ ਜੁੜ ਸਕੇ ਤੇ ਉਸ ਤੋਂ ਬਾਅਦ ਉਹਨੂੰ ਉਹ ਸਿੱਖਿਆ ਉਹਦੀ ਚਿਰਸਥਾਈ ਵੀ ਹੋਵੇ, ਉਹ ਸਿੱਖਿਆ ਉਹਦੇ ਕੰਮ ਵੀ ਆਵੇ ਜੀਵਨ ਦੇ ਵਿੱਚ। ਸੋ ਕਿਤੇ ਨਾ ਕਿਤੇ ਸਾਡੀ ਸਿੱਖਿਆ ਦਾ ਜਿਹੜਾ ਹੁਣ ਦੌਰ ਚੱਲ ਰਿਹਾ ਹੈ, ਕਿਤੇ ਨਾ ਕਿਤੇ ਅਸੀਂ ਵੀ ਉਹਦੇ ਵਿੱਚ ਸ਼ਾਮਲ ਹਾਂ ਕਿ ਮੁਲਾਂਕਣ ਦੇ ਸਾਡੇ ਤਰੀਕੇ ਕਿੱਦਾਂ ਦੇ ਨੇ, ਸਾਡਾ ਮਾਪਣ ਦਾ ਢੰਗ ਤਰੀਕਾ ਕਿੱਦਾਂ ਦਾ ਹੈ, ਤੇ ਉਸੇ ਤਰੀਕੇ ਦਾ ਸਾਡਾ ਕੰਮ ਹੈ ਜਿਹੜਾ ਉਸ ਦੇ ਉੱਤੇ ਫੋਕਸ ਕੀਤਾ ਜਾਂਦਾ, ਫਿਰ ਉਸੇ ਤਰੀਕੇ ਦੇ ਨਾਲ ਉਹ ਕੰਮ ਹੈ ਜਿਹੜਾ ਕਰਵਾਇਆ ਜਾਂਦਾ ਹੈ। ਜਿਹੜੀ ਸਿਰਜਣਾਤਮਕਤਾ ਦੀ ਅਸੀਂ ਗੱਲ ਕਰਦੇ ਹਾਂ, ਜਿਹਦੇ ਅੰਦਰ ਬੱਚੇ ਅੰਦਰ ਜਿਹੜੀ ਚੀਜ਼ ਨੇ ਨਵੀਆਂ ਕਰੰਬਲਾਂ ਫੁੱਟਣੀਆਂ ਸੀਗੀਆਂ, ਨਵੇਂ ਆਈਡੀਏ ਪੈਦਾ ਕਰਨੇ ਸੀ, ਉਹ ਚੀਜ਼ਾਂ ਕਿਤੇ ਨਾ ਕਿਤੇ ਖਾਰਜ ਹੁੰਦੀਆਂ ਜਾ ਰਹੀਆਂ। 100 ਦੇ ਵਿੱਚੋਂ ਨੰਬਰ 99 ਆਏ ਆ, 98 ਆਏ ਆ, 97 ਆਏ ਆ, ਸਿਰਫ ਇਸ ਗੱਲ ਦੇ ਉੱਤੇ ਜਿਹੜੀ ਸਿੱਖਿਆ ਦਾ ਉਹ ਫੋਕਸ ਹੋ ਕੇ ਰਹਿ ਗਿਆ ਜਾਂ ਹੁੰਦਾ ਜਾ ਰਿਹਾ। ਸੋ ਇਹਨਾਂ ਚੀਜ਼ਾਂ ਦੇ ਉੱਤੇ ਵੀ ਸਰਕਾਰ, ਹਰ ਪੱਖ ਤੋਂ ਸਰਕਾਰਾਂ ਸੋਚਦੀਆਂ, ਨਵੇਂ ਤੋਂ ਨਵੇਂ ਏਜੰਡੇ ਬਣਦੇ ਆ। ਅੱਜ ਕੱਲ੍ਹ ਸਿੱਖਿਆ ਹਰੇਕ ਸਰਕਾਰ ਦੇ ਏਜੰਡੇ ਤੇ ਹੈ, ਕਿਉਂਕਿ ਇਹਦੇ ਬਿਨਾਂ ਕਿਸੇ ਵੀ ਸਮਾਜ ਦੀ, ਕਿਸੇ ਵੀ ਦੇਸ਼ ਦੀ ਜਿਹੜੀ ਪ੍ਰਗਤੀ ਆ ਉਹ ਨਹੀਂ ਸੰਭਵ ਹੈਗੀ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਕਾਰਾਂ ਆਉਣ ਵਾਲੇ ਸਾਲਾਂ ਦੇ ਵਿੱਚ ਕੀ ਪ੍ਰੋਜੈਕਟ ਲੈ ਕੇ ਆ ਰਹੀਆਂ, ਕਿਸ ਤਰ੍ਹਾਂ ਦਾ ਕੰਮ ਹੋਣ ਜਾ ਰਿਹਾ, ਜਾਂ ਸਾਡੇ ਅਧਿਆਪਕ ਕਿਸ ਤਰ੍ਹਾਂ ਦੀਆਂ ਚੀਜ਼ਾਂ ਡਿਮਾਂਡ ਕਰਦੇ ਨੇ। ਸੋ ਇਸ ਸਾਰੇ ਪ੍ਰੋਸੈਸ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ, ਤੇ ਇਸ ਦੇ ਵਿੱਚੋਂ ਸਾਡੇ ਬੱਚੇ ਤੱਕ ਕਿੰਨਾ ਜਾ ਰਿਹਾ ਹੈ, ਸਾਡੇ ਅਧਿਆਪਕ ਨੂੰ ਕਰਨਾ ਕਿੰਨਾ ਸੌਖਾ ਔਖਾ ਲੱਗ ਰਿਹਾ ਹੈ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਅੱਜ ਦੀ ਇਸ ਮੁਲਾਕਾਤ ਦੇ ਵਿੱਚ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ। ਮੇਰੇ ਨਾਲ ਮੈਡਮ ਗੁਰਪ੍ਰੀਤ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਹਿਯੋਗ ਕਰਨਗੇ ਮੇਰੇ ਨਾਲ। ਸੋ ਗੱਲਬਾਤ ਮੈਂ ਸ਼ੁਰੂ ਕਰੂੰਗਾ ਤੇ ਉਸ ਤੋਂ ਬਾਅਦ ਮੈਡਮ
ਗੁਰਪ੍ਰੀਤ ਜੀ ਅਗਲੀ ਗੱਲਬਾਤ ਨੂੰ ਜਾਰੀ ਰੱਖਣਗੇ। ਤੇ ਸਭ ਤੋਂ ਪਹਿਲਾਂ ਸਾਡੇ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਪੂਰੀ ਐਡਮਿਨ ਟੀਮ ਵੱਲੋਂ ਤੇ ਸਾਡੇ ਅਧਿਆਪਕ ਸਾਹਿਬਾਨ ਵੱਲੋਂ ਡਾਕਟਰ ਹਰਪਾਲ ਵਾਜਕ ਜੀ ਦਾ ਹਾਰਦਿਕ ਸਵਾਗਤ ਹੈ ਜੀ। ਹਰਪਾਲ ਵਾਜਕ ਦੀ ਜੇ ਆਪਾਂ ਗੱਲ ਕਰੀਏ ਤਾਂ ਮੈਂ ਪਹਿਲੀ ਵਾਰੀ ਮੇਰਾ ਵਾਹ ਉਹਨਾਂ ਨਾਲ ਜਦੋਂ ਬਤੌਰ ਉਹ ਜ਼ਿਲ੍ਹਾ ਕੋਆਰਡੀਨੇਟਰ 9 ਦੇ ਵਿੱਚ ਬਠਿੰਡੇ ਕੰਮ ਕਰ ਰਹੇ ਸੀਗੇ ਤਾਂ ਉਦੋਂ ਤੋਂ ਮੇਰਾ ਵਾਹ ਇਹਨਾਂ ਨਾਲ ਹੈ। ਉਸ ਤੋਂ ਪਹਿਲਾਂ ਵੀ ਇਹਨਾਂ ਨੇ ਅਧਿਆਪਕ ਦੇ ਰੁਤਬੇ ਵਿੱਚ ਆਪਣੇ ਸਕੂਲ ਪ੍ਰਤੀ, ਆਪਣੇ ਸਮਾਜ ਪ੍ਰਤੀ, ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਬੜੀ ਹਾਰਡ ਮਿਹਨਤ ਹੈ ਜਿਹੜੀ, ਹਾਰਡ ਵਰਕ ਹੈ ਜਿਹੜਾ ਉਹ ਕੀਤਾ ਹੈ। ਉਸ ਤੋਂ ਬਾਅਦ ਜਦੋਂ ਮੈਂ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਇਹਨਾਂ ਦੀ ਐਕਟੀਵਿਟੀ ਨੂੰ ਦੇਖਦਾ ਬਠਿੰਡੇ ਦੇ ਰੂਪ ਦੇ ਵਿੱਚ 8-9 ਤੋਂ ਦੇਖਦਾ ਆਇਆ ਤਾਂ ਬੜੀਆਂ ਕਮਾਲ ਦੇ ਆਈਡੀਏ, ਬੜੀਆਂ ਕਮਾਲ ਦੀਆਂ ਚੀਜ਼ਾਂ ਉਸ ਦੌਰ ਦੇ ਵਿੱਚੋਂ ਨਿਕਲ ਕੇ ਬਠਿੰਡੇ ਦੇ ਵਿੱਚੋਂ ਸਾਹਮਣੇ ਆਈਆਂ, ਇਹਨਾਂ ਦੀ ਅਗਵਾਈ ਦੇ ਵਿੱਚ ਸਾਹਮਣੇ ਆਈਆਂ। ਇਹਨਾਂ ਦੀ ਪੂਰੀ ਟੀਮ ਜਦੋਂ ਹੁਣ ਵੀ ਅਸੀਂ ਗੱਲ ਕਰਦੇ ਹਾਂ, ਕਿਤੇ ਗੱਲ ਚੱਲਦੀ ਹੈ ਤਾਂ ਬਠਿੰਡੇ ਦੀ ਟੀਮ, ਬੇਸ਼ੱਕ ਹੁਣ ਹਰਪਾਲ ਵਾਜਕ ਜੀ ਮੁਹਾਲੀ ਚਲੇ ਗਏ ਪਰ ਬਠਿੰਡੇ ਦੀ ਟੀਮ ਦੇ ਵਿੱਚ ਇਹਨਾਂ ਦੀ ਛਾਪ ਹੈ ਜਿਹੜੀ ਉਹ ਅਜੇ ਵੀ ਉਸੇ ਤਰੀਕੇ ਨਾਲ ਦਿਖਾਈ ਦਿੰਦੀ ਹੈ। ਉਸ ਤੋਂ ਬਾਅਦ ਬਤੌਰ ਹਿੰਦੀ ਮਾਸਟਰ ਇਹਨਾਂ ਦੀਆਂ ਸੇਵਾਵਾਂ ਤੇ ਉਸ ਤੋਂ ਬਾਅਦ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਮੁਹਾਲੀ ਇਹਨਾਂ ਦੀਆਂ ਸੇਵਾਵਾਂ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਇਹਨਾਂ ਦੇ ਕੰਮ, ਇਹਨਾਂ ਦਾ ਤਰੀਕਾ, ਇਹਨਾਂ ਦਾ ਢੰਗ ਅਸੀਂ ਦੇਖਿਆ ਜਾਂ ਇਹਨਾਂ ਦੀ ਬੇਵਾਕੀ ਅਸੀਂ ਦੇਖੀ ਹਰੇਕ ਮਸਲੇ ਨੂੰ ਲੈ ਕੇ ਕਿ ਕਿੱਦਾਂ ਕਿਸੇ ਚੀਜ਼ ਨੂੰ ਪੇਸ਼ ਕਰਨਾ, ਕਿੱਦਾਂ ਉਹਦਾ ਡੂੰਘਾਈ ਤੱਕ ਜਾਣਾ, ਕਿੱਦਾਂ ਗਰਾਊਂਡ ਲੈਵਲ ਤੱਕ ਕਿਸੇ ਵਧੀਆ ਤਰੀਕੇ ਦੇ ਨਾਲ ਅਸੀਂ ਲੈ ਕੇ ਜਾਣਾ। ਸੋ ਇਹਨਾਂ ਯੋਗਤਾਵਾਂ ਦੇ ਬਤੌਰ ਬਾਵਜੂਦ ਹੁਣ ਅੱਜ ਬਤੌਰ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਦੇ ਕੰਮ ਉਹ ਕਰ ਰਹੇ ਹੈ ਤੇ ਹੁਣ ਉਹਨਾਂ ਦੀ ਅਗਵਾਈ ਦੇ ਵਿੱਚ ਪੜ੍ਹੋ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੀ ਟੀਮ ਹੈ ਜਿਹੜੀ ਕੰਮ ਕਰ ਰਹੀ ਹੈ। ਸੋ ਮੋਟੀ ਜੀ ਗੱਲਬਾਤ ਤੋਂ ਬਾਅਦ ਬਹੁਤੀਆਂ ਗੱਲਾਂ ਬਾਤਾਂ ਆਪਾਂ ਸਵਾਲਾਂ ਜਵਾਬਾਂ ਦੇ ਰੂਪ ਦੇ ਵਿੱਚ ਉਹਨਾਂ ਦੇ ਮੂੰਹੋਂ ਸੁਣਾਂਗੇ ਕਿ ਕਿਹੋ ਜਿਹਾ ਇਹ ਦੌਰ ਹੈ ਤੇ ਕਿਹੋ ਜਿਹੀਆਂ ਸਾਡੀਆਂ ਚੁਣੌਤੀਆਂ ਤੇ ਕਿਹੋ ਜਿਹੇ ਮਸਲੇ ਆ ਸਾਡੇ ਸਾਹਮਣੇ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਹਰਪਾਲ ਵਾਜਕ ਜੀ ਦਾ ਹਾਰਦਿਕ ਸਵਾਗਤ ਹੈ। ਤੇ ਨਾਲ ਹੀ ਪਹਿਲਾ ਸਵਾਲ ਹੈ ਉਹਨਾਂ ਲਈ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਸਿੱਖਿਆ ਜਿਹੜੀ ਉਹ ਵਿਵਹਾਰ ਵਿੱਚ ਤਬਦੀਲੀ ਦਾ ਨਾਂ ਹੈ, ਅਸੀਂ ਸਾਰੇ ਪੜ੍ਹਦੇ ਸੁਣਦੇ ਹਾਂ, ਪਰ ਅੱਜ ਦੇ ਦੌਰ ਦੇ ਵਿੱਚ ਵਾਜਕ ਸਾਹਿਬ ਤੁਹਾਨੂੰ ਲੱਗ ਰਿਹਾ ਹੈ ਕਿ ਸਾਡੀ ਸਿੱਖਿਆ ਜਿਹੜੀ ਹੁਣ ਦਿੱਤੀ ਜਾ ਰਹੀ ਹੈ, ਸਿੱਖਿਆ ਦੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ, ਸਾਡੇ ਮਨੁੱਖੀ ਵਿਵਹਾਰ ਦੇ ਵਿੱਚ ਇਹਦਾ ਕਿੰਨਾ ਕੁ ਅਸਰ ਤੁਸੀਂ ਦੇਖਦੇ ਹੋ ਜਾਂ ਦੇਖਣ ਨੂੰ ਮਿਲ ਰਿਹਾ ਤੁਹਾਨੂੰ? ਗੁਰਮੀਤ, ਧੰਨਵਾਦ। ਪਹਿਲਾਂ ਤਾਂ ਦੇਖੋ, ਸਿੱਖਿਆ ਕਿਸੇ ਵੀ ਸਮੇਂ ਦੀ ਹੋਵੇ, ਚਾਹੇ ਉਹ ਪੁਰਾਤਨ ਯੁੱਗ ਨੂੰ ਦੇਖ ਲਈਏ ਤੇ ਚਾਹੇ ਅੱਜ ਦੇਖ ਲਈਏ, ਵਿਵਹਾਰ ਦੇ ਵਿੱਚ ਉਹਨੇ ਫਰਕ ਪਾਉਣਾ ਹੀ ਹੁੰਦਾ। ਇਹੀ ਸਿੱਖਿਆ ਦਾ ਹੈਗੀ ਸਾਡੀ। ਇਹਨੂੰ ਇਕੱਲੀ ਅਧਿਆਪਕ ਤੱਕ ਜੇ ਅਸੀਂ ਬੰਨ੍ਹ ਕੇ ਦੇਖੀਏ ਸਿੱਖਿਆ ਦਾ ਤਾਂ ਸ਼ਾਇਦ ਇਹ ਠੀਕ ਨਹੀਂ ਹੋਊਗਾ। ਇਹ ਮੈਂ ਸਮਝਦਾ ਵੀ 3 ਧਿਰੀ ਪ੍ਰਕਿਰਿਆ ਹੈਗੀ ਆ, ਜਿਹਦੇ ਚ ਬੱਚਾ ਵੀ ਸ਼ਾਮਲ ਆ, ਅਧਿਆਪਕ ਸ਼ਾਮਲ ਆ ਤੇ ਉਹਦਾ ਆਲਾ ਦੁਆਲਾ ਸ਼ਾਮਲ ਆ, ਜਿਹਦੇ ਚ ਉਹਦੇ ਮਾਪੇ ਵੀ ਸ਼ਾਮਲ ਆ। ਸੋ ਤਿੰਨਾਂ ਦੀਆਂ ਸਥਿਤੀਆਂ ਦੇ ਵਿੱਚ ਜਾਂ ਤਿੰਨਾਂ ਦੀ ਭਾਗੀਦਾਰੀ ਕੀ ਆ, ਇਹ ਉਸਦੇ ਵਿਵਹਾਰ ਦੇ ਵਿੱਚ ਫਰਕ ਪਾਉਂਦੀ ਆ। ਜੇ ਤਿੰਨੇ ਤਰ੍ਹਾਂ ਐਕਟਿਵ ਆ ਤਾਂ ਵਿਵਹਾਰ ਦੇ ਵਿੱਚ ਤਬਦੀਲੀ ਜੋ ਲੋੜੀਂਦੀ ਆ ਸਾਡੀ ਇੱਛਾ ਹੋਵੇਗੀ। ਅਦਰਵਾਈਜ਼ ਜੇ ਇੱਕ ਧਿਰ ਕਿਤੇ ਇਹ ਠੰਡੀ ਰਹਿੰਦੀ ਆ, ਐਕਟਿਵ ਨਹੀਂ ਰਹਿੰਦੀ, ਤਾਂ ਜੋ ਸਾਡੇ ਇੱਛਤ ਨਤੀਜੇ ਹੈਗੇ ਜਿਨ੍ਹਾਂ ਨੂੰ ਮੁੱਖ ਰੱਖ ਕੇ ਅਸੀਂ ਸਿੱਖਿਆ ਪ੍ਰਦਾਨ ਕਰਦੇ ਹਾਂ ਤਾਂ ਸ਼ਾਇਦ ਉਹ ਪੂਰੇ ਨਹੀਂ ਹੋਣਗੇ। ਬਿਲਕੁਲ ਜੀ। ਵਾਜਕ ਸਾਹਿਬ, ਅਗਲਾ ਸਵਾਲ ਮੇਰਾ ਕਿ ਆਧੁਨਿਕ ਦੌਰ ਦੀ ਸਿੱਖਿਆ ਜਿਹੜੀ, ਇਹਦੇ ਅਨੁਸਾਰ ਅਧਿਆਪਕ ਕੋਲੇ ਬਹੁਤ ਸਾਰੀਆਂ ਆਧੁਨਿਕ ਤਕਨੀਕਾਂ ਹੈ, ਅੱਜ ਬਹੁਤ ਸਾਰੀਆਂ ਉਹਦੇ ਕੋਲੇ ਏਦਾਂ ਦੀਆਂ ਵਿਧੀਆਂ ਅੱਜ, ਜਾਂ ਬਹੁਤ ਸਾਰੇ ਸਾਧਨ ਏਦਾਂ ਦੇ ਉਪਲਬਧ ਹੈਗੇ ਆ ਉਹਦੇ ਕੋਲੇ ਅੱਜ। ਤੁਸੀਂ ਕੀ ਦੇਖਦੇ ਹੋ ਕਿ ਅੱਜ ਦੀ ਸਿੱਖਿਆ ਨੂੰ ਲੈ ਕੇ ਜਾਂ ਅੱਜ ਦੀਆਂ ਸਿੱਖਿਆ ਦੀਆਂ ਚੁਣੌਤੀਆਂ ਨੂੰ ਲੈ ਕੇ ਇਹ ਚੀਜ਼ਾਂ ਸਾਡੇ ਕਿੰਨਾ ਕੁ ਕੰਮ ਆ ਰਹੀਆਂ, ਕਿੰਨੀ ਕੁ ਵਰਤੋਂ ਇਹਨਾਂ ਦੀ ਅਧਿਆਪਕ ਉਸ ਸੱਜੇ ਜਾਂ ਸਾਰਥਕ ਤਰੀਕੇ ਦੇ ਨਾਲ ਕਰ ਰਿਹਾ ਆਪਣੇ ਫੀਲਡ ਦੇ ਵਿੱਚ? ਗੁਰਨਾਮ, ਮੈਂ ਮਹਿਸੂਸ ਕਰਦਾ ਕਿ ਜਿਵੇਂ ਜਿਵੇਂ ਸਾਡੇ ਅਧਿਆਪਕ ਨੂੰ ਜ਼ਰੂਰਤ ਪੈਂਦੀ ਹੈ ਇਹਨਾਂ ਚੀਜ਼ਾਂ ਦੀ, ਇੱਕ ਇਹ ਗੱਲ ਮੁੱਖ ਤੌਰ ਤੇ ਹੈਗੀ ਕਿ ਸਾਡੀ ਜ਼ਰੂਰਤ ਜਿਵੇਂ ਲੋੜ ਕਾਢ ਦੀ ਮਾਂ ਹੁੰਦੀ ਆ, ਉਸ ਤਰ੍ਹਾਂ ਹੀ ਸਾਡੀ ਜੋ ਜ਼ਰੂਰਤ ਬਣਦੀ ਆ ਤਾਂ ਫਿਰ ਆਪਣੇ ਆਪ ਉਹ ਟੀਚਰ ਉਹਨਾਂ ਚੀਜ਼ਾਂ ਨੂੰ ਵਰਤਣ ਲੱਗਦੇ ਆ। ਤਾਂ ਦੂਸਰਾ ਜਿਹੜਾ ਇੱਕ ਅਹਿਮ ਪੱਖ ਇਹ ਵੀ ਆ ਕਿ ਟੈਕਨੋਲੋਜੀ ਦੇ ਸਾਧਨ ਬਹੁਤ ਆ ਗਏ ਆ ਤੇ ਕਿਸੇ ਅਧਿਆਪਕ ਨੂੰ ਉਸ ਸਾਧਨ ਬਾਰੇ ਕਿੰਨੀ ਜਾਣਕਾਰੀ ਆ, ਇਸ ਤੇ ਵੀ ਨਿਰਭਰਤਾ ਹੈਗੀ ਆ ਕਿ ਉਹਨੂੰ ਉਹਨਾਂ ਸਾਧਨਾਂ ਨੂੰ, ਉਹਨਾਂ ਸੰਦਾਂ ਨੂੰ, ਉਹਨਾਂ ਟੂਲਸ ਨੂੰ ਕਿਵੇਂ ਵਰਤਣਾ ਆਉਂਦਾ। ਜੇ ਉਹ ਟੂਲਸ ਨੂੰ ਵਰਤਣ ਦਾ ਢੰਗ ਹੈਗਾ ਉੱਤੇ, ਤਾਂ ਬਿਲਕੁਲ ਸਾਡੀ ਜਿਹੜੀ ਸਿੱਖਿਆ ਹੈਗੀ ਆ, ਖਾਸ ਤੌਰ ਤੇ ਮੈਂ ਇਹਨਾਂ ਦਿਨਾਂ ਦੇ ਵਿੱਚ ਜੋ ਗੱਲ ਕਰਾਂ, COVID-19 ਦੇ ਸਮੇਂ ਦੇ ਦੌਰਾਨ, ਇਹ 2 ਸਾਲਾਂ ਦੇ ਦੌਰਾਨ, ਤਾਂ ਉਦੋਂ ਅਸੀਂ ਮਤਲਬ ਪੂਰੀ ਦੀ ਪੂਰੀ ਦੁਨੀਆ ਬੇਵੱਸ ਹੋ ਕੇ ਰਹਿ ਗਈ ਸੀ। ਅਮਰੀਕਾ ਵਰਗੇ ਜਿਹੜੇ ਵੱਡੇ ਦੇਸ਼ ਆ, ਉਹ ਵੀ ਮਤਲਬ ਬੁਰੀ ਤਰ੍ਹਾਂ ਟੁੱਟ ਗਏ ਸੀਗੇ।
ਤਾਂ ਜਦੋਂ ਅਸੀਂ ਸਾਰਾ ਕੁਛ ਬੇਬਸ ਸੀਗੇ ਤਾਂ ਉਸ ਸਮੇਂ ਇਹਨਾਂ ਸਾਧਨਾਂ ਤੇ ਸਾਡੀ ਨਿਰਭਰਤਾ ਵੱਧ ਗਈ ਆ। ਸੋ ਸਮੇਂ ਦੇ ਅਨੁਸਾਰ ਅਧਿਆਪਕ ਸਾਹਿਬਾਨ ਨੇ ਇਹਨਾਂ ਸਾਰੇ ਟੂਲਸ ਦੀ ਵਰਤੋਂ ਕੀਤੀ ਆ ਤੇ ਪੂਰੀ ਕੋਸ਼ਿਸ਼ ਕੀਤੀ ਆ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਹੋਏ। ਅਸੀਂ ਕਿਉਂਕਿ ਪੰਜਾਬ ਦੇ ਸੰਦਰਭ ਵਿੱਚ ਗੱਲ ਕਰ ਰਹੇ ਹਾਂ, ਪੰਜਾਬ ਨੂੰ ਦੇਖ ਰਹੇ ਹਾਂ, ਪੰਜਾਬ ਦੇ ਅਧਿਆਪਕਾਂ ਨਾਲ ਜੁੜੇ ਹੋਏ ਹਾਂ। ਸੋ ਸਾਨੂੰ ਉਸ ਤੋਂ ਲੱਗਦਾ ਹੈ ਕਿ ਇਹਨਾਂ ਸਾਧਨਾਂ ਦੀ ਬਹੁਤ ਸੁਚੱਜੀ ਵਰਤੋਂ ਹੋਈ ਆ ਤੇ ਅਧਿਆਪਕ ਬਹੁਤ ਸਾਰੀਆਂ ਤਕਨੀਕਾਂ ਤੋਂ ਤੇ ਬਹੁਤ ਸਾਰੇ ਟੂਲਸ ਤੋਂ ਜਾਣੂ ਹੋਏ ਆ, ਜਿਨ੍ਹਾਂ ਦੇ ਦੁਆਰਾ ਬੜੇ ਸਫਲ ਤਰੀਕੇ ਦੇ ਨਾਲ ਬੱਚਿਆਂ ਤੱਕ ਸਿੱਖਿਆ ਪਹੁੰਚਾਈ ਆ। ਹਾਲਾਂਕਿ ਇਹਦੇ ਵਿੱਚ ਕੁਛ ਲਿਮੀਟੇਸ਼ਨਸ ਹੈਗੀਆਂ ਅਧਿਆਪਕ ਸਾਹਿਬਾਨ ਦੀਆਂ ਹੈਗੀਆਂ, ਬੱਚਿਆਂ ਦੀਆਂ ਹੈਗੀਆਂ, ਮਾਪਿਆਂ ਦੀਆਂ ਹੈਗੀਆਂ, ਜਾਂ ਮੈਂ ਇੱਥੋਂ ਤੱਕ ਕਿ ਕਹਾਂ ਵਿਭਾਗ ਦੀਆਂ ਵੀ ਹੈਗੀਆਂ। ਤਾਂ ਇਸ ਦੇ ਬਾਵਜੂਦ ਵੀ ਮੈਨੂੰ ਬਹੁਤ ਚੰਗਾ ਨਜ਼ਰ ਆ ਰਿਹਾ। ਬਿਲਕੁਲ ਜੀ, ਬਿਲਕੁਲ। ਅੱਗੇ ਜੇ ਆਪਾਂ ਇਸ ਗੱਲ ਨੂੰ ਅੱਗੇ ਤੋਰੀਏ ਮਾਸਟਰ ਸਾਹਿਬ, ਕਿ ਜਿਹੜੀ ਮੈਂ ਸ਼ੁਰੂ ਦੇ ਵਿੱਚ ਵੀ ਗੱਲ ਕਰਦਾ ਸੀਗਾ, ਅੱਜ ਦੇ ਦੌਰ ਦੀ ਸਿੱਖਿਆ ਜਿਹੜੀ ਉਹ ਟੀਚਾ ਆਧਾਰਿਤ ਸਿੱਖਿਆ ਹੈ। ਅਸੀਂ ਕੁਛ ਗੋਲ ਮਿਥ ਲਏ ਏਦਾਂ ਦੇ ਤੇ ਉਸ ਗੋਲ ਤੇ ਫੋਕਸ ਕਰਕੇ ਬਸ ਉਹ ਗੋਲ ਨੂੰ ਪੂਰਾ ਕਰ ਲਿਆ ਕਿਸੇ ਨਾ ਕਿਸੇ ਤਰੀਕੇ। ਪਰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦਾ ਇੱਕ ਪੂਰੇ ਦਾ ਪੂਰਾ ਪ੍ਰੋਸੈਸ ਹੈ, ਜਿਹਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ ਜਾਂ ਜਿਹਦੇ ਉੱਤੇ ਕੰਮ ਹੋਣਾ ਚਾਹੀਦਾ। ਬੇਸਿਕਲੀ ਅਸੀਂ ਸਿਰਫ ਨਤੀਜੇ ਨੂੰ ਫੋਕਸ ਕਰਕੇ ਚੀਜ਼ ਨੂੰ ਦੇਖਦੇ ਹਾਂ ਕਿ ਇੰਨਾ ਨਤੀਜਾ ਆ ਗਿਆ ਤਾਂ ਠੀਕ ਹੈ, ਜੇ ਨਹੀਂ ਆਇਆ ਤਾਂ ਇਹਦੇ ਢੰਗ ਤਰੀਕੇ ਕਿਵੇਂ ਬਦਲਨੇ ਨੇ, ਕੀ ਕਰਨਾ, ਇਸ ਚੀਜ਼ ਦੇ ਉੱਤੇ ਜ਼ਿਆਦਾ ਸਾਡਾ ਫੋਕਸ ਰਹਿੰਦਾ ਹੈ। ਤੁਹਾਨੂੰ ਕੀ ਲੱਗਦਾ ਕਿ ਪ੍ਰੋਸੈਸ ਦੇ ਉੱਤੇ ਵੱਧ ਫੋਕਸ ਹੋਣਾ ਚਾਹੀਦਾ ਹੈ, ਜਾਂ ਜਿਸ ਤਰੀਕੇ ਨਾਲ ਅਸੀਂ ਚੱਲ ਰਹੇ ਹਾਂ ਕਿ ਅਸੀਂ ਗੋਲ ਮਿਥ ਲਿਆ ਜਾਂ ਅਸੀਂ ਨੰਬਰਾਂ ਦੀ ਇੱਕ ਮਿਕਦਾਰ ਮਿਥ ਲਈ ਕਿ ਇੰਨੇ ਦੇ ਵਿੱਚੋਂ ਇੰਨੇ ਨੰਬਰ ਹੋਣੇ ਚਾਹੀਦੇ ਆ ਤੇ ਜਿਹੜਾ ਬੱਚਾ ਇੰਨੇ ਨੰਬਰ ਲੈ ਗਿਆ ਉਹ ਪਾਸ ਹੈ। ਜਿਵੇਂ ਕਿ ਆਪਣੇ ਅਕਸਰ ਕਿਹਾ ਜਾਂਦਾ ਹੈ, ਮੈਂ ਪਿਛਲੇ ਦਿਨ ਇੱਕ ਕਹਾਵਤ ਸੁਣ ਰਿਹਾ ਸੀਗਾ ਕਿ ਜਿਹੜੀ ਪ੍ਰੀਖਿਆ ਹੁੰਦੀ ਹੈ 3 ਘੰਟੇ, ਉਹ ਬੱਚੇ ਦੀ ਇੱਕ ਤਰੀਕੇ ਦਾ ਜੂਆ ਹੁੰਦਾ 3 ਘੰਟਿਆਂ ਦਾ। ਉਹ ਜੂਆ ਖੇਡਦਾ, ਉਹਦੇ ਵਿੱਚ ਉਹਦਾ ਦਾਅ ਕਿਸੇ ਤਰੀਕੇ ਦੇ ਨਾਲ ਕਿਧਰੇ ਵੀ ਲੱਗ ਸਕਦਾ। ਸੋ ਇਸ ਤਰੀਕੇ ਦੇ ਮੁਲਾਂਕਣ ਦੇ ਸਾਡੇ ਤਰੀਕੇ ਹੋ ਗਏ, ਜਦੋਂ ਕਿ ਪ੍ਰੋਸੈਸ ਦੇ ਉੱਤੇ ਵੱਧ ਕੰਮ ਹੋਣਾ ਚਾਹੀਦਾ ਸੀ। ਉਹ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦੇ ਉੱਤੇ ਵੱਧ ਕੰਮ ਹੈ ਜਿਹੜਾ ਹੋਣਾ ਚਾਹੀਦਾ। ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ, ਮੁਲਾਂਕਣ ਨੂੰ ਤੇ ਸਾਡੇ ਪ੍ਰੋਸੈਸ ਨੂੰ ਸਿੱਖਿਆ ਦੇ? ਜਿੱਥੋਂ ਤੱਕ ਤੁਸੀਂ ਗੋਲ ਦੀ ਗੱਲ ਕੀਤੀ ਹੈ, ਸਿੱਖਿਆ ਦੇ ਉਦੇਸ਼ਾਂ ਦੀ ਗੱਲ ਕੀਤੀ ਆ, ਤਾਂ ਇਹ ਮੈਨੂੰ ਲੱਗਦਾ ਵੀ ਅਸੀਂ ਪੁਰਾਣੇ ਜ਼ਮਾਨੇ ਤੋਂ ਵੀ ਦੇਖੀਏ ਤਾਂ ਉਦੋਂ ਵੀ ਗੋਲ ਜ਼ਰੂਰ ਮਿਥੇ ਜਾਂਦੇ ਹੁੰਦੇ ਸੀ, ਚਾਹੇ ਉਹ ਆਸ਼ਰਮਾਂ ਦੇ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ ਜਾਂ ਕੋਈ ਸਾਡੇ ਰਾਜਿਆਂ ਦੇ ਪੁੱਤਰ ਜਾਂ ਖੱਤਰੀ ਵੰਸ਼ ਦੇ ਜੋ ਲੋਕ ਸੀਗੇ, ਜਿਨ੍ਹਾਂ ਦਾ ਕੰਮ ਮੁੱਖ ਤੌਰ ਤੇ ਜੰਗਾਂ ਦੇ ਵਿੱਚ ਜਾ ਕੇ ਲੜਨਾ ਹੀ ਸੀਗਾ, ਤਾਂ ਉਦੋਂ ਵੀ ਗੋਲਸ ਫਿਕਸ ਕੀਤਾ ਜਾਂਦਾ ਹੁੰਦਾ ਸੀ। ਅਸੀਂ ਦੇਖਦੇ ਹਾਂ ਕਿ ਚਿੜੀ ਦੇ ਨਿਸ਼ਾਨਾ ਲਾਉਣਾ ਤਾਂ ਉਹ ਵੀ ਇੱਕ ਗੋਲ ਸੀਗਾ, ਤਾਂ ਉਹਦੇ ਗੁਰੂ ਦੁਆਰਾ ਮਿਥਿਆ ਗਿਆ ਸੀ ਕਿ ਕਿਹੜਾ ਇਸ ਗੋਲ ਤੇ ਤੱਕ ਕਰਦਾ। ਮਸਲਾ ਪ੍ਰੋਸੈਸ ਦਾ ਹੈਗਾ ਜਿਹੜਾ ਇਹ ਬੜਾ ਗੁੰਝਲਦਾਰ ਆ ਤੇ ਬਿਲਕੁਲ ਜਿਹੜਾ ਸਾਡਾ ਪ੍ਰੋਸੈਸ ਆ ਇਹ ਬਿਲਕੁਲ ਸੌਖਾ ਹੋਣਾ ਚਾਹੀਦਾ। ਇਹ ਸਟੂਡੈਂਟ ਫਰੈਂਡਲੀ ਹੋਣਾ ਚਾਹੀਦਾ, ਅਧਿਆਪਕ ਫਰੈਂਡਲੀ ਨਹੀਂ ਹੋਣਾ ਚਾਹੀਦਾ। ਤਾਂ ਗੋਲਸ ਅੱਜ ਵੀ ਮਿਥੇ ਜਾਂਦੇ ਆ, ਤਾਂ ਉਹ ਗੋਲਸ ਦਾ ਨਾਂ ਅੱਜ ਅਸੀਂ ਲਰਨਿੰਗ ਆਊਟਕਮ ਦੇਤਾ। ਨਿਸ਼ਾਨਾ ਸਾਡਾ ਬਿਹਤਰੀ ਹੁੰਦਾ ਹਮੇਸ਼ਾ ਕਿ ਬੱਚੇ ਦੇ ਵਿਵਹਾਰ ਦੇ ਵਿੱਚ ਕਿਹੜੇ ਐਂਗਲਸ ਤੋਂ ਕਿਹੜੇ ਪੱਖਾਂ ਤੋਂ ਅਸੀਂ ਤਬਦੀਲੀ ਲਿਆਉਣੀ ਆ। ਤਾਂ ਹੁਣ ਵੀ ਜੇ ਅਸੀਂ ਹਰੇਕ ਕਲਾਸ ਦੇ ਤੇ ਹਰੇਕ ਵਿਸ਼ੇ ਦੇ ਲਰਨਿੰਗ ਆਊਟਕਮ ਇਹਨਾਂ ਦਿਨਾਂ ਦੇ ਵਿੱਚ ਵੀ ਮਿਥੇ ਹੋਏ ਅਸੀਂ ਦੇਖ ਰਹੇ ਹੋ, ਇਹਦੇ ਲਈ ਬੜੀ ਕਿਤਾਬ 'ਚ ਆ ਰਹੇ ਨੇ, ਬੜੀਆਂ ਗੱਲਾਂ ਹੋ ਰਹੀਆਂ ਨੇ। ਤਾਂ ਇਹਨਾਂ ਦੇ ਵਿੱਚੋਂ ਮਹੱਤਵਪੂਰਨ ਪੱਖ ਹੈ ਜਿਹੜਾ ਤੁਸੀਂ ਗੱਲ ਕੀਤੀ ਆ, ਉਹ ਸਾਡੀ ਪ੍ਰਕਿਰਿਆ ਦਾ ਹੈਗਾ, ਉਸ ਪ੍ਰੋਸੈਸ ਦਾ ਹੈਗਾ ਕਿ ਇਹ ਸੌਖਾ ਹੋਣਾ ਚਾਹੀਦਾ, ਬੱਚੇ ਨੂੰ ਧਿਆਨ 'ਚ ਰੱਖ ਕੇ ਹੋਣਾ ਚਾਹੀਦਾ। ਤੇ ਤੁਹਾਡੀ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾਂਦਾ ਕਿ ਕਈ ਵਾਰੀ ਅਸੀਂ ਗੋਲ ਦੀ ਥਾਂ ਤੇ ਨਤੀਜੇ ਅੰਕੜੇ ਪ੍ਰਾਪਤ ਕਰਨ ਦੇ ਲਈ ਸਾਡਾ ਜਿਹੜੀ ਪ੍ਰਕਿਰਿਆ ਹੈਗੀ ਆ ਉਹਨੂੰ ਅਸੀਂ ਬਾਈਪਾਸ ਕਰ ਜਾਂਦੇ ਹਾਂ। ਸਾਨੂੰ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਬਤੌਰ ਅਧਿਆਪਕ ਮੈਂ ਇਹ ਗੱਲ ਕਹਿ ਰਿਹਾ ਕਿ ਸਾਰੇ ਅਧਿਆਪਕਾਂ ਨੂੰ ਇਹਦੀ ਬੇਨਤੀ ਵੀ ਕਰਦਾ ਕਿ ਸਾਨੂੰ ਉਸ ਪ੍ਰਕਿਰਿਆ ਜਿਹੜੀ ਹੈਗੀ ਆ ਤਰੀਕਾ ਉਸ ਦੇ ਮੁਤਾਬਕ ਹੀ ਚੱਲਣਾ ਚਾਹੀਦਾ। ਆਪਣੇ ਇੱਕ ਦੋਹਾ ਵੀ ਹੈ, ਮਾਲੀ ਸਿੰਚੇ ਸੌ ਗੜਾ ਰਿਤੂ ਆਏ ਫਲ ਹੋਏ, ਧੀਰੇ ਧੀਰੇ ਮਨਾ ਧੀਰੇ ਸਭ ਕੁਛ ਹੋਏ, ਮਾਲੀ ਸਿੰਚੇ ਸੌ ਗੜਾ ਰਿਤੂ ਆਏ ਫਲ ਹੋਏ। ਤਾਂ ਇੱਕ ਫਲ ਦਾ ਪੱਕਣ ਦਾ ਸਮਾਂ ਹੁੰਦਾ ਤੇ ਕਈ ਵਾਰੀ ਅਸੀਂ ਜਿਹੜੇ ਸਾਡੇ ਤਰੀਕੇ ਹੈਗੇ ਆ ਉਹ ਕੁਦਰਤੀ ਨਹੀਂ ਰੱਖੇ ਜਾਂਦੇ। ਅਸੀਂ ਜਿਵੇਂ ਅੱਜ ਕੱਲ੍ਹ ਫਲ ਪਕਾਉਣ ਦੇ ਆ ਤਾਂ ਉਸ ਤਰ੍ਹਾਂ ਅਸੀਂ ਵੀ ਅੰਕੜੇ ਵਾਲੇ ਪਾਸੇ ਪੈ ਜਾਂਦੇ ਆ, ਪਰ ਸਾਡਾ ਉਹ ਬਿਲਕੁਲ ਉਹ ਸਹੀ ਮਿਥਿਆ ਹੁੰਦਾ, ਉਦੇਸ਼ ਸਹੀ ਹੁੰਦਾ। ਪਰ ਕਈ ਵਾਰੀ ਗੱਲ ਹੇਠਾਂ ਜਿੱਥੋਂ ਉਦੇਸ਼ ਮਿਥਿਆ ਜਾਂਦਾ ਤੇ ਇੱਕ ਟੀਚਰ ਇੱਕ ਅਧਿਆਪਕ ਜਿਸਨੇ ਇਹ ਗੋਲ ਪੂਰਾ ਕਰਵਾਉਣਾ ਹੁੰਦਾ ਉੱਥੇ ਤੱਕ ਗੱਲ ਪਹੁੰਚਣ ਤੇ ਪਹੁੰਚਾਉਣ ਦੇ ਵਿੱਚ ਕਿਤੇ ਨਾ ਕਿਤੇ ਅੰਤਰ ਰਹਿ ਜਾਂਦਾ। ਸੋ ਸਿੱਖਿਆ ਇੱਕ ਸਹਿਜ ਪ੍ਰਕਿਰਿਆ ਹੈਗੀ ਆ,
ਇਹ ਕੋਈ ਮਸ਼ੀਨੀ ਪ੍ਰਕਿਰਿਆ ਨਹੀਂ ਕਿ ਅਸੀਂ ਮਸ਼ੀਨ ਦੇ ਵਿੱਚ ਪਾਤਾ ਤੇ ਕੁਝ ਕੱਢ ਲਿਆ। ਤਾਂ ਇਹਨੇ ਸਮੇਂ ਦੇ ਅਨੁਸਾਰ ਪੱਕਣਾ। ਅਸੀਂ ਪਹਿਲੀ ਜਮਾਤ ਦੀ ਜੇ ਉਦਾਹਰਨ ਲਈਏ ਕਿ ਅਸੀਂ 6 ਮਹੀਨਿਆਂ ਦੇ ਵਿੱਚ ਬੱਚੇ ਨੂੰ ਸਾਰਾ ਕੁਝ ਸਿਖਾ ਦਾਂਗੇ। ਹੋ ਸਕਦਾ ਸਾਡੀ ਕਲਾਸ ਚੋਂ ਕੋਈ 10% ਬੱਚੇ ਜ਼ੋਰ ਮਾਰੀਏ ਤਾਂ 20% ਬੱਚੇ ਸਮੇਂ ਆਉਣ ਤੋਂ ਪਹਿਲਾਂ ਜੋ ਸਾਡੇ ਗੋਲਸ ਮਿਥੇ ਗਏ ਆ ਉਹਨੂੰ ਪੂਰਾ ਕਰ ਲੈਣ। ਪਰ ਮੋਸਟਲੀ ਬੱਚੇ ਸਾਡੇ ਜੋ 80/80 ਦਾ ਕਨਸੈਪਟ ਹੈਗਾ, MLF ਦਾ ਕਨਸੈਪਟ ਆ ਸਾਡੇ ਕੋਲੇ ਕਿ 80 ਚੋਂ 80% ਬੱਚੇ ਸਿੱਖਦੇ ਆ, ਤਾਂ ਉਹ ਸਾਡੇ ਜਾ ਕੇ ਫਰਵਰੀ ਦੇ ਵਿੱਚ ਹੀ ਸਿੱਖਣਗੇ, ਜਨਵਰੀ 'ਚ ਹੀ ਸਿੱਖਣਗੇ। ਸੋ ਪ੍ਰਕਿਰਿਆ ਨੂੰ ਬਿਲਕੁਲ ਸਰ ਰੱਖਣਾ ਚਾਹੀਦਾ ਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਆ, ਮੇਰੀ ਬਤੌਰ ਅਧਿਆਪਕ ਵੀ ਤੇ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਜਾਂ ਹੁਣ ਵੀ ਰਹੀ ਆ, ਕਿ ਜੋ ਵੀ ਅਸੀਂ ਪ੍ਰਕਿਰਿਆ ਇਹਨਾਂ ਗੋਲਸ ਨੂੰ ਪ੍ਰਾਪਤ ਕਰਨ ਲਈ ਮਿਥਦੇ ਆ ਉਹਦੇ ਵਿੱਚ ਅਧਿਆਪਕ ਸਾਹਿਬਾਨ ਨੂੰ ਸ਼ਾਮਲ ਕੀਤਾ ਜਾਵੇ, ਕਿਉਂਕਿ ਸਾਰਾ ਕੰਮ ਹੀ ਸਾਡੇ ਅਧਿਆਪਕ ਸਾਹਿਬਾਨ ਨੇ ਕਰਾਉਣਾ ਹੁੰਦਾ। ਸੋ ਉਸ ਪ੍ਰਕਿਰਿਆ ਨੂੰ ਅਧਿਆਪਕ ਹੀ ਦੱਸ ਸਕਦੇ ਆ ਕਿ ਇਸ ਗੋਲ ਨੂੰ ਪ੍ਰਾਪਤ ਕਰਨ ਦੇ ਲਈ ਆਹ ਸਾਡੀ ਪ੍ਰਕਿਰਿਆ ਹੈ, ਤੇ ਅਸੀਂ ਸਮੇਂ-ਸਮੇਂ ਤੇ ਫੀਡਬੈਕ ਲੈਂਦੇ ਰਹਿੰਦੇ ਆ ਤੇ ਇਹਦੇ ਨਤੀਜੇ ਮਤਲਬ ਬੜੇ ਖੂਬਸੂਰਤ ਨਿਕਲਦੇ ਸਾਡੇ ਸਾਹਮਣੇ। ਬਿਲਕੁਲ ਜੀ, ਬਿਲਕੁਲ। ਡਾਕਟਰ ਸਾਹਿਬ, ਇੱਕ ਨਵੀਂ ਗੱਲ ਜਿਹੜੀ ਆਪਾਂ ਸਾਧਨਾਂ ਦੀ ਗੱਲ ਕਰਦੇ ਆ, ਤਕਨੀਕਾਂ ਦੀ ਗੱਲ ਕਰਦੇ ਆ, ਹੁਣ ਇਹ ਸਾਧਨ ਤੇ ਤਰੀਕੇ ਆ ਜਿਹੜੇ ਇਹ ਬੱਚੇ ਦੇ ਹੱਥ 'ਚ ਵੀ ਬਹੁਤ ਆਏ ਆ। ਜੇ ਅਧਿਆਪਕ ਦੇ ਹੱਥ ਦੇ ਵਿੱਚ ਕੋਈ ਏਦਾਂ ਦੀਆਂ ਚੀਜ਼ਾਂ ਆਈਆਂ, ਏਦਾਂ ਦੇ ਟੂਲ ਆਏ ਆ, ਤਾਂ ਜਿਵੇਂ ਅਸੀਂ ਮਨੋਰੰਜਨ ਦੀ ਗੱਲ ਕਰਦੇ ਹਾਂ ਕਿ ਮਨੋਰੰਜਨ ਦੇ ਸਾਧਨ ਬੱਚਿਆਂ ਕੋਲੇ ਅੱਜ ਕੱਲ੍ਹ ਬਹੁਤ ਆ ਗਏ, ਤਾਂ ਉਹਨਾਂ ਦਾ ਧਿਆਨ, ਉਹ ਚੀਜ਼ਾਂ ਵੀ ਏਦਾਂ ਦੀਆਂ ਕਿ ਉਹਨਾਂ ਤੋਂ ਮਤਲਬ ਚਾਹ ਕੇ ਵੀ ਤੁਸੀਂ ਬੱਚੇ ਨੂੰ ਹਟਾ ਨਹੀਂ ਸਕਦੇ ਕਿਸੇ ਵੀ ਤਰੀਕੇ। ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਇਸ ਸਮੇਂ ਬਣਦੀ ਜਾ ਰਹੀ ਹੈ ਕਿ ਬੱਚਾ ਉਹਨਾਂ ਚੀਜ਼ਾਂ ਦੇ ਵਿੱਚ ਵੱਧ ਆਨੰਦ ਮਹਿਸੂਸ ਕਰਦਾ ਹੈ, ਉਹਨਾਂ 'ਚ ਵੱਧ ਮਨੋਰੰਜਨ ਮਹਿਸੂਸ ਕਰਦਾ ਹੈ, ਜਦੋਂ ਕਿ ਸਾਡੇ ਵੇਲਿਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਹੁੰਦਾ ਸੀਗਾ ਕਿ ਪੜ੍ਹਾਈ ਵੀ ਇੱਕ ਮਨੋਰੰਜਨ ਹੁੰਦਾ ਸੀਗਾ। ਮੈਂ ਮਹਿਸੂਸ ਕਰਦਾ ਹੈ ਕਿ ਬੱਚਿਆਂ ਵਾਸਤੇ ਹੁਣ ਪੜ੍ਹਾਈ ਮਨੋਰੰਜਨ ਨਹੀਂ ਰਿਹਾ, ਤਾਂ ਇਹ ਸਾਡੇ ਵਾਸਤੇ ਇੱਕ ਚੁਣੌਤੀ ਹੈ ਅੱਜ ਦੀ ਸਿੱਖਿਆ ਦੇ ਦੌਰ ਦੇ ਵਿੱਚ। ਤੁਸੀਂ ਇਸ ਗੱਲ ਨੂੰ ਆਪਣੇ ਨਜ਼ਰੀਏ ਤੋਂ ਕਿਵੇਂ ਦੇਖਦੇ ਹੋ? ਗੁਰਨੈਬ, ਇਹ ਸਾਰੀ ਗੱਲ ਜਿਹੜੀ ਪਹਿਲਾਂ ਤੁਸੀਂ ਪਿਛਲਾ ਕੁਐਸਚਨ ਕੀਤਾ ਉਹਦੇ ਨਾਲ ਜੁੜੀ ਹੋਈ ਆ, ਪ੍ਰਕਿਰਿਆ ਨਾਲ ਜੁੜੀ ਹੋਈ ਆ। ਤੇ ਜੇ ਅਸੀਂ ਸਾਡੀ ਪ੍ਰਕਿਰਿਆ ਨੂੰ ਸਰਲ ਕਰ ਲਈਏ, ਸਟੂਡੈਂਟ ਦੇ ਅਨੁਸਾਰ ਕਰ ਲਈਏ, ਸਾਡੇ ਵਿਦਿਆਰਥੀ ਦੇ ਅਨੁਸਾਰ ਕਰ ਲਈਏ, ਤਾਂ ਮੈਨੂੰ ਨਹੀਂ ਲੱਗਦਾ ਕਿ ਬੱਚਾ ਇਹ 'ਚੋਂ ਆਨੰਦ ਨਹੀਂ ਲਊਗਾ। ਕਿਤੇ ਨਾ ਕਿਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ 3 ਧਰੀ ਪ੍ਰਕਿਰਿਆ ਹੈਗੀ ਹੈ, ਸਿੱਖਿਆ ਦਾ ਜਿਹੜਾ ਪ੍ਰੋਸੈਸ ਹੈਗਾ ਜਾਂ ਸਿੱਖਿਆ ਦੇਣੀ ਬੱਚੇ ਨੂੰ, ਤਾਂ ਉਹਦੇ 'ਚੋਂ ਜੇ ਕਿਤੇ ਸਾਡਾ ਕੋਈ ਇੱਕ ਵੀ ਪੱਖ ਕਮਜ਼ੋਰ ਪੈਂਦਾ, ਉਹ ਅਧਿਆਪਕ ਵੀ ਹੋ ਸਕਦਾ, ਉਹ ਮਾਪੇ ਵੀ ਹੋ ਸਕਦੇ ਆ ਤੇ ਬੱਚੇ ਵੀ ਹੋ ਸਕਦੇ ਆ, ਤਾਂ ਸਾਨੂੰ ਉੱਥੇ ਹੀ ਦਿੱਕਤ ਆਉਂਦੀ ਆ। ਉਹ ਬੱਚਾ ਡੀਰੇਲ ਹੋ ਜਾਂਦਾ। ਸਾਡੇ ਬੱਚੇ ਕੋਲੇ ਸ਼ਕਤੀ ਹੁੰਦੀ ਆ, ਉਹ ਸ਼ਕਤੀ ਨੂੰ ਸਹੀ ਪਾਸੇ ਲਾਉਣਾ ਹੀ ਸਾਡਾ ਮਤਲਬ ਸਾਰਿਆਂ ਦਾ ਟਾਰਗੇਟ ਹੁੰਦਾ ਇਸ ਸਾਰੀ ਪ੍ਰਕਿਰਿਆ ਦੇ ਵਿੱਚ। ਤਾਂ ਕਿਤੇ ਨਾ ਕਿਤੇ ਜੇ ਕਿਸੇ ਧਿਰ ਦਾ, ਇਹ ਕਿਸੇ ਤੇ ਦੋਸ਼ ਨਹੀਂ, ਇਹ ਵੱਖ-ਵੱਖ ਸਥਾਨਾਂ ਤੇ, ਵੱਖ-ਵੱਖ ਥਾਵਾਂ ਤੇ, ਵੱਖ-ਵੱਖ ਸਾਧਨ ਜਿਹੜੇ ਧਿਰ ਆ ਉਹ ਕਮਜ਼ੋਰ ਹੋ ਸਕਦੀ ਆ। ਸੋ ਉਹਨਾਂ ਦੇ ਮੱਦੇਨਜ਼ਰ ਮੈਂ ਇਹੀ ਕਹੂੰਗਾ ਕਿ ਜੇ ਬੱਚੇ ਨੂੰ ਉਸ ਪਾਸੇ ਲਾਇਆ ਜਾਵੇ, ਉਹਦਾ ਧਿਆਨ ਡਾਇਵਰਟ ਕਰਕੇ ਐਜੂਕੇਸ਼ਨ ਵਾਲੇ ਪਾਸੇ ਰੱਖਿਆ ਜਾਵੇ, ਤਾਂ ਸ਼ਾਇਦ ਦੂਜੇ ਪਾਸੇ ਨਹੀਂ ਜਾਊਗਾ। ਲੋੜ ਹੈਗੀ ਕਿ ਅਸੀਂ ਇਸ ਸਮੇਂ ਦੇ ਵਿੱਚ, ਇਸ ਟੈਕਨੀਕ ਦੇ ਯੁੱਗ ਦੇ ਵਿੱਚ ਬੱਚੇ ਨੂੰ ਉਹ ਚੀਜ਼ਾਂ ਤੱਕ ਲੈ ਕੇ ਜਾਈਏ। ਜੇ ਬੱਚੇ ਨੂੰ ਅਸੀਂ ਫਾਰ ਐਗਜ਼ਾਮਪਲ, ਅਸੀਂ ਇਹਨਾਂ ਦਿਨਾਂ 'ਚ ਸਾਡੀ 100 ਦਿਨਾਂ ਪੜ੍ਹਨ ਮੁਹਿੰਮ ਚੱਲ ਰਹੀ ਹੈ ਵਿਭਾਗ ਵੱਲੋਂ, ਤਾਂ ਬੱਚੇ ਨੂੰ ਜੇ ਅਸੀਂ ਕੁਛ ਪਲੇਟਫਾਰਮ ਦੇਵਾਂਗੇ, ਦੱਸਾਂਗੇ, ਦਿਖਾਵਾਂਗੇ ਕਿ ਆਹ ਪਲੇਟਫਾਰਮ ਆ ਜਿੱਥੇ ਜਾ ਕੇ ਤੁਸੀਂ ਹੋਰ ਬੜਾ ਕੁਛ ਰੌਚਕ ਲੈ ਸਕਦੇ ਹੋ, ਤਾਂ ਮੈਨੂੰ ਲੱਗਦਾ ਕਿ ਬੱਚੇ ਉਸ ਪਾਸੇ ਜ਼ਰੂਰ ਵਧਣਗੇ। ਸੋ ਇਹ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਾਡੀ ਪ੍ਰਕਿਰਿਆ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਹੈਗੀ ਆ, ਸਾਡੀਆਂ ਧਿਰਾਂ ਦੇ ਵਿੱਚ ਕਮੀ ਹੈਗੀ ਆ ਕਿ ਅਸੀਂ ਉਸ ਪਾਸੇ ਬੱਚੇ ਨੂੰ ਸੇਧਤ ਨਹੀਂ ਕਰ ਸਕੇ। ਬਿਲਕੁਲ ਜੀ, ਬਿਲਕੁਲ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਨੂੰ ਜੇ ਸਾਧਨ ਆਏ ਨੇ ਤਾਂ ਸਾਧਨਾਂ ਦੀ ਵਰਤੋਂ ਦੁਰਵਰਤੋਂ ਬਾਰੇ ਵੀ ਜਾਗਰੂਕ ਕਰਨਾ ਸਾਡੇ ਅਧਿਆਪਕ ਦਾ, ਸਾਡੇ ਮਾਪਿਆਂ ਦਾ, ਸਾਡਾ ਹੀ ਫਰਜ਼ ਹੈ ਕਿ ਅਸੀਂ ਉਸ ਚੀਜ਼ ਦੀ ਵਰਤੋਂ ਦੁਰਵਰਤੋਂ ਬਾਰੇ ਬੱਚਿਆਂ ਨੂੰ ਕਿਵੇਂ ਸੁਚੇਤ ਕਰ ਸਕਦੇ ਹਾਂ, ਕਿਵੇਂ ਉਹਨਾਂ ਚੀਜ਼ਾਂ ਨੂੰ ਜਾਂ ਉਹਨਾਂ ਟੂਲਸ ਨੂੰ ਸਿੱਖਿਆ ਵਾਸਤੇ ਹੀ ਵੀ ਵਰਤ ਸਕਦੇ ਹਾਂ ਮਨੋਰੰਜਨ ਦੇ ਨਾਲ ਨਾਲ। ਸੋ ਇਹਨਾਂ ਚੀਜ਼ਾਂ ਦੇ ਉੱਤੇ ਬਿਲਕੁਲ ਤੁਸੀਂ ਸਹੀ ਕਿਹਾ ਕਿ ਇਸ ਤਰੀਕੇ ਦਾ ਫੋਕਸ ਹੈ ਜਿਹੜਾ ਹੋਣਾ ਚਾਹੀਦਾ ਹੈ। ਇੱਕ ਦੌਰ ਡਾਕਟਰ ਸਾਹਿਬ ਹੋਰ ਦੇਖਦੇ ਹਾਂ ਸਾਡੇ ਵਾਸਤੇ, ਜਿਹੜੀ ਸਾਡੀ ਸਿੱਖਿਆ ਦੇ ਵਿੱਚ ਕੁਛ ਏਦਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਨੰਬਰਾਂ ਦੀ ਦੌੜ ਨੂੰ ਲੈ ਕੇ, ਕੰਪੀਟੀਸ਼ਨ ਦੀ ਦੌੜ ਨੂੰ ਲੈ ਕੇ, 100% ਪ੍ਰਾਪਤੀਆਂ ਨੂੰ ਲੈ ਕੇ ਕਈ ਵਾਰੀ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ। ਕਈ ਵਾਰੀ ਬੱਚੇ ਮਤਲਬ ਪੇਪਰਾਂ ਤੱਕ ਪਹੁੰਚਦੇ ਪਹੁੰਚਦੇ ਪਤਾ ਨਹੀਂ ਕਿੱਦਾਂ ਦੀਆਂ ਸਥਿਤੀਆਂ ਬਣ ਜਾਂਦੀਆਂ। ਕਈ ਵਾਰੀ ਪੇਪਰ ਦੇ ਵਿੱਚ ਉਹ ਜਿਹੜੀ ਚੀਜ਼ ਉਹਨਾਂ ਨੇ ਚਾਹੀ ਹੁੰਦੀ ਆ ਉਹ ਨਾ ਉਪਲਬਧ ਹੋਣ ਤੋਂ ਉਪਰੰਤ ਖੁਦਕੁਸ਼ੀਆਂ ਤੱਕ ਦੀ ਨੌਬਤ ਹੈ ਜਿਹੜੀ ਆ ਜਾਂਦੀ ਹੈ। ਸੋ ਇਸ ਦੇ ਉੱਤੇ ਤੁਹਾਡਾ ਕੀ ਟਿੱਪਣੀ ਕਰਨੀ ਚਾਹੋਗੇ ਕਿ ਕਿਉਂ ਇਹ ਅਜਿਹਾ ਵਰਤਾਰਾ ਹੈ ਜਿਹੜੀ ਸਾਡੀ ਸਿੱਖਿਆ ਦੇ ਦੌਰ ਦੇ ਵਿੱਚ ਇਹ ਆ ਗਿਆ ਜਾਂ ਘਰ ਕਰ ਗਿਆ ਹੁਣ?
ਇਹਨੂੰ ਗੁਰਨੈਬ ਇਹਨੂੰ ਹੋਰ ਐਂਗਲਾਂ ਤੋਂ ਵੀ ਦੇਖਿਆ ਜਾਣਾ ਚਾਹੀਦਾ, ਖਾਸ ਤੌਰ ਤੇ ਸਾਡੇ ਸਮਾਜਿਕ ਤੇ ਆਰਥਿਕ ਜੋ ਐਂਗਲ ਹੈਗੇ ਆ। ਤਾਂ ਸਮਾਜਿਕ ਢਾਂਚੇ ਦੇ ਜਿੰਨੇ ਕੁ ਮੈਨੂੰ ਲੱਗਦਾ ਹਾਜ਼ਰ ਬੈਠੇ ਆ, ਉਹਨਾਂ ਚੋਂ ਬਹੁਤੇ ਜਾਣੇ ਸਾਡੇ ਸਾਂਝੇ ਪਰਿਵਾਰ ਸੀਗੇ ਜਿਹੜੇ ਉਹਨਾਂ ਦੀ ਪੈਦਾਇਸ਼ ਹੋਣਗੇ। ਤਾਂ ਉੱਥੇ ਪਿਆਰ, ਗੁੱਸਾ, ਜੋ ਸਾਡੇ ਭਾਵਨਾਤਮਕ ਪੱਖ ਆ ਉਹ ਬਹੁਤ ਮਜ਼ਬੂਤ ਹੁੰਦੇ ਸੀ। ਤੇ ਚਾਚੇ ਤਾਏ ਦੇ 2-2 3-3 ਭਰਾ ਹੁੰਦੇ ਸੀ, ਫਾਦਰ ਵਰਗੇ 4-4 ਵੀ ਹੁੰਦੇ ਸੀ। ਤਾਂ ਕਈ ਵਾਰੀ ਭੂਆ ਦਾ ਪੁੱਤ ਵੀ ਆ ਕੇ ਸਾਡੇ ਕੋਲੇ ਉੱਥੇ ਪੜ੍ਹਨ ਲੱਗ ਜਾਂਦਾ ਸੀ, ਉੱਥੇ ਗਾਂਹਲੀ ਥਾਂ ਤੇ ਸਾਧਨ ਨਹੀਂ ਹੁੰਦੇ ਸੀ। ਤਾਂ ਉੱਥੇ ਇਹ ਗੁੱਸੇ, ਗਿਲੇ, ਖੁਸ਼ੀਆਂ ਸਾਰਾ ਕੁਛ ਚੱਲਦਾ ਰਹਿੰਦਾ ਸੀ। ਤਾਂ ਬੱਚਾ ਜਿਹੜਾ ਭਾਵਨਾਤਮਕ ਤੌਰ ਤੇ ਬਹੁਤ ਮਜ਼ਬੂਤ ਹੁੰਦਾ ਸੀਗਾ। ਤੇ ਅੱਜ ਦੇ ਇਸ ਆਰਥਿਕ ਯੁੱਗ ਦੇ ਵਿੱਚ ਕਿਉਂਕਿ ਹਰੇਕ ਦੇ ਮੋਸਟਲੀ ਇੱਕ ਬੱਚਾ ਹੈਗਾ ਤਾਂ ਉਸ ਤੇ ਸਭ ਤੋਂ ਵੱਧ ਪੇਰੈਂਟਸ ਦਾ ਧਿਆਨ ਦਿੱਤਾ ਜਾਂਦਾ। ਤਾਂ ਸ਼ਾਇਦ ਕਿਤੇ ਨਾ ਕਿਤੇ ਲੋੜ ਤੋਂ ਵੱਧ ਜਿਹੜੇ ਸਾਡੇ ਲਾਡ ਪਿਆਰ ਆ, ਉਹ ਵੀ ਬੱਚੇ ਨੂੰ ਭਾਵਨਾਤਮਕ ਤੌਰ ਤੇ ਮਜ਼ਬੂਤ ਨਹੀਂ ਹੋਣ ਦਿੰਦੇ। ਤੇ ਪੇਰੈਂਟਸ ਚਾਹੁੰਦੇ ਹੈਗੇ ਆ ਕਿ ਸਾਡਾ ਤਾਂ ਇੱਕੋ ਹੀ ਬੱਚਾ ਸਾਰਾ ਜੋ ਰਿਸ਼ਤੇ ਲੱਗ ਜੇ, ਉਹ ਕੋਈ ਮੌਕਾ ਨਹੀਂ ਗਵਾਉਣਾ ਚਾਹੁੰਦੇ। ਤੇ ਇਹਦਾ ਅਸੀਂ ਦੇਖੀਏ ਜੇ ਡੂੰਘਾਈ ਨਾਲ ਅਧਿਐਨ ਕਰੀਏ ਤਾਂ ਸਾਡੀਆਂ ਕਈ ਸੰਸਥਾਵਾਂ ਇਹਦਾ ਬੜਾ ਮਤਲਬ ਲਾਭ ਖੱਟਦੀਆਂ ਹੈਗੀਆਂ। ਇੱਕ ਤਰੀਕੇ ਨਾਲ ਮੈਂ ਇਹ ਕਹਿ ਸਕਦਾ ਸ਼ੋਸ਼ਣ ਵੀ ਕਰਦੀਆਂ। ਮੇਰੀ ਯਾਦ ਆ ਲਗਭਗ 16 ਦੇ ਵਿੱਚ 15-16 ਦੇ ਵਿੱਚ ਕਿਸੇ ਪੜ੍ਹਾਉਂਦੇ ਕਿਸੇ ਪ੍ਰੋਫੈਸਰ ਨਾਲ ਗੱਲ ਹੋਈ, ਸਮਾਜਿਕ ਮੁੱਦਿਆਂ ਦੀ ਗੱਲ ਹੋਈ, ਸਾਡੇ ਸਿੱਖਿਆ ਦੇ ਸਰੋਕਾਰਾਂ ਦੀ ਗੱਲ ਹੋਈ। ਤਾਂ ਉਹਨਾਂ ਨੇ ਬੜੀ ਮਤਲਬ ਮੈਨੂੰ ਗੱਲ ਦੱਸੀ ਕਿ ਪਿਛਲੇ 10 ਸਾਲਾਂ ਦੇ ਵਿੱਚ ਕੁਛ ਲੋਕਾਂ ਨੇ ਮਾਪਿਆਂ ਦੀ ਮਾਨਸਿਕਤਾ ਨੂੰ ਪੜ੍ਹਿਆ ਤੇ ਉਹਨਾਂ ਨੇ ਇੰਜੀਨੀਅਰਿੰਗ ਕਾਲਜ ਖੋਲ੍ਹਤੇ ਤੇ ਇੱਕ ਲੰਬੀ ਹੋੜ ਲੱਗ ਗਈ, ਇੱਕ ਲੰਬੀ ਲਾਈਨ ਲੱਗ ਗਈ ਮਾਪਿਆਂ ਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਇੰਜੀਨੀਅਰਿੰਗ ਕਰਾਉਣੀ ਆ। ਸੋ ਇੰਜੀਨੀਅਰਿੰਗ ਕਰਾਉਣਾ ਹੀ ਸਾਰਾ ਕੁਛ ਨਹੀਂ ਸੀਗਾ। ਤੇ ਇਸ ਪ੍ਰੋਸੈਸ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਆਰਥਿਕ ਖੇਤਰ ਦੱਸਦਾ, ਤਾਂ ਇਹਦੇ ਵਿੱਚ ਕਈ ਵਾਰੀ ਜਿਹੜੇ ਸਿੱਖਿਆ ਦੇ ਉਦੇਸ਼ ਹੁੰਦੇ ਆ, ਉਹ ਜਿਹੜੇ ਇਹਨਾਂ ਸੰਸਥਾਵਾਂ ਦੇ ਮਾਲਕ ਹੁੰਦੇ ਆ, ਉਦੇਸ਼ਾਂ ਨੂੰ ਮੂਹਰੇ ਰੱਖਦੇ, ਉਹ ਆਰਥਿਕ ਹਿੱਤਾਂ ਨੂੰ ਮੂਹਰੇ ਰੱਖ ਲੈਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਹੀ ਸ਼ਾਮਲ ਹੈਗੀਆਂ ਕਿ ਮਾਪਿਆਂ ਦੀਆਂ ਲੋੜ ਤੋਂ ਵੱਧ ਇਛਾਵਾਂ, ਕਹਿਰੇ ਪਰਿਵਾਰਾਂ ਦਾ ਹੋਣਾ, ਭਾਵਨਾਤਮਕ ਵਿਕਾਸ ਨਾ ਹੋਣਾ, ਤੇ ਇੱਥੋਂ ਤੱਕ ਕਿ ਸਾਡੇ ਆਰਥਿਕ ਪੱਖਾਂ ਨੂੰ ਛੂੰਹਦੇ ਹੋਏ ਜਿਹੜੇ ਕੁਛ ਐਂਗਲ ਹੈਗੇ ਆ, ਉਹ ਵੀ ਇਸ ਗੱਲ ਵੱਲ ਬੱਚੇ ਨੂੰ ਲੈ ਜਾਂਦੇ ਆ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ। ਲੋੜ ਤੋਂ ਵੱਧ ਵੀ ਸਟ੍ਰੈਸ ਪੇਰੈਂਟਸ ਵੱਲੋਂ ਦਿੱਤਾ ਜਾਂਦਾ। ਪਿਛਲੇ ਦਿਨਾਂ ਦੇ ਵਿੱਚ ਕੋਟੇ 'ਚ ਸ਼ਾਇਦ ਤੁਸੀਂ ਦੇਖਿਆ ਹੋਣਾ, ਇੱਕ ਵੀਡੀਓ ਵੀ ਆਈ ਆ ਪਿਛਲੇ ਹਫ਼ਤੇ ਦੀ ਆ, ਕਿ ਬਿਹਾਰ ਤੋਂ ਪੇਰੈਂਟਸ ਆਏ ਆਪਣੇ ਬੱਚੇ ਨੂੰ ਲੈਣ, ਉਹਦੇ ਕਿਤੇ ਨੰਬਰ ਘੱਟ ਸੀਗੇ, ਉਹ ਵਾਪਸ ਲਿਜਾਣਾ ਚਾਹੁੰਦੇ ਸੀ, ਗੁੜੀਆ ਜਾਣੀ ਨਹੀਂ ਚਾਹੁੰਦੀ ਸੀ। ਤਾਂ ਉਹ ਸ਼ਾਇਦ 6ਵੀਂ ਜਾਂ 7ਵੀਂ ਮੰਜ਼ਿਲ ਤੋਂ ਉਹਨੇ ਖੁਦਕੁਸ਼ੀ ਕਰ ਲਈ ਸੀ। ਜਦੋਂ ਉਹ ਕਹਿ ਰਹੀ ਸੀ ਮੈਂ ਮਤਲਬ ਖੁਦਕੁਸ਼ੀ ਕਰ ਲੂੰ, ਤਾਂ ਉਹਦਾ ਪੇਰੈਂਟਸ ਉਹਦੇ ਵੱਲ ਜਾ ਰਹੇ ਸੀਗੇ। ਸੋ ਕਿਤੇ ਨਾ ਕਿਤੇ ਇਹ ਸਟ੍ਰੈਸ ਹੈਗਾ ਤੇ ਮਾਪਿਆਂ ਦੇ ਵਿੱਚ ਦੌੜ ਹੈਗੀ ਕਿ ਮੇਰੇ ਨਾਲ ਜੇ ਮੈਂ ਆਪਦੀ ਗੱਲ ਹੀ ਕਰਾਂ ਤਾਂ ਮੈਨੂੰ ਇਹ ਹੁੰਦੀ ਆ ਕਿ ਜਿਹੜਾ ਮੇਰਾ ਨਾਲ ਦਾ ਅਧਿਆਪਕ ਆ, ਉਹਦੇ ਨਾਲ ਮੇਰਾ ਬੱਚਾ ਹੁਸ਼ਿਆਰ ਹੋਵੇ, ਉਹਦੇ ਨਾਲ ਮੇਰਾ ਬੱਚਾ ਅੱਗੇ ਹੋਵੇ। ਤਾਂ ਹੁਣ ਸਾਨੂੰ ਤਾਂ ਸਮਝ ਹੈਗੀ ਸਾਰੇ ਅਧਿਆਪਕਾਂ ਨੂੰ ਕਿ ਸਾਰੇ ਬੱਚੇ ਬਰਾਬਰ ਨਹੀਂ ਹੁੰਦੇ। ਸੋ ਅਸੀਂ ਇਸ ਹੋੜ ਦੇ ਵਿੱਚ ਲੱਗਦੇ ਹਾਂ ਤਾਂ ਇਹਦਾ ਸ਼ਿਕਾਰ ਸਾਡੇ ਕਿਤੇ ਨਾ ਕਿਤੇ ਬੱਚੇ ਬਣ ਜਾਂਦੇ ਆ। ਬਿਲਕੁਲ ਜੀ, ਬਹੁਤ ਸੋਹਣੀ ਗੱਲਬਾਤ ਤੁਸੀਂ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਸਾਂਝੀ ਕੀਤੀ ਹੈ। ਮੇਰੇ ਵੱਲੋਂ ਅਖੀਰੀ ਸਵਾਲ ਹੈ ਤੇ ਉਸ ਤੋਂ ਬਾਅਦ ਮੈਡਮ ਗੁਰਪ੍ਰੀਤ ਜੀ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਣਗੇ। ਅਸੀਂ ਜਾਣਦੇ ਹਾਂ ਕਿ ਮਤਲਬ ਸਕਿੱਲ ਤੋਂ ਬਿਨਾਂ ਕੋਈ ਵੀ ਸਿੱਖਿਆ ਜਿਹੜੀ ਉਹ ਅਧੂਰੀ ਹੁੰਦੀ ਹੈ। ਤੁਸੀਂ ਕੀ ਦੇਖਦੇ ਹੋ ਕਿ ਅੱਜ ਦੇ ਦੌਰ ਦੀ ਸਿੱਖਿਆ ਜਿਹੜੀ ਇਹ ਸਾਡੇ ਬੱਚਿਆਂ ਦੇ ਅੰਦਰ ਕੋਈ ਨਾ ਕੋਈ ਏਦਾਂ ਦਾ ਸਕਿੱਲ ਡਿਵੈਲਪ ਕਰ ਰਹੀ ਹੈ ਜਿਹੜਾ ਉਹਦੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਉਹਨੂੰ ਕਾਮਯਾਬ ਕਰ ਸਕੇ ਜਾਂ ਉਹਦੀ ਮੰਜ਼ਿਲ ਤੇ ਉਹਨੂੰ ਪਹੁੰਚਾ ਸਕੇ, ਜਾਂ ਉੱਦਾਂ ਦੇ ਮੌਕੇ ਬੱਚੇ ਦੀਆਂ ਅੰਦਰੂਨੀ ਰੁਚੀਆਂ ਕੀ ਨੇ, ਬੱਚੇ ਚਾਹੁੰਦੇ ਕੀ ਨੇ, ਉੱਦਾਂ ਦੇ ਮੌਕੇ ਅਸੀਂ ਅੱਜ ਦੇ ਇਸ ਦੌਰ ਦੇ ਵਿੱਚ ਮੁਹੱਈਆ ਕਰਵਾ ਰਹੇ ਹਾਂ ਜਾਂ ਸਾਨੂੰ ਕਿਵੇਂ ਕਰਵਾਉਣੇ ਚਾਹੀਦੇ ਆ, ਹੋਰ ਇਹਦੇ ਤੇ ਕਿਵੇਂ ਫੋਕਸ ਕਰਨਾ ਚਾਹੀਦਾ? ਗੁਰਨੈਬ ਬਹੁਤ ਇਹ ਅਹਿਮ ਕੁਐਸਚਨ ਆ ਸਾਡੇ ਲਈ, ਅੱਜ ਦੇ ਲਈ ਖਾਸ ਤੌਰ ਤੇ ਸਾਡੇ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਲਈ। ਤਾਂ ਉਹਨਾਂ ਨੂੰ ਬੱਚਿਆਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਅਸੀਂ ਪੜ੍ਹ ਰਹੇ ਹਾਂ ਤਾਂ ਕਾਹਦੇ ਲਈ ਪੜ੍ਹ ਰਹੇ ਹਾਂ, ਕੋਈ ਉਦੇਸ਼ ਨਹੀਂ ਹੁੰਦਾ। ਤੇ ਜਿੰਨਾ ਚਿਰ ਉਦੇਸ਼ ਹੀ ਨਹੀਂ ਹੁੰਦਾ ਕਿਸੇ ਬੱਚੇ ਨੂੰ, ਆਪਣੇ ਉਦੇਸ਼ ਦਾ ਨਹੀਂ ਪਤਾ, ਉਹ ਠੀਕ ਆ ਪੇਰੈਂਟਸ ਛੱਡ ਦਿੰਦੇ ਆ, ਪੈਸੇ ਦੇ ਦਿੰਦੇ ਆ, ਟਿਊਸ਼ਨਾਂ ਤੇ ਲੈ ਆਉਂਦੇ ਆ, ਛੱਡ ਆਉਂਦੇ ਆ, ਤੇ ਉਹਨਾਂ ਦੀਆਂ ਜੋ ਵੀ ਲੋੜਾਂ ਹੈਗੀਆਂ ਉਹ ਪੂਰੀਆਂ ਕਰਦੇ ਰਹਿੰਦੇ ਆ। ਪਰ ਕਈ ਵਾਰੀ ਇਹ ਗੈਪ ਰਹਿ ਜਾਂਦਾ, ਖਾਸ ਤੌਰ ਤੇ ਇਹ ਮਾਸ ਲੈਵਲ ਦੀ ਮੈਂ ਗੱਲ ਕਰਾਂ, ਜਿਹੜੇ ਸਾਡੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਆ, ਤਾਂ ਸਾਡਾ ਜਿਹੜਾ ਗਾਈਡੈਂਸ ਐਂਡ ਕਾਉਂਸਲਿੰਗ ਦਾ ਵਿੰਗ ਹੈਗਾ ਉਹ ਕੰਮ ਬਕਾਇਦਾ ਰੂਪ 'ਚ ਕਰ ਰਿਹਾ ਹੈਗਾ। ਇਹ ਮੈਨੂੰ ਲੱਗਦਾ ਇਹਨੂੰ ਹੋਰ ਨਿੱਠ ਕੇ ਕੰਮ ਕਰਨਾ ਚਾਹੀਦਾ।
ਜਿੱਥੋਂ ਤੱਕ ਕੌਸ਼ਲਾਂ ਦੀ ਸਵਾਲ ਆ, ਇਹ ਦੇਖੋ ਉਹ ਵੱਖ-ਵੱਖ ਸਟਰੀਮ ਸਾਡੀਆਂ ਬਣੀਆਂ ਹੈਗੀਆਂ ਤੇ ਹਰੇਕ ਸਟਰੀਮ ਦੇ ਵਿੱਚ ਮੈਨੂੰ ਲੱਗਦਾ ਵੀ ਸਾਨੂੰ ਗਤੀਵਿਧੀ ਦਾ ਜੇ ਸਿੱਖਿਆ ਦਿੱਤੀ ਜਾਵੇ ਤਾਂ ਬੱਚੇ ਜ਼ਰੂਰ ਸਕਿੱਲਡ ਹੋਣਗੇ, ਉਸ ਕੌਸ਼ਲ ਦੇ ਵਿੱਚ ਪ੍ਰਵੀਨ ਹੋ ਜਾਣਗੇ। ਸੋ ਮੈਂ ਤਾਂ ਇੱਥੇ ਇੰਨੀ ਕੁ ਟਿੱਪਣੀ ਕਰਨੀ ਚਾਹਾਂਗਾ ਕਿ ਸਾਡੇ ਜਿਹੜਾ ਗਾਈਡੈਂਸ ਐਂਡ ਕਾਉਂਸਲਿੰਗ ਦਾ ਵਿੰਗ ਆ ਉਹਨੂੰ ਇੱਕ ਮਜ਼ਬੂਤ ਕਰਨਾ ਚਾਹੀਦਾ ਤੇ ਦੂਸਰੀ ਜੋ ਵੀ ਅਸੀਂ ਸਿੱਖਿਆ ਦੇ ਰਹੇ ਹਾਂ ਉਹ ਗਤੀਵਿਧੀ ਦਾ ਬੱਚਾ ਲਰਨਿੰਗ ਬਾਈ ਡੂਇੰਗ ਸਿੱਖੇ, ਬੱਚੇ ਨੂੰ ਮੌਕੇ ਦੇਣੇ ਚਾਹੀਦੇ ਆ। ਜੇ ਮੈਂ ਖੁਦ ਦੀ ਗੱਲ ਕਰਾਂ ਤਾਂ ਮੈਨੂੰ ਜਦੋਂ ਮੈਂ ਅਧਿਆਪਨ ਦਾ ਕੋਰਸ ਕਰ ਰਿਹਾ ਸੀ, ETT ਕਰ ਰਿਹਾ ਸੀਗਾ, ਤਾਂ ਮੈਂ ਪਹਿਲੀ ਵਾਰੀ ਉਦੋਂ ਦੇਖਿਆ ਕਿ ਕੋਈ ਪ੍ਰਯੋਗ ਕਿਵੇਂ ਹੁੰਦਾ। ਮੈਨੂੰ ਪ੍ਰਯੋਗ ਨਹੀਂ ਕਰਵਾਇਆ ਸੀ ਕਿਸੇ ਨੇ। ਸੋ ਇਹ ਹੋ ਸਕਦਾ ਮੇਰੇ ਅਧਿਆਪਕ ਦੀ ਕੋਈ ਕਮੀ ਰਹੀ ਹੋਵੇ ਜਾਂ ਉਹਨਾਂ ਦੇ ਸਾਧਨਾਂ ਦੀ ਕਮੀ ਰਹੀ ਹੋਵੇ। ਤਾਂ ਮੈਨੂੰ ਲੱਗਦਾ ਵੀ ਜਿੰਨਾ ਸਾਡਾ ਕੁਛ ਹੈਗਾ, ਹੁਣ ਇਸ ਵੇਲੇ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਸਕੂਲਾਂ ਦੇ ਵਿੱਚ ਲੈਬਸ ਬਣੀਆਂ ਹੋਈਆਂ ਤੇ ਬੱਚੇ ਗਤੀਵਿਧੀਆਂ ਕਰਦੇ ਹੋਏ ਮੈਂ ਤਸਵੀਰਾਂ ਤੇ ਵੀਡੀਓ ਸਾਡੇ ਕੋਲ ਸਾਧਨ ਹੈਗਾ ਜਿੱਥੋਂ ਪਤਾ ਲੱਗਦਾ ਵੀ ਇਹ ਸਾਰਾ ਕੁਝ ਸਿਖਾਇਆ ਜਾ ਰਿਹਾ। ਸੋ ਇਸ ਪਾਸੇ ਵੱਲ ਕਾਫੀ ਕੁਛ ਧਿਆਨ ਦਿੱਤਾ ਜਾ ਰਿਹਾ ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਹੋਰ ਸੰਸਥਾਵਾਂ ਇਸ ਤਰ੍ਹਾਂ ਅੱਗੇ ਆਉਣਗੀਆਂ ਜੋ ਬੱਚਿਆਂ ਨੂੰ ਇਸ ਪਾਸੇ ਵੱਲ, ਉਹਨੂੰ ਗਾਈਡੈਂਸ ਵਾਲੇ ਪਾਸੇ ਲੈ ਕੇ ਜਾਣਗੀਆਂ। ਬਿਲਕੁਲ ਜੀ, ਬਹੁਤ ਖੂਬਸੂਰਤ ਜਵਾਬ ਤੁਸੀਂ ਦਿੱਤਾ ਕਿ ਬੱਚੇ ਦੇ ਅੰਦਰ ਕੋਈ ਏਦਾਂ ਦਾ ਟੈਲੈਂਟ, ਬੱਚੇ ਦੇ ਅੰਦਰ ਏਦਾਂ ਦਾ ਜੋ ਕੋਈ ਸਕਿੱਲ ਹੈ ਉਹਨੂੰ ਮਜ਼ਬੂਤ ਕਰਨਾ, ਉਹਨੂੰ ਉਦਾਂ ਦੇ ਮੌਕੇ ਦੇਣਾ ਤੇ ਫਿਰ ਉਸ ਮੌਕਿਆਂ ਦੇ ਨਾਲ ਉਸ ਬੱਚੇ ਦੀ ਰੁਚੀਆਂ ਨੂੰ, ਉਹਦੀਆਂ ਚੀਜ਼ਾਂ ਨੂੰ ਪ੍ਰਫੁੱਲਤ ਕਰਨਾ। ਇਹ ਸਾਡੇ ਸਾਰਿਆਂ ਵਾਸਤੇ, ਸਾਡੇ ਅਧਿਆਪਕ ਸਾਹਿਬਾਨ ਵਾਸਤੇ, ਸਾਡੇ ਸਿਸਟਮ ਵਾਸਤੇ ਬਹੁਤ ਵੱਡੀ ਚੁਣੌਤੀ ਹੈ ਕਿ ਅਸੀਂ ਸਿਰਫ ਸਿਲੇਬਸ ਨੂੰ ਜਾਂ ਨਿਰਧਾਰਿਤ ਚੀਜ਼ਾਂ ਨੂੰ ਪੜ੍ਹਾ ਕੇ ਸਿੱਖਿਆ ਨਾ ਬਣਾਈਏ। ਸੋ ਕੋਸ਼ਿਸ਼ ਕਰੀਏ ਕਿ ਬੱਚੇ ਅੰਦਰ ਕੋਈ ਏਦਾਂ ਦਾ ਟੈਲੈਂਟ, ਬੱਚੇ ਅੰਦਰ ਕੋਈ ਏਦਾਂ ਦੀ ਸਕਿੱਲ ਜਾਂ ਉਸ ਕਿਸਮ ਦਾ ਉਹ ਚੀਜ਼ ਪੈਦਾ ਹੋਵੇ ਕਿ ਭਵਿੱਖ ਦੇ ਵਿੱਚ ਉਹਨੂੰ ਜਾ ਕੇ ਉਹ ਅਪਣਾ ਕੇ ਹੋਰ ਅੱਗੇ ਜਾ ਸਕੇ। ਸਵਾਲ ਜਵਾਬ ਸਾਡੇ ਜਾਰੀ ਰਹਿਣਗੇ ਤੇ ਅਗਲੇ ਸਵਾਲ ਮੈਡਮ ਗੁਰਪ੍ਰੀਤ ਕੌਰ ਜੀ ਸਾਡੇ ਨਾਲ ਸਾਂਝੇ ਕਰਨਗੇ ਤੇ ਉਸ ਤੋਂ ਬਾਅਦ ਸਾਡੇ ਦਰਸ਼ਕਾਂ ਵੱਲੋਂ ਵੀ ਜੋ ਸਵਾਲ ਹੋਣਗੇ ਆਪਾਂ ਉਹਨਾਂ ਨੂੰ ਵੀ ਜ਼ਰੂਰ ਸੁਣਾਂਗੇ। ਮੈਡਮ ਗੁਰਪ੍ਰੀਤ। हाँ जी मैडम। हाँ जी, thank you, Gurnair sir ji. First of all, I would like to welcome you all on today's 71st live session on the behalf of the Facebook most famous platform, we can say, the world of creative education. ਸਿਰਜਣਾਤਮਕ ਸਿੱਖਿਆ ਸੰਸਾਰ ਫੇਸਬੁੱਕ ਮੰਚ ਨਾਲ ਦੂਰੋਂ ਨੇੜਿਓਂ ਜੁੜੇ ਸਾਰੇ ਦਰਸ਼ਕਾਂ, ਦੋਸਤਾਂ, ਮਿੱਤਰਾਂ ਦਾ ਨਿੱਘਾ ਸਵਾਗਤ ਹੈ ਜੀ। ਅੱਜ ਅਸੀਂ 71ਵਾਂ ਲਾਈਵ ਸੈਸ਼ਨ ਕਰ ਰਹੇ ਹਾਂ ਜੀ, ਜਿਸ ਵਿੱਚ ਸਾਡੇ ਮੰਚ ਦੀ ਸ਼ੋਭਾ ਵਧਾ ਰਹੇ ਹਨ ਸਾਡੇ ਗੈਸਟ ਸਰਦਾਰ ਹਰਪਾਲ ਸਿੰਘ ਬਾਜਕ ਜੀ, ਜਿਨ੍ਹਾਂ ਦਾ ਮੈਂ ਆਪਣੇ ਵੱਲੋਂ ਇੱਕ ਵਾਰ ਫਿਰ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਜੀ। ਥੈਂਕ ਯੂ, ਧੰਨਵਾਦ। ਵਿਸ਼ਾ ਅੱਜ ਦਾ ਅਸੀਂ ਚੁਣਿਆ ਹੋਇਆ ਹੈ ਜੀ, ਸਕੂਲ ਸਿੱਖਿਆ ਨਾਲ ਸੰਬੰਧਿਤ ਨਵੀਆਂ ਚੁਣੌਤੀਆਂ। ਇਸ ਸੰਬੰਧੀ ਜਿਹੜੀ ਗੱਲਬਾਤ ਸਾਡੀ ਤੁਹਾਡੇ ਨਾਲ ਚੱਲ ਰਹੀ ਹੈ ਸਰ, ਬਹੁਤ ਵਧੀਆ ਚਰਚਾ ਵਿਚਾਰ, ਬਹੁਤ ਹੀ ਲਾਹੇਵੰਦ ਜਾਣਕਾਰੀ ਜਿਹੜੀ ਹੈ ਇਸ ਵਿਚਾਰ ਚਰਚਾ ਚੋਂ ਨਿਕਲ ਕੇ ਆ ਰਹੀ ਹੈ। ਸੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਮੌਜੂਦਾ ਸਟੇਟ ਕੋਆਰਡੀਨੇਟਰ ਹੋ। ਸੋ ਸਭ ਤੋਂ ਪਹਿਲਾਂ ਇਸ ਮਾਣਮੱਤੇ ਅਹੁਦੇ ਲਈ ਤੁਹਾਨੂੰ ਬਹੁਤ-ਬਹੁਤ ਵਧਾਈ। ਸਵਾਲਾਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਅੱਜ ਦਾ ਜਿਹੜਾ ਅਗਲਾ ਸਵਾਲ ਹੈ ਉਹ ਇਹ ਮੈਂ ਪੁੱਛਣਾ ਚਾਹਾਂਗੀ ਕਿ ਜਿਹੜੀ ਮੌਜੂਦਾ ਸਿੱਖਿਆ ਆ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਇਹਦੀ ਜਿਹੜੀ ਫਾਰਮ ਆ ਉਹ ਚੇਂਜ ਹੋ ਰਹੀ ਆ, ਚਾਹੇ ਉਹ ਟਾਈਮ ਦੇ ਨਾਲ ਹੋ ਰਹੀ ਆ ਜਾਂ ਅਸੀਂ ਕਹੀਏ ਕਿ ਸਮੇਂ ਦੀ ਮੰਗ ਹੈਗੀ ਆ। ਸੋ ਅਸੀਂ ਆਮ ਗੱਲ ਕਰਦੇ ਹਾਂ ਕਿ ਇੱਕ ਮਕੈਨੀਕਲ ਢਾਂਚਾ ਬਣ ਕੇ ਰਹਿ ਗਈ ਆ ਜਿਹੜੀ ਇਹ ਸਾਡਾ ਸਿਸਟਮ ਆ, ਕਿਉਂਕਿ ਸਾਡੇ ਅਧਿਆਪਕਾਂ ਦੀ ਮੋਸਟਲੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਦੇ ਉੱਤੇ ਬਹੁਤ ਅਨਨੈਸੈਸਰੀ ਜਿਹੜਾ ਬਰਡਨ ਆ ਉਹ ਪਾਇਆ ਜਾਂਦਾ ਆ, ਜਿਹਦੇ ਕਰਕੇ ਅਸੀਂ ਬੈਟਰ ਆਊਟਪੁੱਟ ਜਿਹੜੀ ਆ ਜਾਂ ਆਪਣਾ ਮੇਨ ਜੋ ਸੇਵਾ ਹੈਗੀ ਆ ਉਹ ਨਹੀਂ ਪ੍ਰੋਪਰਲੀ ਨਿਭਾ ਸਕਦੇ। ਸੋ ਇਹ ਵੀ ਇੱਕ ਚੁਣੌਤੀ ਹੈਗੀ ਆ। ਸੋ ਇਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ? ਮੈਡਮ ਮੈਂ ਗੁਰਨੈਬ ਪ੍ਰਸ਼ਨ ਦਾ ਪਹਿਲਾਂ ਹੀ ਇਸ ਦਾ ਜਵਾਬ ਦੇ ਚੁੱਕਿਆ ਕਿ ਸਾਡੇ ਸਮੇਂ ਦੀ ਜ਼ਰੂਰਤ ਹੈ। ਕਿਸੇ ਦਾ ਜੀ ਨਹੀਂ ਕਰਦਾ ਕਿਸੇ ਅਧਿਆਪਕ ਦਾ ਬੱਚੇ ਦੇ ਪਾਸੇ ਜਾਣ ਨੂੰ।
ਮਜਬੂਰੀ ਦੇ ਵਿੱਚ ਸਾਨੂੰ ਜੋ ਗਾਈਡਲਾਈਨਸ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਉਹਦੀ ਪਾਲਣਾ ਕਰਨੀ ਪੈਂਦੀ ਆ ਤੇ ਅਧਿਆਪਕ ਸਾਹਿਬਾਨ ਨੂੰ ਵੀ ਕਰਨੀ ਪੈਂਦੀ ਆ। ਅਸੀਂ ਸਾਰੇ ਕੁਦਰਤ ਦੇ ਅੱਗੇ ਬੇਬਸ ਹਾਂ ਤੇ ਹਾਂਜੀ ਅਸੀਂ ਸਾਰੇ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਸਾਡੀ ਜਿਹੜੀ ਪੜ੍ਹਨ ਪੜ੍ਹਾਉਣ ਦੀ ਪ੍ਰਕਿਰਿਆ ਇਹ ਲਾਹੇਵੰਦ ਤੇ ਪ੍ਰਭਾਵਸ਼ਾਲੀ ਉਦੋਂ ਹੀ ਹੋ ਸਕਦੀ ਆ ਜਦੋਂ ਸਾਡੇ ਅਧਿਆਪਕ ਸਾਹਿਬਾਨ ਤੇ ਬੱਚੇ ਆਮਣੇ ਸਾਹਮਣੇ ਉਹਨਾਂ ਦਾ ਆਈ ਕੰਟੈਕਟ ਹੋਵੇ। ਤਾਂ ਜਿੰਨਾ ਜੀ ਟੂਲ ਅਸੀਂ ਵਰਤੋਂ ਕਰ ਰਹੇ ਹਾਂ ਅੱਜ ਕੱਲ ਉਹ ਇਹ ਸਾਰਾ ਕੁਝ ਪੋਸੀਬਲ ਨਹੀਂ ਆ। ਇਹਨੂੰ ਜਿਵੇਂ ਸਾਦੇ ਲਫ਼ਜ਼ਾਂ 'ਚ ਮੈਂ ਕਹਾਂ ਅਨਸਰਦੇ ਦੀ ਸਰਾਂ ਹੈਗੀ ਆ। ਅਸੀਂ ਹੱਥ ਤੇ ਹੱਥ ਧਰ ਕੇ ਵੀ ਨਹੀਂ ਬੈਠ ਸਕਦੇ, ਨਾ ਕੋਈ ਅਧਿਆਪਕ ਬੈਠ ਸਕਦਾ ਤੇ ਨਾ ਹੀ ਵਿਭਾਗ ਬੈਠ ਸਕਦਾ। ਇਸ ਕਰਕੇ ਜਿੰਨੇ ਕੁ ਯਤਨ ਠੀਕ ਲੱਗਦੇ ਆ, ਜਿੰਨੀ ਕੁ ਫੀਡਬੈਕ ਅਧਿਆਪਕ ਸਾਹਿਬਾਨ ਵੱਲੋਂ ਆਉਂਦੀ ਹੈ ਵੀ ਆਹ ਤਰੀਕਾ ਵਰਤਿਆ ਜਾ ਸਕਦਾ ਜੀ, ਆਹ ਤਰੀਕਾ ਵਰਤਿਆ ਜਾ ਸਕਦਾ, ਬੱਚੇ ਨਾਲ ਇਸ ਤਰੀਕੇ ਨਾਲ ਜੁੜਿਆ ਜਾ ਸਕਦਾ। ਸੋ ਸਾਡਾ ਸਭ ਤੋਂ ਵੱਡਾ ਉਦੇਸ਼ ਤਾਂ ਇਹੀ ਹੈ ਕਿ ਅਸੀਂ ਬੱਚੇ ਨਾਲ ਜੁੜੇ ਰਹੀਏ। ਜਿਹੜਾ ਐਜੂਕੇਸ਼ਨ ਦਾ ਕੰਮ ਹੈਗਾ, ਜੇ ਸਾਡੇ ਕੁਝ 14 ਪਾਠ ਆ ਤਾਂ ਚਾਹੇ ਉਹ ਬੱਚੇ 12 ਪੜ੍ਹ ਲਏ, ਪਰ ਮਾਨਸਿਕ ਤੌਰ ਤੇ ਬੱਚੇ ਦਾ ਸਾਡੇ ਨਾਲ ਭਾਵਨਾਤਮਕ ਤੌਰ ਤੇ ਸਾਡੇ ਨਾਲ ਜੁੜਿਆ ਰਹਿਣਾ ਬਹੁਤ ਜ਼ਰੂਰੀ ਆ। ਤੇ ਜਿਹੜੀ ਗੁਰਨੈਬ ਹੋਰਾਂ ਗੱਲ ਕੀਤੀ ਆ ਕਿ ਜੇ ਅਸੀਂ ਉਹ ਨਹੀਂ ਜੁੜੇ ਰਵਾਂਗੇ ਤਾਂ ਸਾਡੇ ਬੱਚੇ ਕਿਤੇ ਨਾ ਕਿਤੇ ਸਟ੍ਰੈਸ ਦਾ ਸ਼ਿਕਾਰ ਹੋ ਜਾਂਦੇ ਆ। ਸੋ ਉਹਨਾਂ ਨੂੰ ਇੱਕ ਚੰਗੇ ਇਨਸਾਨ ਰਹਿਣ ਲਈ, ਮਜ਼ਬੂਤ ਇਨਸਾਨ ਬਣੇ ਰਹਿਣ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਹਨਾਂ ਸਾਧਨਾਂ ਦੇ ਰਾਹੀਂ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਰਹੀਏ। ਬਾਕੀ ਇਹ ਹਰੇਕ ਦਾ ਆਪਦਾ ਐਂਗਲ ਆ ਕਿ ਕੋਈ ਕੰਮ ਕਰਨ ਦੇ ਵਿੱਚੋਂ ਸਵਾਦ ਲੈਂਦਾ ਤੇ ਕੋਈ ਉਹਨੂੰ ਕਹਿਣ ਦਾ ਬੋਝ ਆ। ਸੋ ਇਸ ਤੇ ਮੈਂ ਟਿੱਪਣੀ ਨਹੀਂ ਕਰੂੰਗਾ। ਜੀ ਬਿਲਕੁਲ ਸਰ। ਸੋ ਤੁਹਾਡੇ ਕਹਿਣ ਦਾ ਭਾਵ ਕਿ ਟੀਚਰ ਇੱਕ ਅਜਿਹਾ ਮਸੀਹਾ ਹੈ ਜਿਸ ਨੂੰ ਇਹ ਚੀਜ਼ ਨੂੰ ਸਮਝਣਾ ਪਊਗਾ ਕਿ ਅਸੀਂ ਬੱਚਿਆਂ ਦੇ ਨਾਲ ਭਾਵਨਾਤਮਕ ਰਿਲੇਸ਼ਨ ਡਿਵੈਲਪ ਕਰਨੇ ਆ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਤਣਾਅ ਦਾ ਸ਼ਿਕਾਰ ਨਾ ਹੋਣ ਤੇ ਆਲ ਇਨ ਆਲ ਟੀਚਰ ਜਿਹੜਾ ਸਾਰੀਆਂ ਡਿਊਟੀਆਂ ਜਿਹੜੀਆਂ ਵੈਲ ਪਰਫਾਰਮਡ ਕਰਦਾ ਰਹੇ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਜਿਵੇਂ ਅਸੀਂ ਹੁਣ ਫੋਰਨ ਸਿਸਟਮ ਦੇ ਅਕੋਰਡਿੰਗ ਆਨਲਾਈਨ ਐਜੂਕੇਸ਼ਨ ਜਾਂ ਮੀਡੀਆ ਦੀ ਹੈਲਪ ਜਿਹੜੀ ਆ ਲੈਣੀ ਸ਼ੁਰੂ ਕਰ ਦਿੱਤੀ ਕਿਉਂਕਿ ਅਸੀਂ ਉਸ ਚੀਜ਼ ਨੂੰ ਕਾਪੀ ਕੀਤਾ, ਚਾਹੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ, ਸਮੇਂ ਦੀ ਮੰਗ ਦੇ ਅਨੁਸਾਰ ਕੀਤਾ। ਪਰ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਸਾਡੀਆਂ ਜਿਓਗ੍ਰਾਫੀਕਲ ਕੰਡੀਸ਼ਨਸ ਜਾਂ ਫੈਸਿਲਿਟੀਜ਼ ਸਾਡਾ ਦੇਸ਼ ਉਹ ਇੰਨੀਆਂ ਅਫੋਰਡ ਨਹੀਂ ਕਰ ਸਕਿਆ, ਜਿਹਦੇ ਕਰਕੇ ਇਹ ਜਿਹੜੀਆਂ ਅਸੀਂ ਅਡਾਪਸ਼ਨ ਕੀਤੀ ਫੋਰਨ ਤੋਂ ਉਹ ਬਹੁਤੀ ਸਕਸੈਸਫੁਲ ਨਹੀਂ ਹੋਈ। ਸੋ ਕਿਤੇ ਨਾ ਕਿਤੇ ਇਹ ਮਤਲਬ ਆਪਾਂ ਇਸ ਚੀਜ਼ ਨੂੰ ਸੀਮ ਕਰ ਸਕਦੇ ਹਾਂ ਕਿ ਪ੍ਰਚਾਰ ਜ਼ਿਆਦਾ ਰਿਹਾ ਕਿ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਲਾਹੇਵੰਦ ਉਹ ਘੱਟ ਸਾਬਿਤ ਹੋਈ। ਇਹਦੇ ਕੀ ਰੀਜ਼ਨ ਜਿਹੜੇ ਆ ਤੁਸੀਂ ਆਪਣੇ ਹਿਸਾਬ ਨਾਲ ਦੇਖਦੇ ਹੋ? ਮੈਡਮ ਫਿਰ ਮੈਂ ਉਹੀ ਕਹਾਂਗਾ ਕਿ ਇਹ ਕਈ ਵਾਰੀ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ। ਜੇ ਸਾਡੀ ਪਿਛਲੇ ਦਿਨਾਂ ਦੀ ਇੱਕ ਰਿਪੋਰਟ ਨੈਸ਼ਨਲ ਲੈਵਲ ਦੀ ਬਣੀ ਆ ਤਾਂ ਕਿਉਂਕਿ ਅਸੀਂ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰ ਰਹੇ ਹਾਂ ਤੇ ਪੰਜਾਬ 'ਚ ਸਭ ਤੋਂ ਵੱਧ ਜਿਹੜੇ ਫੋਨ ਨਾਲ ਬੱਚੇ ਜੁੜੇ ਹੋਏ ਆ ਉਹ ਪੰਜਾਬ ਟੌਪ ਕਰ ਰਿਹਾ ਸਾਰੇ ਕਿਸੇ। ਜੀ ਇਸ ਕਰਕੇ ਤੇ ਰਾਤ ਵੀ ਮੇਰੀ ਮੈਂ ਗੱਲ ਅਕਸਰ ਕਰਦਾ ਰਹਿਣਾ ਵੱਖ-ਵੱਖ ਰਾਜਾਂ ਦੇ ਜੋ ਵੀ ਬੰਦੇ ਮੇਰੇ ਨਾਲ ਐਜੂਕੇਸ਼ਨ ਨਾਲ ਜੁੜੇ ਹੋਏ ਆ ਤਾਂ ਉਹਨਾਂ ਨੇ ਵੀ ਦੱਸਿਆ ਜਾਂ ਸਾਡੇ ਵੀ ਰੋਜ਼ ਹੀ ਦੇਖਦੇ ਆ ਇਹ ਗੱਲ ਕਿ ਸਾਡੇ ਜੋ ਬੱਚੇ ਜੇ ਇੱਕ ਤੇ ਮਾਪਿਆਂ ਦੇ ਕੋਲੇ 2 ਬੱਚੇ ਆ, ਇੱਕ ਤੀਜੀ ਜਾਂ ਚੌਥੀ 'ਚ ਪੜ੍ਹਦਾ ਤੇ ਇੱਕ ਸਾਡਾ 8ਵੀਂ 7ਵੀਂ 'ਚ ਪੜ੍ਹਦਾ ਤਾਂ ਫੋਨ ਦੀ ਜਿਹੜੀ ਸਹੂਲਤ ਆ ਉਹ 8ਵੀਂ 7ਵੀਂ ਵਾਲੇ ਨੂੰ ਦਿੱਤੀ ਜਾਂਦੀ ਆ, ਤੀਜੀ ਚੌਥੀ ਵਾਲੇ ਨੂੰ ਫੋਨ ਨਹੀਂ ਦਿੱਤਾ ਜਾਂਦਾ। ਤਾਂ ਰਾਤ ਮੈਂ ਕਿਸੇ ਪ੍ਰਿੰਸੀਪਲ ਨਾਲ ਰਾਜਸਥਾਨ ਦੇ ਨਾਲ ਗੱਲ ਕਰ ਰਿਹਾ ਸੀ ਤਾਂ ਉਹਨਾਂ ਨੇ ਇਕੱਲੇ ਬਹੁਤ ਮਿਹਨਤੀ ਪ੍ਰਿੰਸੀਪਲ ਨੇ ਤਾਂ ਉਹਨਾਂ ਨੇ ਮੈਨੂੰ ਇਕੱਲੇ ਮਤਲਬ ਬੱਚੇ ਬਾਰੇ ਦੱਸਿਆ। ਕਾਫੀ ਲੰਬੀ ਲਗਭਗ 30 ਮਿੰਟ ਗੱਲ ਹੋਈ। ਉਹਨਾਂ ਨੇ ਕਿਹਾ ਵੀ ਮੇਰੇ % ਬੱਚੇ ਜੁੜੇ ਹੋਏ ਆ ਤੇ ਸਾਡੇ ਲਈ ਇਹ ਖੁਸ਼ੀ ਦੀ ਗੱਲ ਆ ਕਿ ਪੰਜਾਬ ਦੇ ਬੱਚੇ ਇਹਨੂੰ ਕਿਤੇ ਜ਼ਿਆਦਾ ਜੁੜੇ ਹੋਏ ਆ। ਬੱਚਾ ਥੋੜਾ ਜੁੜਿਆ ਹੋਇਆ, ਕੋਈ ਜ਼ਿਆਦਾ ਜੁੜਿਆ ਹੋਇਆ, ਬੱਚੇ ਨੂੰ ਕਿਸੇ ਕੋਲੇ ਪ੍ਰੋਪਰ ਫੋਨ ਉਹਨੂੰ ਮਿਲ ਰਿਹਾ, ਕਿਸੇ ਨੂੰ ਘੱਟ ਸਮੇਂ 'ਚ ਮਿਲ ਰਿਹਾ, ਪਰ ਸਾਡੇ ਅਧਿਆਪਕ ਜੁੜੇ ਹੋਏ ਆ ਤੇ ਉਹ ਇਸ ਗੱਲ ਲਈ ਯਤਨ ਕਰ ਰਹੇ ਆ ਕਿ ਉਹ ਮੈਕਸੀਮਮ ਬੱਚੇ ਜੁੜੇ ਰਹਿਣ। ਜਿੱਥੋਂ ਤੱਕ ਇਹਨਾਂ ਸਾਧਨਾਂ ਦੀ ਗੱਲ ਹੈਗੀ ਆ ਇਹ ਕਿਉਂਕਿ ਸਾਡੇ ਆਰਥਿਕ ਮਸਲਿਆਂ ਨਾਲ ਜੁੜੇ ਹੋਏ ਆ ਤਾਂ ਉੱਥੇ ਵੀ ਅਧਿਆਪਕ ਵਿਭਾਗ ਤੇ ਅਸੀਂ ਸਾਰੇ ਬੇਵਸ ਨਜ਼ਰ ਆਉਣੇ ਆ ਕਿਉਂਕਿ ਅਸੀਂ ਸਾਰਿਆਂ ਨੂੰ ਫੋਨ ਤਾਂ ਲੈ ਕੇ ਨਹੀਂ ਦੇ ਸਕਦੇ ਪਰ ਸਾਡੇ ਵੱਲੋਂ ਯਤਨ ਕੀਤੇ ਜਾ ਰਹੇ ਆ। ਟੀਚਰ ਨੇ ਕਲਾਸ ਲਾ ਲਈ, ਉਹਦੇ ਨਾਲ 10 ਬੱਚੇ ਜੁੜਦੇ ਆ, ਉਹਦੇ ਨਾਲ 2 ਜੁੜਦੇ ਆ ਤਾਂ ਟੀਚਰ ਵੱਲੋਂ ਤਾਂ ਯਤਨ ਕੀਤੇ ਜਾ ਰਹੇ ਆ। ਸੋ ਅਸੀਂ ਇੱਕ ਆਸ ਰੱਖ ਕੇ ਚੱਲ ਰਹੇ ਆ ਕਿ ਅੱਜ ਜੇ ਬੱਚੇ ਸਾਡੇ ਨਾਲ 2 ਜੁੜੇ, ਅਗਲੇ ਦਿਨ 3 ਜੁੜਨ ਤੇ ਕਿਤੇ ਵੀ ਇਸ ਗੱਲ ਦਾ ਵਿਭਾਗ ਨੇ ਜ਼ੋਰ ਨਹੀਂ ਦਿੱਤਾ ਵੀ ਜੋੜੋ ਜੀ 10 ਕਿਉਂ ਨਹੀਂ ਜੁੜੇ, ਇਹ ਨਹੀਂ ਪੁੱਛਿਆ
ਬਸ ਇੰਨੀ ਕੀ ਰਿਕੁਐਸਟ ਕੀਤੀ ਜਾਂਦੀ ਹੈ, ਬੇਨਤੀ ਵਿਭਾਗ ਵੱਲੋਂ ਕੀਤੀ ਜਾਂਦੀ ਆ ਕਿ ਅੱਜ 2 ਜੁੜੇ ਆ, ਕੱਲ ਨੂੰ ਅਸੀਂ 3 ਜੋੜਨ ਦਾ ਯਤਨ ਕਰੀਏ। ਜੀ ਬਿਲਕੁਲ ਸਹੀ ਜੀ। ਮੀਡੀਆ ਨੇ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਹੈਲਪ ਵੀ ਕੀਤੀ ਆ ਹਾਲਾਤਾਂ ਦੇ ਹਿਸਾਬ ਨਾਲ। ਸੋ ਸਰ ਸਾਡੇ ਨਾਲ ਜੁੜੇ ਹੋਏ ਹੈ ਫੇਸਬੁੱਕ ਦੇ ਉੱਤੇ ਸ਼ੈਲੀ ਸਰੋਏ ਜੀ। ਉਹਨਾਂ ਦਾ ਕਹਿਣਾ ਹੈ ਕਿ ਬਾਜਕ ਸਾਹਿਬ ਬੜੇ ਹੀ ਮਾਣਮੱਤੇ, ਮਿਲਾਪੜੇ, ਕਰਮਸ਼ੀਲ ਰਵੱਈਏ ਵਾਲੇ ਸੱਜਣ ਹਨ। ਇਹਨਾਂ ਵਿੱਚ ਅਧਿਆਪਕ ਬਿਰਤੀ ਹਮੇਸ਼ਾ ਸੁਰਜੀਤ ਰਹਿੰਦੀ ਹੈ। ਬਤੌਰ ਪ੍ਰਬੰਧਕ ਜਿਸ ਅਹੁਦੇ ਤੇ ਬਿਰਾਜਮਾਨ ਹਨ, ਉਸ ਅਹੁਦੇ ਦੀ ਸਤਿਕਾਰ ਤੇ ਜ਼ਿੰਮੇਵਾਰੀ ਨੂੰ ਬੜੀ ਖੂਬਸੂਰਤੀ ਨਾਲ ਨਿਭਾ ਰਹੇ ਹਨ। ਇਹਨਾਂ ਦੀ ਰਹਿਨੁਮਾਈ ਵਿੱਚ ਅਧਿਆਪਕ ਦਾ ਰੁਤਬਾ ਬੱਚਿਆਂ ਦਾ ਭਵਿੱਖ ਹੋਰ ਵੀ ਰੁਸ਼ਨਾਵੇਗਾ। ਸੋ ਇਹ ਇੱਕ ਕੰਪਲੀਮੈਂਟ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਗਿਆ, ਜੋ ਕਿ ਫੇਸਬੁੱਕ ਦੇ ਉੱਤੇ ਸਾਡੇ ਕਿਸੇ ਦੋਸਤ ਨੇ ਸਾਂਝਾ ਕੀਤਾ। So we all proud of you. You are doing a great job. So next ਆਪਾਂ ਗੱਲ ਕਰਦੇ ਹਾਂ ਕਿ ਮੈਡਮ ਤੁਹਾਡੀ ਗੱਲ ਅੱਗੇ ਵਧਣ ਤੋਂ ਪਹਿਲਾਂ ਜਿਹੜੀ ਤੁਸੀਂ ਉਹਨੇ ਗੱਲ ਕੀਤੀ ਹੈ, ਮੇਰੇ ਯਾਦ ਆਈ ਹੈ ਹੁਣ। ਮੈਨੂੰ ਰਾਤ ਨੂੰ 10 ਵਜੇ ਤੱਕ ਹੀ, ਤੇ ਮੈਂ ਆਪ ਵੀ ਮਤਲਬ ਤੁਸੀਂ ਦੇਖ ਸਕਦੇ ਹੋ, ਮੈਂ 10-11 ਵਜੇ ਤੱਕ ਆਨਲਾਈਨ ਰਹਿਣਾ WhatsApp ਦੇ ਉੱਪਰ ਤੱਕ ਵੀਡੀਓਜ਼। ਸਾਡਾ ਇੱਕ ਚੈਨਲ ਬਣਿਆ ਹੋਇਆ, ਬਲੌਗਸ ਤੇ ਸਾਡੇ PMT ਜਾਂ BM ਕਰ ਰਹੇ ਨੇ, ਜ਼ਿਲ੍ਹੇ ਪੱਧਰ ਤੇ ਸਾਡੇ DM ਜਾਂ PTC ਜ਼ਿਲ੍ਹਾ ਕੋਆਰਡੀਨੇਟਰ ਕੰਮ ਕਰ ਰਹੇ ਆ। ਤੇ ਅਸੀਂ ਦੇਖਦੇ ਆ ਕਿ ਰਾਤ ਨੂੰ ਟੀਚਰ ਪਰਸਨਲ ਤੌਰ ਤੇ ਵੀ 10 ਵਜੇ ਤੱਕ ਵੀਡੀਓ ਬੱਚੇ ਦੀਆਂ ਬਣਾ ਕੇ ਭੇਜ ਰਹੇ ਆ। ਤਾਂ ਬੱਚੇ ਨੂੰ ਦੇਖਣੀ ਮਤਲਬ ਵੱਡੀ ਹੈਗੀ ਗੱਲ। ਜੇ ਮੈਂ ਆਪ ਦੀ ਗੱਲ ਕਰਾਂ ਤਾਂ ਮੈਂ ਮੇਰੀ ਕਲਾਸ ਚੋਂ ਇਕੱਲਾ ਹੀ ਸੀਗਾ ਜਿਹਨੇ ਇਹ 6ਵੀਂ ਦਿਖਾਈ ਸੀ। ਇੱਕ ਪੰਜਾਬੀ ਦੇ ਅਧਿਆਪਕ ਕੋਲੇ ਗਿਆ ਜੀ, ਸਾਡੇ ਕਹਿੰਦੇ ਭਾਸ਼ਣ ਪ੍ਰਤੀਯੋਗਤਾ ਹੋਣੀ ਆ ਤੇ ਉਹਦੇ ਵਿੱਚ ਜਾਣਾ। ਸਵੇਰ ਦੀ ਸਭਾ ਦੇ ਵਿੱਚ ਪ੍ਰਾਰਥਨਾ ਵੇਲੇ ਸਾਨੂੰ ਦੱਸਿਆ, ਮੇਰਾ ਜੀ ਮੈਂ ਵੀ ਬੋਲਾਂ, ਮੈਂ ਵੀ ਭਾਸ਼ਣ ਦੇਵਾਂ। ਤੇ ਉਹਨਾਂ ਨੇ ਮੇਰੇ ਕੱਦ ਦੇ ਅਨੁਸਾਰ ਦੇਖ ਕੇ ਇਹ ਕਹਿਤਾ, ਜਾਂ ਨਵਾਂ ਜਿਹਾ ਦੇਖ ਕੇ, ਕਿਉਂਕਿ ਮੈਂ ਪ੍ਰਾਇਮਰੀ ਕਿਸੇ ਹੋਰ ਥਾਂ ਤੇ ਕੀਤੀ ਸੀ, 6ਵੀਂ ਜਮਾਤ ਕਿਸੇ ਹੋਰ ਸਕੂਲ ਦਾਖਲ ਹੋਇਆ ਸੀਗਾ। ਕਹਿੰਦੇ ਜੀ ਕੋਈ ਨਹੀਂ, ਰਾਏ ਕਰਾਂਗੇ, ਪ੍ਰਿੰਸੀਪਲ ਸਾਹਿਬ ਤੋਂ ਪੁੱਛਾਂਗੇ। ਤੇ ਮੈਂ ਕਿਹਾ ਠੀਕ ਹੈ। ਮੈਨੇ ਆਖਿਆ ਪਤਾ ਨਹੀਂ ਪੁੱਛਣਗੇ ਕਿ ਨਹੀਂ, ਮੈਂ ਤਾਂ ਆਪ ਹੀ ਪ੍ਰਿੰਸੀਪਲ ਸਾਹਿਬ ਕੋਲ ਜਾ ਵੜਿਆ ਵੀ ਮੈਂ ਵੀ ਭਾਸ਼ਣ ਪ੍ਰਤੀਯੋਗਤਾ ਭਾਗ ਲੈਣਾ। ਕਹਿੰਦੇ ਬੇਟੇ ਲਓ, ਜ਼ਰੂਰ ਲਓ। ਮੈਂ 6ਵੀਂ ਦੇ ਵਿੱਚ ਪੂਰੀ ਕਲਾਸ 'ਚ ਪਹਿਲਾ ਬੰਦਾ ਸੀਗਾ ਵੀ ਜਿਹੜਾ ਇਸ ਕੰਮ ਲਈ ਅੱਗੇ ਆਇਆ ਸੀਗਾ। ਤੇ ਦੂਜੇ ਤਾਂ ਮੇਰੇ ਨਾਲ ਦੇ ਰਹਿ ਹੀ ਗਏ 39 ਜਣੇ, ਉਹਨਾਂ 'ਚ ਹਿੰਮਤ ਹੀ ਨਹੀਂ ਹੋਈ, ਜਾਂ ਉਹਨਾਂ 'ਚ ਇਹ ਨਹੀਂ ਪਿਆ ਵੀ ਉਹ ਜਾ ਕੇ ਅਧਿਆਪਕ ਨਾਲ ਗੱਲ ਕਰਨ। ਤੇ ਅੱਜ ਸਾਡਾ ਬਾਲਵਾੜੀ ਦਾ ਬੱਚਾ, ਸਾਡਾ LKG ਦਾ ਬੱਚਾ, UKG ਦਾ ਬੱਚਾ, ਪਹਿਲੀ ਦਾ ਬੱਚਾ ਬਹੁਤ ਸੋਹਣੀ ਐਕਟੀਵਿਟੀ ਕਰ ਰਿਹਾ। ਤੇ ਅਸੀਂ ਕਿੰਨੇ ਵਧੀਆ ਮੌਕੇ ਦੇ ਰਹੇ ਹਾਂ ਤੇ ਕਿੰਨੇ ਸ਼ਿੱਦਤ ਦੇ ਨਾਲ ਸਾਡੇ ਅਧਿਆਪਕ ਸਾਹਿਬਾਨ ਲੱਗੇ ਹੋਏ ਆ। ਉਹਨਾਂ ਨੂੰ ਇਹ ਹੁੰਦਾ ਕਿ ਮੇਰੀ ਜੋ ਵੀਡੀਓ ਆ ਉਹ ਫੇਸਬੁੱਕ ਤੇ ਪਵੇ, ਉਹ ਮੇਰੀ ਦਾ ਪ੍ਰਚਾਰ ਹੋਵੇ। ਉਹਨਾਂ ਦਾ ਇਹ ਮਤਲਬ ਨਹੀਂ ਹੁੰਦਾ ਕਿ ਮੈਂ ਉਹਦੇ ਵਿੱਚੋਂ ਝਲਕਦੀ ਆ। ਉਹਨਾਂ ਦਾ ਮਤਲਬ ਮੋਟਿਵ ਹੁੰਦਾ ਕਿ ਜੋ ਐਕਟੀਵਿਟੀ ਮੇਰੇ ਬੱਚੇ ਨੇ ਕੀਤੀ ਆ ਉਹ ਪੰਜਾਬ ਦੇ ਸਾਰੇ ਬੱਚਿਆਂ ਤੱਕ ਜਾਵੇ ਤੇ ਹੋਰ ਬੱਚੇ ਵੀ ਦੇਖ ਕੇ ਕਰ ਸਕਣ। ਸੋ ਇੱਕ ਇਹ ਇੰਨਾ ਵਧੀਆ ਮਤਲਬ ਮੈਂ ਸਮਝਦਾ ਹੈਗਾ ਸਾਨੂੰ ਸਾਧਨ ਮਿਲਿਆ ਬੱਚਿਆਂ ਨੂੰ ਅੱਗੇ ਲਿਆਉਣ ਦੇ ਲਈ। ਜਿੰਨੀ ਤਾਰੀਫ ਕੀਤੀ ਜਾਵੇ ਉਨੀ ਘੱਟ ਆ। ਜੀ ਸਰ, ਸਾਡੇ ਨਾਲ ਫੇਸਬੁੱਕ ਤੇ ਜੁੜੇ ਹੋਏ ਨੇ ਮੈਡਮ ਅਮਨਪ੍ਰੀਤ ਕੌਰ ਜੀ। ਉਹ ਕਹਿੰਦੇ ਨੇ ਕਿ ਹਰਪਾਲ ਸਰ ਜੀ, ਤੁਹਾਡੇ ਨਾਲ ਚਾਹੇ ਥੋੜਾ ਸਮਾਂ ਕੰਮ ਕੀਤਾ ਪਰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੁਸੀਂ ਸਾਡੇ ਲਈ ਰੋਲ ਮਾਡਲ ਹੋ। ਸੋ ਇੱਕ ਵਾਰ ਫਿਰ ਸਰ ਬਹੁਤ ਬਹੁਤ ਵਧਾਈ। ਜ਼ੂਮ ਦੇ ਉੱਤੇ ਇੱਕ ਕੁਐਸਚਨ ਆਇਆ ਹੈ ਜੀ ਕਿ ਮੇਰਾ ਸਵਾਲ ਹੈ, ਇਹ ਮਨਿੰਦਰ ਕੌਰ ਜੀ ਕੁਐਸਚਨ ਕਰ ਰਹੇ ਨੇ ਕਿ ਅਧਿਆਪਕਾਂ ਨੂੰ ਵੀ ਕਾਉਂਸਲਿੰਗ ਦੀ ਜ਼ਰੂਰਤ ਹੈ, ਕਿਉਂਕਿ ਇੱਕ ਅਧਿਆਪਕ ਦੀ ਨੀਂਦ ਉਦੋਂ ਉੱਡ ਜਾਂਦੀ ਹੈ ਜਦੋਂ ਉਸਦੇ ਦੁਆਰਾ ਕੀਤੇ ਗਏ ਯਤਨ ਕਈ ਵਾਰ ਅਸਫਲ ਹੋ ਜਾਂਦੇ ਹਨ। ਸੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਤੁਸੀਂ? ਅਧਿਆਪਕ ਤਾਂ ਖੁਦ ਹੀ ਰਾਹ ਦਰਸਾਵਾ ਹੁੰਦਾ ਜੀ। ਜੇ ਉਹ ਸਫਲ ਹੋ ਜਾਂਦਾ ਤਾਂ ਉਹਨੂੰ ਬਿਲਕੁਲ ਨਿਰਾਸ਼ ਨਹੀਂ ਹੋਣਾ ਚਾਹੀਦਾ। ਬਾਕੀ ਜੋ ਵੀ ਸਾਨੂੰ ਕੰਮ ਕਰ ਰਹੇ ਆ ਬੇਸਿਕਲੀ ਉਹ ਆਪਣੀ ਸੰਤੁਸ਼ਟੀ ਲਈ ਕਰ ਰਿਹਾ ਹੁੰਦਾ। ਕੋਈ ਵੀ ਵਿਅਕਤੀ ਆ, ਮੇਰੇ ਇੱਕ ਦੋਸਤ ਨੇ ਜੋ ਆਪਣੇ ਮਹਿਕਮੇ ਚੋਂ ਨਹੀਂ ਸੀਗੇ, ਬਾਹਰ ਮਹਿਕਮੇ 'ਚ ਉਹ ਵੀ ਬਹੁਤ ਕੰਮ ਕਰਦੇ ਸੀਗੇ। ਤਾਂ ਇੱਕ ਵਾਰੀ ਮੈਂ ਉਹਨਾਂ ਨਾਲ ਗੱਲ ਕੀਤੀ, ਉਹ ਮੈਨੂੰ ਕਹਿੰਦੇ ਵੀ ਤੂੰ ਵਿਭਾਗ ਲਈ ਕੰਮ ਕਰ ਰਿਹਾ, ਤੂੰ ਆਪਦੇ ਦਿਲ ਦੇ ਲਈ ਗੱਲ ਕਰ ਰਿਹਾ, ਕੰਮ ਕਰ ਰਿਹਾ, ਤੂੰ ਆਪਦੀ ਜ਼ਮੀਰ ਦੇ ਲਈ ਕੰਮ ਕਰ ਰਿਹਾ ਕਿ ਤੈਨੂੰ ਇਹਦੇ ਨਾਲ ਸੰਤੁਸ਼ਟੀ ਮਿਲਦੀ ਹੈ, ਤੈਨੂੰ ਰਾਤ ਨੂੰ ਨੀਂਦ ਸੌਖੀ ਆ ਜਾਂਦੀ ਹੈ, ਤਾਂ ਕੰਮ ਕਰਦਾ, ਤੂੰ ਕਿਸੇ ਦੇ ਦਿਖਾਵੇ ਲਈ ਨਹੀਂ ਕਰਦਾ। ਸੋ ਸਾਡੇ ਅਧਿਆਪਕ ਵੀ ਕੋਈ ਦਿਖਾਵੇ ਲਈ ਨਹੀਂ ਕੰਮ ਕਰਦੇ ਹੁੰਦੇ ਤੇ ਕੰਮ ਜਦੋਂ ਕਰਾਂਗੇ ਅਸੀਂ ਸਫਲ ਉਦੋਂ ਹੀ ਹੋਵਾਂਗੇ, ਨਹੀਂ ਤਾਂ ਅਸੀਂ ਸਫਲ ਹੈਗੇ ਹੀ ਆ ਜੇ ਕੰਮ ਨਾ ਕਰਾਂਗੇ। ਸੋ ਕਾਉਂਸਲਿੰਗ ਕਰਨ ਦੀ ਮੈਨੂੰ
ਲੱਗਦਾ ਥੋੜੀ ਵਾਲੀ ਕੋਈ ਜ਼ਰੂਰਤ ਆ। ਅਧਿਆਪਕ ਇੰਨੇ ਮਜ਼ਬੂਤ ਹੁੰਦੇ ਆ, ਸਿਆਣੇ ਵੀ ਹੁੰਦੇ ਆ, ਲੰਬਾ ਤਜਰਬਾ ਵੀ ਹੁੰਦਾ। ਘਬਰਾਉਣ ਦੀ ਕੋਈ ਲੋੜ ਨਹੀਂ। ਅਸੀਂ ਆਪਦੇ ਜ਼ਮੀਰ ਦੇ ਲਈ ਕੰਮ ਕਰਦੇ ਹਾਂ, ਦਿਲ ਦੇ ਲਈ ਕੰਮ ਕਰਦੇ ਹਾਂ। ਕੋਈ ਨਹੀਂ, ਜੇ ਕੋਈ ਨਹੀਂ ਸਾਨੂੰ ਪੁੱਛਦਾ ਤਾਂ ਵੀ ਕੋਈ ਨਹੀਂ, ਜੇ ਪੁੱਛ ਲੈਂਦਾ ਤਾਂ ਵੀ ਕੋਈ ਨਹੀਂ। ਜੀ ਬਿਲਕੁਲ। ਜਦੋਂ ਕੋਈ ਵੀ ਕੰਮ ਹੈ ਸਰ, ਅਧਿਆਪਨ ਹੀ ਨਹੀਂ, ਆਪਾਂ ਹੋਰ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਦੀ ਗੱਲ ਕਰੀਏ, ਕੋਈ ਵੀ ਕੰਮ ਜਦੋਂ ਅਸੀਂ ਸ਼ਿੱਦਤ ਨਾਲ ਕਰਦੇ ਹਾਂ ਤਾਂ ਸਾਨੂੰ ਕਈ ਵਾਰੀ ਉਹਦੇ ਰਿਜ਼ਲਟ ਦੀ ਵੀ ਫਿਕਰ ਨਹੀਂ ਹੁੰਦੀ। ਅਸੀਂ ਜੇ ਅਸਫਲ ਵੀ ਹੋ ਜਾਂਦੇ ਹਾਂ ਤਾਂ ਜੇਕਰ ਸਾਡੇ ਅੰਦਰ ਇੱਛਾ ਹੈਗੀ ਆ, ਵਿਲ ਪਾਵਰ ਹੈ, ਤਾਂ ਅਸੀਂ ਉਸਨੂੰ ਦੁਬਾਰਾ ਫੇਰ ਕਰਦੇ ਹਾਂ। ਸੋ ਇਸ ਲਈ ਮੈਂ ਆਪਣੇ ਪੂਰੇ ਅਧਿਆਪਕ ਵਰਗ ਨੂੰ ਵੀ ਬਹੁਤ ਬਹੁਤ ਵਧਾਈ ਦਿੰਦੀ ਹਾਂ, ਕਿਉਂਕਿ ਪਿਛਲੇ ਸਾਲ ਕਰੋਨਾ ਦੇ ਸਮੇਂ ਵਿੱਚ ਵੀ ਔਰ ਪ੍ਰੈਜ਼ੈਂਟਲੀ ਵੀ ਟੀਚਰ ਬਹੁਤ ਵਧੀਆ ਜੌਬ ਨਿਭਾ ਰਹੇ ਨੇ। ਨਿਤ ਨਵੀਂ ਟੈਕਨੋਲੋਜੀ ਦੇ ਨਾਲ ਜੁੜ ਕੇ ਵੀਡੀਓਜ਼, ਰੇਡੀਓ ਪ੍ਰੋਗਰਾਮਸ, ਡੀਡੀ ਪੰਜਾਬੀ ਤੇ ਪ੍ਰੋਗਰਾਮ, ਸੋ ਹੁਣ ਜਿਹੜਾ ਹਫਤਾਵਾਰ ਸਲਾਈਡ ਆ ਰਹੀ ਹੈ, ਬਹੁਤ ਹੀ ਜ਼ਿਆਦਾ ਹੰਭਲੇ ਮਾਰ ਕੇ ਕੋਸ਼ਿਸ਼ਾਂ ਕਰ ਰਹੇ ਹਨ। ਪਰ ਜੇਕਰ ਕਿਸੇ ਨੂੰ ਇਸ ਤਰ੍ਹਾਂ ਲੱਗਦਾ ਵੀ ਹੈ ਮਾਨਸਿਕ ਤੌਰ ਦੇ ਉੱਤੇ ਕਿ ਕਾਉਂਸਲਿੰਗ ਦੀ ਜ਼ਰੂਰਤ ਹੈ, ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਿਹੜਾ ਹੈ ਪੋਜ਼ਿਟਿਵ ਐਟੀਟਿਊਡ ਅਪਣਾਉਣ ਦੀ ਲੋੜ ਹੈ ਥੋੜੀ ਜਿਹੀ। ਸਿਰਜਣਾਤਮਕ ਸਿੱਖਿਆ ਸੰਸਾਰ ਨਾਲ ਜੁੜ ਜੇ ਜੀ, ਲੋੜ ਨਹੀਂ ਪੈਣੀ। ਜੀ ਬਿਲਕੁਲ। ਜੀ ਤੁਸੀਂ ਸਾਰੇ ਵਿਚਾਰ ਚਰਚਾ ਦਾ ਨਿਚੋੜ ਕਰ ਦਿੱਤਾ ਸਰ। ਡੈਫੀਨੇਟਲੀ ਅਸੀਂ ਆਪਣੇ ਸਾਰੇ ਗਰੁੱਪ ਮੈਂਬਰ ਜਿਹੜੇ ਜੁੜੇ ਹੋਏ ਹਨ ਉਹਨਾਂ ਤੇ ਵੀ ਬਹੁਤ ਮਾਣ ਮਹਿਸੂਸ ਕਰਦੇ ਹਾਂ, ਕਿਉਂਕਿ ਇਹ ਮੰਚ ਇਸ ਟਾਈਮ ਸਿਰਫ ਅਧਿਆਪਕਾਂ ਲਈ ਨਹੀਂ, ਉਹਨਾਂ ਦੇ ਵਿਦਿਆਰਥੀਆਂ ਦੇ ਲਈ ਵੀ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਕਿ ਨਿਤ ਨਵੀਆਂ ਵਿਦਿਆਰਥੀਆਂ ਦੀਆਂ ਜਿਹੜੀਆਂ ਕ੍ਰੀਏਟੀਵਿਟੀਜ਼, ਕਲਾਕ੍ਰਿਤੀਆਂ, ਡਰਾਇੰਗਸ ਕਹਿ ਲਈਏ ਜਾਂ ਆਪਾਂ ਕਵਿਤਾਵਾਂ, ਕਹਾਣੀਆਂ ਕਹਿ ਲਈਏ, ਉਹ ਦੇਖਣ ਨੂੰ ਮਿਲਦੀਆਂ। ਤੇ ਬੱਚਿਆਂ ਦੁਆਰਾ ਬਣਾਈਆਂ ਗਈਆਂ ਕਲਾਕ੍ਰਿਤੀਆਂ ਨੂੰ ਇੱਥੇ ਵਾਲਪੇਪਰ ਅਸਾਈਨ ਕੀਤਾ ਜਾਂਦਾ ਹੈ, ਜਿਹਦੇ ਨਾਲ ਬੱਚਿਆਂ ਦਾ ਹੌਸਲਾ ਅਫਜ਼ਾਈ ਜਿਹੜੀ ਹੋਰ ਵੱਧਦੀ ਹੈ। ਸੋ ਆਓ ਅਸੀਂ ਸਾਰੇ ਇਸ ਮੁਹਿੰਮ ਦੇ ਵਿੱਚ ਜੁੜੀਏ, ਇਸ ਗਰੁੱਪ ਨੂੰ ਹੋਰ ਹੀ ਮਾਸ਼ਾਅੱਲਾ ਬਹੁਤ ਜ਼ਿਆਦਾ ਵਧਾਈਏ ਤੇ ਮੈਂਬਰ ਜਿਹੜੇ ਆ ਹੋਰ ਜ਼ਿਆਦਾ ਜੋੜੀਏ। ਹਾਂਜੀ ਵਾਰਿਕ ਸਰ, ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਸਰਵੇ ਇਹ ਸ਼ੋ ਕਰਦਾ ਹੈ ਕਿ ਵਾਇਰਸ ਦੇ ਦੌਰਾਨ, ਇਸ ਪੈਂਡੇਮਿਕ ਟਾਈਮ ਦੇ ਦੌਰਾਨ ਜਿਹੜੀ ਐਨਰੋਲਮੈਂਟ ਹੈ ਬੱਚਿਆਂ ਦੀ, ਉਹ ਗਵਰਨਮੈਂਟ ਸਕੂਲਸ ਦੇ ਵਿੱਚ ਬਹੁਤ ਜ਼ਿਆਦਾ ਵਧੀ ਹੈ, ਨੋ ਡਾਊਟ ਵਧੀ ਹੈ, ਬਟ ਉਹਨਾਂ ਦਾ ਕਹਿਣਾ ਇਹ ਆ ਕਿ ਪ੍ਰਾਈਵੇਟ ਸਕੂਲਸ ਤੋਂ ਜ਼ਿਆਦਾ ਬੱਚੇ ਹਟ ਕੇ ਆਏ ਆ। ਸੋ ਫਰੈਸ਼ਰ ਜਿਹੜੇ ਆ ਉਹ ਤਾਂ ਆਏ ਹੀ ਨੇ, ਨਾਲ ਦੀ ਨਾਲ ਅਸੀਂ ਇਹ ਕਹੀਏ ਕਿ ਪ੍ਰਾਈਵੇਟ ਸਕੂਲਸ ਤੋਂ ਸਟਰਕ ਆਫ ਹੋ ਕੇ ਗਵਰਨਮੈਂਟ ਸਕੂਲਸ ਦੇ ਵਿੱਚ ਐਨਰੋਲਮੈਂਟਸ ਜਿਹੜੀ ਆ ਬਹੁਤ ਜ਼ਿਆਦਾ ਲੈਵਲ ਤੱਕ ਇਨਕਰੀਜ਼ ਹੋਈ ਆ। ਸੋ ਇਹਦੇ ਪਿੱਛੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਦਾ ਸਿਹਰਾ ਕਿਹਦੇ ਸਿਰ ਜਾਂਦਾ ਹੈ, ਜਾਂ ਕਿਹਦਾ ਕ੍ਰੈਡਿਟ ਜਿਹੜਾ ਆਪਾਂ ਕਿਹਨੂੰ ਦੇ ਸਕਦੇ ਹਾਂ? ਅਧਿਆਪਕ ਸਾਹਿਬਾਨ ਨੂੰ ਜਾਊਗਾ ਜੀ, ਉਹਨਾਂ ਨੇ ਯਤਨ ਕੀਤਾ। ਇੱਕ ਲਫ਼ਜ਼ ਤਾਂ ਇਹੀ ਆ, ਜੇ ਇੱਕ ਲਫ਼ਜ਼ 'ਚ ਗੱਲ ਨਿਬੇੜਨੀ ਹੋਵੇ, ਜੇ ਥੋੜਾ ਜਿਹਾ ਇਹਨੂੰ ਵਿਸਥਾਰ ਦੇਣਾ ਹੋਵੇ ਤਾਂ ਕਈ ਵਾਰੀ ਅਸੀਂ ਕੰਮ ਕਰਦੇ ਹੁੰਦੇ ਆ, ਉਹਦਾ ਪ੍ਰਚਾਰ ਪ੍ਰਸਾਰ ਨਹੀਂ ਕਰਦੇ। ਮਤਲਬ ਉਹ ਇੱਕ ਸਕੂਲ ਪੱਧਰ ਤੇ ਰਹਿ ਸਕਦਾ ਹੁੰਦਾ। ਜਿਵੇਂ ਗੁਰਨੈਬ ਨੇ ਦੱਸਿਆ ਕਿ ਜਿਹੜਾ ਸਮਾਰਟ ਸਕੂਲ ਦਾ ਕੰਸੈਪਟ ਆਇਆ, ਤਾਂ ਸ਼ਾਇਦ ਇਹ ਬਹੁਤ ਪੁਰਾਣਾ ਕੰਸੈਪਟ ਆ। ਮੈਂ 1999 ਜਦੋਂ ਮੈਂ ਸਕੂਲ ਦੇ ਪਹਿਲੇ ਸਕੂਲ, ਦੂਜੇ ਸਕੂਲ 'ਚ ਗਿਆ ਮੈਂ, ਤਾਂ ਸਕੂਲ ਦੇ ਕੰਮ ਨਾਲ ਰੂੜੀਆਂ ਲੱਗੀਆਂ ਹੋਈਆਂ ਸੀ। ਤਾਂ ਮਤਲਬ ਮੈਂ ਕਿਹਾ ਵੀ ਇਹ ਤਾਂ ਸਮੈਲ ਆਉਂਦੀ ਹੈ ਇੱਥੋਂ। ਉਹ ਕਹਿੰਦੇ ਨਹੀਂ, ਤੈਨੂੰ ਆਉਂਦੀ ਆ, ਹਟ ਜੂਗੀ, ਕਹਿੰਦੇ ਮਜ਼ਾਕ 'ਚ, ਕਹਿੰਦੇ ਸਾਨੂੰ ਤਾਂ ਹਟ ਗਈ, ਕਹਿੰਦੇ। ਪਰ ਮੈਨੂੰ ਇਹ ਚੰਗਾ ਨਹੀਂ ਲੱਗਿਆ। ਤਾਂ ਮੇਰੇ ਯਾਦ ਆ ਕਿ ਅਸੀਂ ਕੁਛ ਪੈਸੇ 2600 ਰੁਪਇਆ ਉਸ ਸਮੇਂ ਸਕੂਲ 'ਚ ਲਾਇਆ, ਤੇ ਫਿਰ ਮੈਂ ਪਤਾ ਕੀਤਾ ਕਿ ਪੈਸੇ ਹੋਰ ਕਿੱਥੋਂ ਕਰੀਏ, ਕਿਉਂਕਿ ਜਿਸ ਤਰ੍ਹਾਂ ਅੱਜ ਕੱਲ੍ਹ ਦਾਨੀ ਸੱਜਣਾ ਤੋਂ ਲੈਂਦੇ ਆ, ਕੋਈ ਉਸ ਸਮੇਂ ਇਸ ਤਰ੍ਹਾਂ ਦੇ ਰੁਝਾਨ ਨਹੀਂ ਸੀਗੇ, ਆਪਦੇ ਪੱਧਰ ਤੇ ਕਰ ਕੁਰ ਲੈਂਦੇ ਸੀ ਰਲ ਕੇ। ਤਾਂ ਮੈਨੂੰ ਕਿਸੇ ਨੇ ਦੱਸਿਆ ਵੀ 75% ਆ ਜਿਹੜੇ ਪੈਸੇ ਉਹ ਕਿਸੇ ਫੰਡ ਚੋਂ ਨਿਕਲਦੇ ਆ, ਅਮਲਗਾਮੇਟਡ ਫੰਡ ਚੋਂ। ਸੋ ਸਾਡੇ ਜਸਵੰਤ ਸਿੰਘ ਦਾਨੀ ਡੀਓ ਸੀ, ਉਹਨਾਂ ਤੱਕ ਮਤਲਬ ਗੇੜੇ ਗੂੜੇ ਮਾਰ ਕੇ ਇੱਕ ਦੋ ਆਪਦੀ ਗੱਲ ਰੱਖ ਕੇ ਉਹ ਪੈਸੇ ਲੈ ਕੇ ਆਉਂਦੇ ਆ। ਤੇ ਜਿਹੜੀ ਮੈਂ ਇਹ ਗੱਲ ਕਰ ਰਿਹਾ ਸੀ, ਇੱਕ ਸਕੂਲ ਦੀ ਗੱਲ ਸੀ ਮੇਰੇ ਆਪ ਦੀ, ਮੈਂ ਉਹਨੂੰ ਕਿਤੇ ਬਾਹਰ ਨਹੀਂ ਲੈ ਕੇ ਗਿਆ ਸੀ। ਫਿਰ ਮੈਂ ਉਹ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਉਹ ਰੂੜੀਆਂ ਚਕਾ ਕੇ ਉੱਥੇ ਅਸੀਂ ਮਤਲਬ ਕੰਡਿਆਂ ਵਾਲੀ ਤਾਰ ਲਾ ਕੇ, ਤਾਂ ਉੱਥੇ ਫੁੱਲਾਂ ਦੀ ਲਾਈ। ਮੇਰੇ ਨਾਲ ਅਸ਼ੋਕ ਕੁਮਾਰ ਜੀ ਸੀਗੇ ਸਾਡੇ ਟੀਚਰ, ਉਹ ਕਹਿੰਦੇ ਹਰਪਾਲ ਯਾਰ ਆਪਣੀ ਬਦਲੀ ਕਦੇ ਹੋ ਜਾਊਗੀ, ਆਪਾਂ ਕਦੇ ਪ੍ਰਮੋਟ ਹੋ ਜਾਾਂਗੇ, ਆਪਾਂ ਇੱਥੇ ਪੱਕੇ ਦਰਖਤ ਲਾਈਏ। ਤਾਂ ਉਹਨਾਂ ਨੇ 2-3 ਪੱਕੇ ਦਰਖਤ ਮਤਲਬ ਭਾਵ ਰੁੱਖ ਲਾਏ ਆ, ਵੀ ਫੇਰ ਵੀ ਸਾਡੀ ਥਾਂ ਤੇ ਕਬਜ਼ਾ ਨਾ ਹੋ ਜੇ, ਦੁਆਰੇ ਰੂੜੀਆਂ ਨਾ ਲੱਗ ਜਾਣ। ਸੋ ਇੱਕਾ ਦੁੱਕਾ ਜਿਹੜੇ ਯਤਨ ਅਧਿਆਪਕ ਸਾਹਿਬਾਨ ਵੱਲੋਂ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਕੀਤੇ ਹੋਣੇ ਆ। ਫਿਰ ਮੈਂ ਅਪਰ ਪ੍ਰਾਇਮਰੀ ਦੇ ਵਿੱਚ ਆਇਆ, ਮਿਡਲ ਸਕੂਲ 'ਚ, ਉੱਥੇ ਉਸ ਸਮੇਂ ਦੇ ਵਿੱਚ ਸਮਾਰਟ ਸਕੂਲ ਦਾ ਨਾਮ ਮੈਨੂੰ ਮੈਥ ਕਾਰਨਰ ਦਾ ਪਤਾ ਸੀ, ਪਰ ਜਿੰਨਾ ਕੁਛ ਅੱਜ ਮੈਥ ਦੇ ਬਣਾਏ ਜਾਂਦੇ ਆ ਸਾਡੇ ਪਾਰਕ, ਉਹ ਸਾਰੇ ਅੱਜ 2012 ਦੇ ਵਿੱਚ ਜਾਂ 13 ਦੇ ਵਿੱਚ ਬਣ ਗਏ ਸੀਗੇ। ਲਾਇਬ੍ਰੇਰੀ ਦੇ ਵਿੱਚ ਕਾਰਪੈਟ ਛਪ ਗਿਆ ਸੀ, ਸ਼ੈਲਫਾਂ ਬਣ ਗਈਆਂ ਸੀਗੀਆਂ, RO ਲੱਗ ਗਿਆ ਸੀ, ਵਾਟਰ ਕੂਲਰ ਲੱਗ ਗਿਆ ਸੀ।
ਸਾਰੇ ਨੂੰ ਪਲਾਸਟਿਕ ਪੇਂਟ ਕਰਾਇਆ ਸੀਗਾ। ਸੋ ਇੱਕਾ ਦੁੱਕਾ ਯਤਨ ਹੋ ਰਹੇ ਸੀ ਤੇ ਹੁਣ ਇਹ ਯਤਨ ਵੱਡੇ ਪੱਧਰ ਤੇ ਸਾਰੇ ਅਧਿਆਪਕ ਸਾਹਿਬਾਨ ਨੇ ਕੀਤੇ ਆ ਤੇ ਇਹਨਾਂ ਯਤਨਾਂ ਦੇ ਨਾਲ ਪ੍ਰਚਾਰ ਪ੍ਰਸਾਰ ਵੀ ਹੋਇਆ। ਸੋ ਇਹ ਪ੍ਰਚਾਰ ਪ੍ਰਸਾਰ ਨੇ ਜਿੱਥੇ ਸਾਡੇ ਦਾਖਲਾ ਵਧਾਉਣ ਦੇ ਵਿੱਚ ਮਦਦ ਕੀਤੀ ਆ, ਉੱਥੇ ਕੋਵਿਡ ਦੇ ਦੌਰਾਨ ਮਾਪਿਆਂ ਦੀ ਜਿਹੜੀ ਆਮਦਨ ਵੀ ਘਟ ਗਈ ਸੀ। ਪ੍ਰਾਈਵੇਟ ਸਕੂਲਾਂ ਵਾਲੇ ਨੇ ਉਸ ਤਰ੍ਹਾਂ ਹੀ ਜ਼ੋਰ ਦੇ ਹੀ ਰੱਖਿਆ ਵੀ ਸਾਨੂੰ ਫੀਸਾਂ ਕਿਤੇ ਮਰਜ਼ੀ ਲੈ ਕੇ ਦਿਓ। ਸੋ ਕੁਛ ਮਾਪੇ ਇਹ ਵੀ ਸੀਗੇ ਕਿ ਉਹ ਤੰਗੀ ਤੁਰਸ਼ੀ ਦੇ ਵਿੱਚ ਫੀਸ ਨਹੀਂ ਭਰ ਸਕਦੇ ਸੀ, ਉਹ ਬੱਚੇ ਵੀ ਸਾਡੇ ਵਾਲੇ ਪਾਸੇ ਆਏ ਆ। ਤੇ ਇਸ ਤੋਂ ਵੱਡੀ ਗੱਲ ਕਿ ਪਿਛਲੇ ਸਾਲਾਂ ਦੇ ਵਿੱਚ ਸਾਡੇ ਸਕੂਲਾਂ ਦੇ, ਸਰਕਾਰੀ ਸਕੂਲਾਂ ਦੇ ਰਿਜ਼ਲਟ ਆ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਰਹੇ ਆ। ਤਾਂ ਇਹ ਜਿਹੜੀਆਂ ਚੰਗੀਆਂ ਪੋਜ਼ਿਟਿਵ ਗੱਲਾਂ ਅਧਿਆਪਕ ਸਾਹਿਬਾਨ ਨੇ ਹੰਭਲਾ ਮਾਰਿਆ ਸੀ, ਉਹਨੂੰ ਜਦੋਂ ਲੋਕਾਂ ਦੇ ਵਿੱਚ ਲੈ ਕੇ ਗਏ ਆ ਤਾਂ ਉਹਦਾ ਇੰਪੈਕਟ ਚੰਗਾ ਪਿਆ। ਤੇ ਇਹਦਾ ਜਿਹੜਾ ਸਮੁੱਚਾ ਸਿਹਰਾ ਉਹ ਮੈਂ ਫਿਰ ਅਖੀਰ ਤੇ ਅਧਿਆਪਕ ਸਾਹਿਬਾਨ ਨੂੰ ਦਿੰਨਾ ਕਿ ਲਗਾਤਾਰ 2 ਸਾਲਾਂ ਦੇ ਵਿੱਚ 14% ਬੱਚਿਆਂ ਦੀ ਗਿਣਤੀ ਦੋਨੇ ਸਾਲ ਵਧਾਈ ਆ ਤੇ ਅਸੀਂ ਲਗਭਗ ਦੇਸ਼ ਦੇ ਜਿਹੜੇ ਟੌਪਰ ਸੂਬੇ ਆ ਉਹਨਾਂ ਦੇ ਵਿੱਚ ਰਹੇ ਆ। ਜੀ ਬਹੁਤ ਖੁਸ਼ੀ ਹੋਈ ਸਰ ਇਹ ਜਾਣ ਕੇ ਕਿ 2013 ਦੇ ਵਿੱਚ ਹੀ ਤੁਸੀਂ ਸਮਾਰਟ ਸਕੂਲ ਪੈਰਾਮੀਟਰਸ ਜਿਹੜੇ ਆ ਪੂਰੇ ਕਰ ਲਏ ਸੀ। ਸੋ ਚਾਹੇ ਉਹ ਆਰਓ ਹੋਵੇ, ਚਾਹੇ ਉਹ ਪਲਾਸਟਿਕ ਪੇਂਟ ਹੋਵੇ ਐਂਡ ਐਜੂਕੇਸ਼ਨਲ ਪਾਰਕਸ ਦੀ ਗੱਲ ਹੋਵੇ। ਸੋ ਇਹ ਗੱਲ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਕਿ ਜੇ ਹਿੰਮਤ ਹੋਵੇ ਤਾਂ ਇਨਸਾਨ ਦੇ ਵਿੱਚ ਕਰਨ ਦਾ ਜਜ਼ਬਾ ਹੋਵੇ ਤਾਂ ਵਾਕਈ ਉਸ ਨੂੰ ਕੋਈ ਗ੍ਰਾਂਟ ਜਾਂ ਕਿਸੇ ਵੀ ਹੈਲਪ ਦੀ ਜਿਹੜੀ ਆ ਤਾਂਘ ਨਹੀਂ ਹੁੰਦੀ। ਸੋ ਜਜ਼ਬੇ ਦੇ ਨਾਲ ਕੋਈ ਵੀ ਹੀਲਾ ਵਸੀਲਾ ਜਿਹੜਾ ਇਨਸਾਨ ਉਹ ਬਣਾ ਲੈਂਦਾ ਆ। ਇਹਦੇ ਵਿੱਚ ਆਪਾਂ ਇਹ ਵੀ ਜਿੱਥੇ ਤੱਕ ਮੇਰਾ ਖਿਆਲ ਹੈ, ਮੈਨੂੰ ਇਹ ਲੱਗਦਾ ਹੈ ਕਿ ਇਸ ਟਾਈਮ ਦੇ ਵਿੱਚ ਜਦੋਂ ਸਕੂਲ ਬੰਦ ਸੀ, ਸੋ ਸਾਡੇ ਵਿਭਾਗ ਨੇ ਬਹੁਤ ਹੀ ਸ਼ਲਾਘਾਯੋਗ ਜਿਹੜਾ ਹੰਭਲਾ ਮਾਰਿਆ ਕਿ ਆਨਲਾਈਨ ਕੰਮ ਜਿਹੜਾ ਆ ਹਰ ਬੱਚੇ ਤੇ ਅਪਰੋਚ ਤੇ ਤੱਕ ਪਹੁੰਚਦਾ ਰਿਹਾ ਕਿ ਪ੍ਰਾਈਵੇਟ ਸਕੂਲਸ ਵਾਲੇ ਜਿਹੜੇ ਬੱਚੇ ਜਿਹੜੇ ਪੇਰੈਂਟਸ ਕੰਪਲੇਨ ਹੁੰਦੀ ਸੀ ਕਿ ਕੰਮ ਨਹੀਂ ਆਉਂਦਾ ਬਟ ਅਸੀਂ ਫੀਸ ਪੂਰੀ ਪੇ ਕਰਦੇ ਹਾਂ, ਬਟ ਵਿਭਾਗ ਵੱਲੋਂ ਜਿਹੜਾ ਕੰਮ ਭੇਜਿਆ ਜਾਂਦਾ ਸੀ ਉਹ ਕਾਬਲੇ ਤਾਰੀਫ ਸੀ। ਬਕਾਇਦਾ ਇੰਗਲਿਸ਼ ਮੀਡੀਅਮ ਔਰ ਪੰਜਾਬੀ ਮੀਡੀਅਮ ਦੇ ਵਿੱਚ ਮਾਰਨਿੰਗ ਅਸੈਂਬਲੀ ਔਰ ਦੋਨੋਂ ਮੀਡੀਅਮਸ ਦੇ ਵਿੱਚ ਜਿਹੜਾ ਆ ਹਰ ਸਬਜੈਕਟ ਨੂੰ ਕੰਸੀਡਰ ਕਰਦੇ ਹੋਏ ਐਂਡ ਇਨ ਦਾ ਲਾਸਟ ਜਿਹੜਾ ਰਿਟਨ ਵਰਜ਼ਨ ਦੇ ਵਿੱਚ ਵੀ ਲਿਖਤੀ ਰੂਪ ਦੇ ਵਿੱਚ ਵੀ ਕੰਮ ਆਉਣ ਲੱਗ ਪਿਆ ਸੀ। ਸੋ ਇਸ ਤੋਂ ਉੱਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਜਿਹੜਾ ਹੋਰ ਆਪਾਂ ਅਲਟਰਨੇਟ ਜਾਂ ਸੋਲੂਸ਼ਨ ਕੋਈ ਵੀ ਦੇਖ ਸਕਦੇ ਸੀ। ਸੋ ਇਹ ਵੀ ਕਾਰਨ ਰਿਹਾ ਕਿ ਬੱਚੇ ਜਿਹੜੇ ਆ ਉਹ ਖਿੱਚੇ ਆਏ ਕਿਉਂਕਿ ਮਾਪਿਆਂ ਨੇ ਜਿਹੜਾ ਕੰਪੈਰੀਜ਼ਨ ਕੀਤਾ ਤੇ ਫਰਕ ਵੀ ਦੇਖਿਆ। ਸੋ ਸਾਡੇ ਨਾਲ ਜੁੜੇ ਹੋਏ ਆ ਜੀ ਫੇਸਬੁੱਕ ਦੇ ਉੱਤੇ ਸਰਬਜੀਤ ਭੁੱਲਰ ਮੈਮ, ਉਹ ਕਹਿ ਰਹੇ ਨੇ ਕਿ ਹਰਪਾਲ ਸਰ ਜੀ ਵਿੱਚ ਕੰਮ ਕਰਨ ਤੇ ਕਰਵਾਉਣ ਦਾ ਜਜ਼ਬਾ ਵੀ ਬੜਾ ਕਮਾਲ ਦਾ ਹੈ। ਸਰ ਕੰਮ ਕਰਨ ਦਾ ਤਾਂ ਅਸੀਂ ਸੁਣ ਲਿਆ, ਹੁਣ ਤੁਸੀਂ ਸਾਨੂੰ ਕੰਮ ਕਰਵਾਉਣ ਵਾਲੀ ਕੋਈ ਘਟਨਾ ਜ਼ਰੂਰ ਸੁਣਾਓ ਵੀ ਤੁਸੀਂ ਅੱਗੇ ਹੋ ਕੇ ਨਾਲ ਲਾ ਕੇ ਬਾਕੀਆਂ ਨੂੰ ਤੋੜ ਕੇ ਵੀ ਕੋਈ ਕੰਮ ਇਹੋ ਜਿਹਾ ਨੇਪਰੇ ਚਾੜਿਆ ਹੋਵੇ। ਇਹ ਭੁੱਲਰ ਮੈਮ ਜੀ ਕਹਿ ਰਹੇ ਨੇ। ਮੈਡਮ ਇਹ 'ਚ 2 ਗੱਲਾਂ ਹੀ ਮੈਂ ਕਰੂੰਗਾ। ਇੱਕ ਤਾਂ ਜਦੋਂ ਮੈਂ ਬਠਿੰਡੇ ਵੀ ਕੰਮ ਕਰਦਾ ਸੀ, ਚਾਹੇ ਮੈਂ ਸਕੂਲ ਦੇ ਵਿੱਚ ਵੀ ਕੰਮ ਕਰਦਾ ਸੀ, ਤਾਂ ਹਮੇਸ਼ਾ ਮੈਂ ਮਤਲਬ ਬਹੁ ਗਿਣਤੀ ਦਾ ਸਤਿਕਾਰ ਕਰਦਾ ਹੁੰਦਾ ਸੀਗਾ। ਜੇ ਬਠਿੰਡੇ ਦੇ ਵਿੱਚ ਅਸੀਂ 7 ਮੈਂਬਰ ਸੀਗੇ, ਬਲਾਕ ਲੈਵਲ ਦੇ ਕੁਛ ਮੈਂ ਆਪ ਸੀਗਾ, ਤਾਂ ਅਸੀਂ ਕੋਈ ਵੀ ਫੈਸਲਾ ਕਰਦੇ ਸੀ ਤਾਂ 7 ਦੀ ਸਹਿਮਤੀ ਦੇ ਨਾਲ ਕਰਦੇ ਸੀ। ਜੇ ਦੂਜੇ ਪਾਸੇ ਸਾਡੇ BMT 4 ਹੋ ਜਾਂਦੇ ਸੀ ਤੇ ਮੈਂ ਘੱਟ ਗਿਣਤੀ 'ਚ ਰਹਿ ਜਾਂਦਾ ਸੀ ਤਾਂ ਉਹਨਾਂ ਦਾ ਫੈਸਲਾ ਹੀ ਲਾਗੂ ਹੁੰਦਾ ਸੀਗਾ। ਇਹੀ ਗੱਲ ਸਕੂਲ ਦੇ ਵਿੱਚ ਆ ਤੇ ਇਹੀ ਮੈਂ ਅਪਣਾਈ ਹੋਈ ਆ। ਜਦੋਂ ਅਸੀਂ ਬਹੁ ਗਿਣਤੀ ਦੀ ਗੱਲ ਦਾ ਸਤਿਕਾਰ ਕਰੀਏ ਤਾਂ ਉਦੋਂ ਕੰਮ ਸਾਡਾ ਹੋਣਾ ਹੀ ਹੁੰਦਾ। ਤੇ ਦੂਸਰਾ ਵਾਕਈ ਇਹ ਗੱਲ ਕਿਸੇ ਦਾ ਕਥਨ ਸਹੀ ਆ ਕਿ ਕੰਮ ਕਰਨਾ ਸੌਖਾ ਹੁੰਦਾ ਤੇ ਕਰਵਾਉਣਾ ਔਖਾ ਹੁੰਦਾ। ਸੋ ਕਈ ਵਾਰੀ ਟੀਮ ਵਰਕ ਦੇ ਵਿੱਚ ਦੇਖਦੇ ਹੁੰਦੇ ਆ ਕਿ ਇੱਕ ਮੈਂਬਰ ਦੂਜੇ ਦੀ ਗੱਲ ਨੂੰ ਪਸੰਦ ਨਹੀਂ ਕਰਦਾ, ਦੂਜਾ ਪਹਿਲੇ ਦਿਨ ਹੀ ਨਹੀਂ ਕਰਦਾ, ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਇੱਕ 5ਵੀਂ ਜਮਾਤ ਸੀ ਜਾਂ ਸ਼ਾਇਦ ਕੋਈ ਦੂਜੀ ਤੀਜੀ ਜਮਾਤ ਪ੍ਰਾਇਮਰੀ 'ਚ ਇੱਕ ਕਹਾਣੀ ਪੜ੍ਹੀ ਸੀਗੀ, ਕਿਸੇ ਦਾ ਰੌਲਾ ਪੈ ਜਾਂਦਾ ਤੇ ਉਹ ਕੀ ਕਰਦਾ ਵੀ ਕਿਸੇ ਦੇ ਖੇਤ 'ਚੋਂ ਪੱਠੇ ਵੱਢ ਲਿਆਉਂਦਾ, ਜੇ ਅਸੀਂ ਕਹਿ ਦਈਏ ਮਾਲ ਵਿੱਚ ਨੀਰਾ ਵੱਢ ਕੇ ਲਿਆਉਂਦਾ, ਤਾਂ ਜਿਹਦੋਂ ਵੱਢਿਆ ਹੁੰਦਾ ਉਹ ਸ਼ਿਕਾਇਤ ਕਰਨ ਜਾਂਦਾ ਪਿੰਡ ਦੇ ਨੰਬਰਦਾਰ ਸਰਪੰਚ ਕੋਲੇ ਵੀ ਇਹ ਭਾਈ ਮੇਰੇ ਪੱਠੇ ਵੱਢ ਲਿਆ ਆ, ਐਂ ਤਾਂ ਮੈਂ ਨੰਗ ਹੋ ਜਾਊਂਗਾ, ਮੈਂ ਇੰਨੇ ਪੈਸੇ ਖਰਚ ਕੀਤੇ ਆ। ਉਹ ਕਹਿੰਦਾ ਸਾਊ ਤੇਰੀ ਗੱਲ ਵੀ ਠੀਕ ਆ। ਫਿਰ ਉਹਨੂੰ ਸੱਦਿਆ ਜਾਂਦਾ ਜਿਹੜਾ ਵੱਢ ਕੇ ਲਿਆਇਆ ਸੀ, ਉਹ ਕਹਿੰਦਾ ਜੀ ਗਰੀਬ ਬੰਦੇ ਆ, ਸਾਡੇ ਕੋਲੇ ਕਿਹੜਾ ਜ਼ਮੀਨ ਆ ਤੇ ਫਲਾਨਾ ਮੈਨੂੰ ਕੰਮ ਪੈ ਗਿਆ ਸੀ, ਸਮਾਂ ਮੇਰੇ ਕੋਲੇ ਘੱਟ ਸੀਗਾ, ਪਸ਼ੂ ਭੁੱਖੇ ਤਾਂ ਨਹੀਂ ਮਾਰਨੇ ਸੀ, ਮੈਂ ਇਹਦੇ ਇੱਕ ਪੰਡ ਬੰਨ ਲਿਆ ਤੇ ਇਹਨੂੰ ਕੀ ਫਰਕ ਪੈ ਗਿਆ। ਕਹਿੰਦੇ ਸਾਊ ਤੇਰੀ ਗੱਲ ਵੀ ਠੀਕ ਆ।
ਤੇ ਇਸ ਤੋਂ ਪਹਿਲਾਂ ਕਿ ਉਹ ਕੋਈ ਫੈਸਲਾ ਸੁਣਾਉਂਦੇ, ਉਹਦੀ ਨੂੰਹ ਘੰਡੋਲੀ ਦੇ ਪਰਲੇ ਪਾਸੇ ਥਾਂ ਬੋਕਰ ਨਾਲ ਸੰਭਲ ਰਹੀ ਸੀ। ਉਹ ਕਹਿੰਦੀ ਬਾਬਾ ਜੀ ਗੱਲ ਤਾਂ ਤੁਸੀਂ ਇਹਨਾਂ ਦੀ ਨੂੰ ਠੀਕ ਕਹਿਤਾ, ਇਹਨਾਂ ਦੀ ਨੂੰ ਠੀਕ ਕਹਿਤਾ, ਤਾਂ ਇਹ ਕੋਈ ਗੱਲ ਨਹੀਂ ਬਣੀ। ਕਹਿੰਦਾ ਸਾਊ ਤੇਰੀ ਗੱਲ ਵੀ ਠੀਕ ਆ। ਸੋ ਸਾਨੂੰ ਟੀਮ ਦੇ ਮੈਂਬਰਾਂ ਦੀ ਸਾਰੇ ਗੱਲਾਂ ਦੀ ਇਹੀ ਕਹਿਣੀ ਪੈਂਦੀ ਹੈ, ਸਾਊ ਤੇਰੀ ਗੱਲ ਵੀ ਠੀਕ ਆ। ਸੋ ਮੰਨਣ ਵਾਲੀ ਗੱਲ ਇਹੀ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲੀਏ, ਇਹੀ ਸਾਡੀ ਸਫਲਤਾ ਹੁੰਦੀ ਆ। ਦੂਸਰੀ, ਆਪਦੇ ਉਦੇਸ਼ ਤੇ ਆਪਦੇ ਟੀਚੇ ਪਹਿਲਾਂ ਹੀ ਕਲੀਅਰ ਕਰਦੇ ਬੰਦਾ, ਵੀ ਮੈਂ ਤਾਂ ਭਾਈ ਕੰਮ ਕਰਾਉਣਾ, ਪਿਆਰ ਨਾਲ ਕਰ ਲਾ, ਲੜ ਕੇ ਕਰ ਲਾ, ਮੈਂ ਤਾਂ ਕਰਵਾ ਕੇ ਛੱਡਣਾ ਹੈਗਾ, ਮਿਹਨਤ ਨਾਲ ਕਰਾ ਲਾ ਤਾਂ ਵੀ ਕਰਾਉਣਾ, ਕੋਈ ਹਰਜ ਨਹੀਂ ਹੁੰਦਾ। ਕਿਉਂਕਿ ਅਸੀਂ ਬੱਚਿਆਂ ਦੀ ਬਿਹਤਰੀ ਦੇ ਲਈ ਜਿਹਨੂੰ ਕੰਮ ਆਉਂਦਾ ਉਹਦੀ ਮਿਹਨਤ ਕਰ ਲਾਂਗੇ, ਕੋਈ ਫਰਕ ਨਹੀਂ ਪੈ ਜਾਊਗਾ। ਮੇਰਾ ਕੁਛ ਘਟਣ ਨਹੀਂ ਲੱਗਿਆ। ਜੇ ਮੰਨ ਲਓ ਗੁਰਨੈਬ ਨੂੰ ਕੁਛ ਆਉਂਦਾ ਤਾਂ ਮੈਂ ਗੁਰਨੈਬ ਨੂੰ ਕਹਿੰਦਾ ਵੀਰ ਬਣ, ਤਾਂ ਮਿਹਨਤ ਦੀ ਗੱਲ ਹੈ ਯਾਰ, ਮੇਰੇ ਕੋਲ ਤਾਂ ਸਮਾਂ ਨਹੀਂ, ਤੂੰ ਕੰਮ ਕਰਦੇ। ਤਾਂ ਮੈਨੂੰ ਨਹੀਂ ਲੱਗਦਾ ਕੋਈ ਵੀ ਗੁਰਨੈਬ ਪੰਜਾਬ ਦਾ ਜਵਾਬ ਦੇਊਗਾ। ਸੋ ਮੈਨੂੰ ਕਦੇ ਵੀ ਦਿੱਕਤ ਨਹੀਂ ਆਈ। ਹੁਣ ਰੀਸੈਂਟਲੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਅਸੀਂ ਪ੍ਰਥਮ ਬੁੱਕਸ, ਜਿਹੜੀ ਪ੍ਰਥਮ ਇੱਕ ਸੰਸਥਾ, ਉਹਦੇ ਨਾਲ ਵੱਖਰੀ ਇੱਕ ਪ੍ਰਥਮ ਬੁੱਕਸ ਆ, ਉਹਨਾਂ ਦਾ ਇੱਕ ਪਲੇਟਫਾਰਮ ਆ ਸਟੋਰੀ ਵੀਵਰ। ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਸਾਡੇ ਕੋਲੇ ਗ੍ਰੇਡ 1 ਭਾਵ ਪ੍ਰੀ ਪ੍ਰਾਇਮਰੀ ਤੋਂ ਦੂਜੀ ਤੇ ਗ੍ਰੇਡ 2 ਭਾਵ ਕਿ ਸਾਡੇ ਕੋਲੇ ਤੀਜੀ ਤੋਂ 5ਵੀਂ ਤੱਕ ਜਿਹੜੀਆਂ ਕਿਤਾਬਾਂ ਹੈਗੀਆਂ, ਉਹਦੇ ਵਿੱਚ 2 ਕਨਸੈਪਟ ਹੁੰਦੇ ਆ, ਇੱਕ ਅਲਾਊਡ ਰੀਡਿੰਗ ਹੁੰਦਾ, ਇੱਕ ਅਲੋਂਗ ਰੀਡਸ ਹੁੰਦਾ। ਅਲੋਂਗ ਰੀਡਸ ਦੇ ਵਿੱਚ, ਰੀਡ ਅਲੋਂਗ ਦੇ ਵਿੱਚ ਜਦੋਂ ਵੀ ਬੱਚਾ ਪਿੱਛੋਂ ਆਵਾਜ਼ ਆ ਰਹੀ ਹੁੰਦੀ ਆ, ਤਾਂ ਜਿਹੜੀ ਆਵਾਜ਼ ਆ ਰਹੀ ਆ ਉਹ 'ਚ ਉਹ ਹਾਈਲਾਈਟ ਹੋ ਰਿਹਾ ਹੁੰਦਾ ਉਹ ਸ਼ਬਦ। ਉਦਾਹਰਨ ਦੇ ਤੌਰ ਤੇ ਕੁੱਤਾ ਭੱਜ ਰਿਹਾ ਹੈ, ਤਾਂ ਜਦੋਂ ਪਿੱਛੋਂ ਆਵਾਜ਼ ਆਊਗੀ ਕੁੱਤਾ ਭੱਜ ਰਿਹਾ, ਤਾਂ ਉਹ ਹਾਈਲਾਈਟ ਹੋਣਗੇ ਸ਼ਬਦ ਰੀਡ ਅਲੋਂਗ ਦੇ ਵਿੱਚ। ਤੇ ਉਹ ਕਹਿੰਦੇ ਵੀ ਇਸ ਤੇ 3 ਹਫ਼ਤੇ ਲੱਗਣਗੇ, ਜੇ ਤੁਸੀਂ ਪੰਜਾਬ ਦੇ ਵਿੱਚ ਇਹ ਕੰਮ ਕਰਨਾ ਤਾਂ ਸਾਡੇ ਕੋਲੇ ਤਾਂ ਸਾਧਨ ਹੈ ਨੀਗੇ। ਤੇ ਮੈਂ ਤਾਂ ਭਾਈ ਉਹੀ ਚੀਕ ਮਾਰੀ ਆ, ਜਿਵੇਂ ਕੂਕ ਮਾਰ ਦਿੰਦੇ ਵੀ ਆ ਜਾਓ, ਤਾਂ ਉਹ ਕੂਕ ਮਾਰੀ ਸੱਜਣਾ ਨੂੰ, ਕੋਈ ਵੀਰਾਂ ਨੂੰ, ਭੈਣਾਂ ਨੂੰ, ਤਾਂ ਸਾਰੇ ਤਿਆਰ ਹੋ ਗਏ। ਉਹਨਾਂ ਨੇ ਮੇਰੇ ਕੋਲੇ ਯਾਦ ਆ ਕਿ ਸ਼ੁੱਕਰਵਾਰ ਦਾ ਦਿਨ ਸੀਗਾ, ਤੇ ਸ਼ੁੱਕਰਵਾਰ ਨੂੰ ਸਾਡੀ ਮੀਟਿੰਗ 10:30 11 ਵਜੇ ਹੋਈ ਸੀ। 6 ਵਜੇ ਨੂੰ ਸਾਰਾ ਕੰਮ ਕਰਕੇ ਦਿੱਤਾ, ਜਿਹੜਾ ਉਹ ਕਹਿੰਦੇ ਸੀ 3 ਹਫ਼ਤੇ ਲੱਗਣਗੇ। ਸੋ ਬਸ ਇੰਨਾ ਕੀ ਆ, ਜ਼ਰੂਰੀ ਨਹੀਂ ਕਿ ਅਸੀਂ ਮਹਿਕਮੇ ਦੇ ਅਨੁਸਾਰ ਕੰਮ ਕਰਾਈਏ, ਸਾਡੇ ਆਪਦੇ ਨਿੱਜੀ ਰਿਲੇਸ਼ਨ ਵੀ ਹੁੰਦੇ ਆ, ਨਿੱਜੀ ਪ੍ਰਭਾਵ ਵੀ ਹੁੰਦਾ ਹੈਗਾ। ਵੀਰ ਭੈਣ ਕਹਿ ਕੇ ਕੰਮ ਕਰਵਾ ਲਈਏ, ਬਸ ਸਾਡਾ ਮਕਸਦ ਆ ਉਹ ਪੂਰਾ ਹੋ ਗਿਆ। ਕੋਈ ਕੁਛ ਘਟਦਾ ਨਹੀਂ ਇੱਥੇ, ਸਿਕੰਦਰ ਦਾ ਕੁਛ ਨਹੀਂ ਰਿਹਾ, ਤੇ ਹਰਪਾਲ ਸਿੰਘ ਜਿਹੜੇ ਬੱਚਿਆਂ ਦਾ ਭਲਾ ਹੋਣਾ। ਜੀ ਬਿਲਕੁਲ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਬਾਜਕ ਸਰ ਜੀ ਦਾ ਜਿਹੜਾ ਨਾਂ ਆ, ਉਹ ਇੱਕ ਹੰਬਲ ਪਰਸਨੈਲਿਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਸਰ, ਤੁਸੀਂ ਇਹ ਸਫ਼ਰ ਅਧਿਆਪਕ ਦੇ ਤੌਰ ਤੇ ਸ਼ੁਰੂ ਕੀਤਾ, ਉਸ ਤੋਂ ਬਾਅਦ ਜ਼ਿਲ੍ਹਾ ਕੋਆਰਡੀਨੇਟਰ ਤੇ ਹੁਣ ਮੌਜੂਦਾ ਸਟੇਟ ਕੋਆਰਡੀਨੇਟਰ। ਸੋ ਇਹਨਾਂ ਸਾਰੇ ਅਹੁਦਿਆਂ ਤੇ ਰਹਿੰਦੇ ਹੋਏ ਤੁਸੀਂ ਸਾਡੇ ਅਧਿਆਪਕ ਸਾਥੀਆਂ ਨੂੰ, ਜੁੜੇ ਹੋਏ ਸਾਰੇ ਦੋਸਤਾਂ ਨੂੰ ਕਿਹੜਾ ਇਹੋ ਜਿਹਾ ਮਹੱਤਵਪੂਰਨ ਸੰਦੇਸ਼ ਦੇ ਕੇ ਜਾਓਗੇ? ਤੇ ਨਾਲ ਹੀ ਨਾਲ ਇੱਥੇ ਸਾਡੇ ਕੋਲ ਸਰੋਏ ਜੀ ਦਾ ਪ੍ਰਸ਼ਨ ਵੀ ਹੈ ਕਿ ਹੁਣ ਤੱਕ ਤੁਸੀਂ ਜਿਹੜੇ ਅਹੁਦਿਆਂ ਤੇ ਕੰਮ ਕੀਤਾ, ਬਤੌਰ ਪ੍ਰਾਇਮਰੀ ਅਧਿਆਪਕ, ਬਤੌਰ ਸੈਕੰਡਰੀ ਸਿੱਖਿਆ ਅਧਿਆਪਕ, ਜਾਂ ਬਤੌਰ ਸਟੇਟ ਜਾਂ ਡਿਸਟ੍ਰਿਕਟ ਕੋਆਰਡੀਨੇਟਰ, ਕਿਸ ਅਹੁਦੇ ਦੇ ਉੱਤੇ ਤੁਸੀਂ ਸਭ ਤੋਂ ਵੱਧ ਆਨੰਦ ਮਹਿਸੂਸ ਕੀਤਾ, ਤੇ ਸਾਡੇ ਅਧਿਆਪਕਾਂ ਨੂੰ ਤੁਸੀਂ ਕੀ ਜਿਹੜਾ ਆ ਸੁਨੇਹਾ ਦਿਓਗੇ? 27 ਮਾਰਚ 1998 ਤੋਂ ਆਨੰਦ ਲੈ ਰਹੇ, ਜਿਹੜੇ ਵੀ ਥਾਂ ਤੇ ਹੋਏ ਉੱਥੇ ਆਨੰਦ ਲਈਦਾ। ਕੋਈ ਅਹੁਦੇ ਦਾ ਕੋਈ ਮਤਲਬ ਨਹੀਂਗਾ, ਜਿਹੜਾ ਮੈਨੂੰ ਕੰਮ ਸੌਂਪਤਾ ਉਹ ਚੋਂ ਹੀ ਮੈਂ ਆਨੰਦ ਲੈਣਾ। ਤੇ ਬਾਕੀ ਮੈਂ ਪੇਡ ਵਰਕਰ ਹਾਂ, ਪੈਸੇ ਲੈ ਕੇ ਕੰਮ ਕਰਨ ਵਾਲਾ ਬੰਦਾ, ਇਸ ਕਰਕੇ ਨੌਕਰੀ ਕੀ ਤੇ ਨਕਰਾ ਕੀ। ਪਰ ਮੈਂ ਆਪਦਾ ਦਿਲੀ ਮੇਰੀ ਇਹੀ ਇੱਛਾ ਹੁੰਦੀ ਆ ਕਿ ਜੋ ਕੁਛ ਦੇਵਾਂ ਬੱਚਿਆਂ ਨੂੰ ਉਹ ਮੈਕਸੀਮਮ ਦੇਣਾ, ਉਹ ਚੰਗੇ ਇਨਸਾਨ ਬਣ। ਤੇ ਪੈਸੇ ਕਮਾਉਣ ਦੀ ਗੱਲ ਉਹ ਬਾਅਦ ਦੇ ਵਿੱਚ ਆਉਂਦੀ ਆ ਕਿ ਉਹਨਾਂ ਨੂੰ ਰੁਜ਼ਗਾਰ ਮਿਲੇ। ਸੋ ਉਹਨਾਂ ਦੀਆਂ ਅੱਖਾਂ ਚੋਂ, ਉਹਨਾਂ ਦੇ ਮਾਪਿਆਂ ਦੀਆਂ ਅੱਖਾਂ ਚੋਂ ਸਾਨੂੰ ਬਹੁਤ ਕੁਛ ਦੇਣਾ ਹੁੰਦਾ, ਬਹੁਤ ਵੱਡੀ ਆਸ ਨਜ਼ਰ ਆਉਂਦੀ ਹੁੰਦੀ ਆ, ਤੇ ਉਹੀ ਆਸ ਸਾਨੂੰ ਟਿਕਣ ਨਹੀਂ ਦਿੰਦੀ। ਜੀ ਬਿਲਕੁਲ। ਉਹ ਬਸ ਕਹਿੰਦੇ ਮਾਸਟਰ ਜੀ ਤੁਸੀਂ ਹੋ ਸਾਰਾ ਕੁਛ। 97 98 ਤੇ ਵੀ ਆ ਕੇ ਕਹਿ ਦਿੰਦੇ ਸੀਗੇ, 98 ਤੋਂ ਬਾਅਦ, ਵੀ ਸਾਨੂੰ ਤਾਂ ਜਨਮ ਦਾ ਵੀ ਨਹੀਂ ਪਤਾ ਜੀ, ਤੁਸੀਂ ਲਿਖ ਦਿਓ ਜਿਹੜਾ ਕੁਛ ਲਿਖਣਾ। ਜ਼ਿਆਦਾ ਕੁਛ ਨਹੀਂ, ਬਸ ਮੈਂ ਇਹੀ ਕਹੂੰਗਾ ਕਿ ਅਸੀਂ ਲਾਲ ਖੇਡਦੇ ਹਾਂ, ਹੋਰ ਸਾਨੂੰ ਕੋਈ ਚੀਜ਼ ਦੀ ਜ਼ਰੂਰਤ ਨਹੀਂ, ਤੇ ਲਾਲਾਂ ਲਈ ਕੰਮ ਕਰਦੇ ਹਾਂ, ਸਾਡੇ ਪੰਜਾਬ ਦੇ ਭਵਿੱਖ ਲਈ ਕੰਮ ਕਰਦੇ ਹਾਂ, ਸਾਡੇ ਬੱਚਿਆਂ ਲਈ ਕੰਮ ਕਰਦੇ ਹਾਂ, ਤੇ ਸਾਨੂੰ ਸਾਰਿਆਂ ਨੂੰ ਦਿਲੋਂ ਕੰਮ ਕਰਨਾ ਚਾਹੀਦਾ। ਸਰਕਾਰ ਨਾਲ ਸਾਡਾ ਰੌਲਾ ਹੋ ਸਕਦਾ, ਵਿਭਾਗ ਦੇ ਕਿਸੇ ਵਿਅਕਤੀ ਵਿਸ਼ੇਸ਼ ਨਾਲ ਰੌਲਾ ਹੋ ਸਕਦਾ,
ਜਾਂ ਵਿਭਾਗ ਦੀ ਨੀਤੀ ਨਾਲ ਜਾਂ ਸਰਕਾਰ ਦੀ ਨੀਤੀ ਨਾਲ ਫਰਕ ਹੋ ਸਕਦਾ, ਉਹ ਇੱਕ ਵੱਖਰੀ ਲੜਾਈ ਹੋ ਸਕਦੀ ਆ। ਪਰ ਜਦੋਂ ਬੱਚੇ ਦਾ ਮਸਲਾ ਆਉਂਦਾ ਤਾਂ ਉਦੋਂ ਸਾਨੂੰ ਕੁਛ ਨਹੀਂ, ਸਾਰਾ ਸਾਨੂੰ ਕੁਛ ਉਹੀ ਦਿਸਣਾ ਚਾਹੀਦਾ। ਸਾਨੂੰ ਚਿੜੀ ਦੀ ਅੱਖ ਦਿਸਣੀ ਚਾਹੀਦੀ ਹੈ ਕਿ ਅਸੀਂ ਇੱਕ ਇੱਕ ਬੱਚੇ ਦਾ ਭਲਾ ਕਰੀਏ, ਉਹਨੂੰ ਅੱਗੇ ਲੈ ਕੇ ਜਾਈਏ ਤੇ ਉਹਨਾਂ ਦੇ ਮਾਂ ਪਿਓ ਦੀਆਂ ਜੋ ਆਸਾਂ ਹੈਗੀਆਂ ਉਹਨਾਂ ਤੇ ਅਸੀਂ ਖਰੇ ਉਤਰੀਏ। ਜੀ, ਸਾਡੇ ਨਾਲ ਜੁੜੇ ਹੋਏ ਹਨ ਜੀ ਫੇਸਬੁੱਕ ਤੇ ਲਵਲੀ ਜੀ। ਉਹ ਕਹਿ ਰਹੇ ਨੇ ਕਿ ਹਰਪਾਲ ਸਰ ਜੀ, ਤੁਹਾਡੇ ਨਾਲ ਬੱਚਿਆਂ ਦੀਆਂ ਦੁਆਵਾਂ ਹਨ, ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੋ, ਸੇਵਾ ਨਿਭਾਉਂਦੇ ਰਹੋ। ਤੇ ਸ਼ੈਲੀ ਜੀ ਕਹਿ ਰਹੇ ਹਨ ਕਿ ਸੁਲੱਖਣੀਆਂ ਸ਼ਖਸੀਅਤਾਂ ਨੂੰ ਰੂਬਰੂ ਕਰਾਉਣ ਲਈ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਸਮੁੱਚੀ ਟੀਮ ਦਾ ਕੋਟਾਨ ਧੰਨਵਾਦ ਅਤੇ ਮੁਬਾਰਕਬਾਦ। ਥੈਂਕ ਯੂ ਸੋ ਮਚ ਸ਼ੈਲੀ ਜੀ। ਤੇ ਬਾਕੀ ਸਾਡੇ ਨਾਲ ਬਹੁਤ ਸਾਰੇ ਬਾਕੀ ਟੀਮ ਮੈਂਬਰਸ, ਐਡਮਿਨ ਪੈਨਲ ਵੀ ਜੁੜੇ ਹੋਏ ਹਨ। ਸੋ ਹੁਣ ਮੈਂ ਸੱਦਾ ਦਿੰਦੀ ਹਾਂ ਸਾਡੇ ਇਸ ਸਿੱਖਿਆ ਸੰਸਾਰ ਦੇ ਮੰਚ ਦੇ ਥੰਮ ਜਨਮਦਾਤਾ, ਸਾਡੀ ਮਾਣਮੱਤੀ ਸਤਿਕਾਰਯੋਗ ਸ਼ਖਸੀਅਤ, ਸਾਡੇ ਸਭ ਦੇ ਹਰਮਨ ਪਿਆਰੇ ਡਾਕਟਰ ਕੁਲਦੀਪ ਸਿੰਘ ਦੀਪ ਜੀ ਨੂੰ। ਸੋ ਉਹ ਬਹੁਤ ਦੇਰ ਤੋਂ ਸਟਾਰਟਿੰਗ ਤੋਂ ਹੀ ਸਾਡੇ ਨਾਲ ਨੇ। ਸੋ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਤੇ ਸਭ ਤੋਂ ਪਹਿਲਾਂ ਆਈ ਐਮ ਵੈਰੀ ਆਨਰਡ ਕਿ ਉਹਨਾਂ ਨੇ ਮੈਨੂੰ ਇੱਥੇ ਇਹ ਪ੍ਰੈਜੈਂਟੇਸ਼ਨ ਲਈ, ਆਈ ਐਮ ਫੀਲਿੰਗ ਵੈਰੀ ਆਨਰਡ ਡਿਊਰਿੰਗ ਪ੍ਰੈਜ਼ੈਂਟਿੰਗ ਟੂਡੇਜ਼ ਲਾਈਵ ਸੈਸ਼ਨ। ਸੋ ਆਈ ਹੋਪ ਦਿਸ ਸੈਸ਼ਨ ਪ੍ਰੂਵਸ ਬੈਨੀਫੀਸ਼ੀਅਲ ਟੂ ਦਾ ਆਲ ਅਟੈਂਡੀਜ਼। ਜਿਨ੍ਹਾਂ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਹਨ ਉਹਨਾਂ ਸਾਰਿਆਂ ਨੂੰ ਬਹੁਤ ਹੀ ਮਹੱਤਵਪੂਰਨ ਤੇ ਲਾਹੇਵੰਦ ਗੱਲਾਂ ਸੁਣਨ ਨੂੰ ਮਿਲੀਆਂ ਹੋਣਗੀਆਂ। ਸਭ ਦਾ ਬਹੁਤ ਬਹੁਤ ਸ਼ੁਕਰਾਨਾ। ਤੇ ਮੇਰੇ ਗੁਰੂ ਡਾਕਟਰ ਕੁਲਦੀਪ ਸਿੰਘ ਦੀਪ ਜੀ ਮੇਰੇ ਗੁਰੂ ਹਨ। ਸੋ ਡਾਕਟਰ ਸਾਹਿਬ ਆਓ ਜੀ। ਥੈਂਕ ਯੂ ਗੁਰਪ੍ਰੀਤ। ਡਾਕਟਰ ਸਾਹਿਬ ਇੱਕ ਮਿੰਟ ਲੈਣਾ ਪਹਿਲਾਂ। ਹਾਂ ਜ਼ਰੂਰ ਜ਼ਰੂਰ ਜ਼ਰੂਰ। ਸਾਰਿਆਂ ਨੇ ਚੰਗਾ ਚੰਗਾ ਕਹਿਤਾ, ਨਿੰਦਕ ਨੇਰੇ ਰੱਖੀਏ। ਜਿਹੜੇ ਮੇਰੇ ਔਗਣ ਹੈਗੇ ਉਹ ਵੀ ਮੈਨੂੰ ਨਿੱਜੀ ਤੌਰ ਤੇ WhatsApp ਨੰਬਰ ਤੇ ਜ਼ਰੂਰ ਭੇਜ ਦਿਓ, ਉਹਨਾਂ ਨੂੰ ਮੈਂ ਦਰੁਸਤ ਕਰ ਸਕਾਂ ਇਸ ਪਲੇਟਫਾਰਮ ਦੇ ਰਾਹੀਂ, ਤਾਂ ਬਹੁਤ ਮਿਹਰਬਾਨੀ ਹੋਵੇਗੀ ਜੀ। ਬਹੁਤ ਸ਼ੁਕਰੀਆ ਗੁਰਪ੍ਰੀਤ, ਬਹੁਤ ਸ਼ੁਕਰੀਆ ਗੁਰਨੈਬ, ਤੇ ਬਹੁਤ ਸਵਾਗਤ ਡਾਕਟਰ ਹਰਪਾਲ ਸਿੰਘ ਬਾਜਕ। ਹਰਪਾਲ ਸਿੰਘ ਬਾਜਕ ਨੂੰ ਮੈਂ ਉਦੋਂ ਤੋਂ ਜਾਣਦਾ ਜਦੋਂ ਹਰਪਾਲ ਸਿੰਘ ਮੁਹਾਲੀ ਦਾ ਨਹੀਂ ਹੋਇਆ ਸੀ, ਬਠਿੰਡੇ ਦਾ ਸੀ। ਤੇ ਹਰਪਾਲ ਸਿੰਘ ਬਾਜਕ ਨੂੰ ਮੈਂ ਉਦੋਂ ਤੋਂ ਜਾਣਦਾ ਜਦੋਂ ਹਰਪਾਲ ਸਿੰਘ ਡਾਕਟਰ ਵੀ ਨਹੀਂ ਸੀ। ਜਿਵੇਂ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਚੌਥੀ ਦੇ ਸਕੂਲ ਵਾਲਾ ਬੇਲੀ ਹੁੰਦਾ ਕੋਈ, ਹਰਪਾਲ ਬਾਜਕ ਮੇਰੇ ਲਈ ਉਹਨਾਂ ਦੋਸਤਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨਾਲ ਮੈਂ ਇਹ ਮਾਣ ਕਰ ਸਕਦਾ ਕਿ ਉਹ ਚੌਥੀ ਦੇ ਸਕੂਲ ਵਾਲੇ ਬੇਲੀਆਂ ਚੋਂ ਇੱਕ ਹੈ। ਤੇ ਜਦੋਂ ਤੁਸੀਂ ਕਿਸੇ ਬੰਦੇ ਨੂੰ ਇੰਨਾ ਕੁ ਜੜ੍ਹਾਂ ਤੋਂ ਜਾਣਦੇ ਹੋ ਤੇ ਉਦੋਂ ਉਹ ਬੰਦਾ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਤਾਂ ਉਹ ਤੇ ਹਮੇਸ਼ਾ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਬਹੁਤ ਆਪਣਾ, ਕੋਈ ਬਹੁਤ ਵਿਸ਼ੇਸ਼ ਜ਼ਿੰਮੇਵਾਰੀ ਨਿਭਾ ਰਿਹਾ ਹੈ ਤੇ ਤੁਹਾਨੂੰ ਉਹਦੇ ਤੋਂ ਬਹੁਤ ਆਸਾਂ ਵੀ ਹੁੰਦੀਆਂ ਨੇ। ਹਰਪਾਲ ਸਿੰਘ ਬਾਜਕ ਨੇ ਅੱਜ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ, ਗੁਰਨੈਬ ਨੇ ਬਹੁਤ ਸੋਹਣੇ ਸਵਾਲ ਕੀਤੇ ਨੇ, ਗੁਰਪ੍ਰੀਤ ਨੇ ਬਹੁਤ ਸੋਹਣੇ ਸਵਾਲ ਕੀਤੇ ਨੇ। ਗੁਰਨੈਬ ਨੇ ਤੇ ਗੁਰਪ੍ਰੀਤ ਨੇ ਕੰਮ ਵੀ ਬਹੁਤ ਕੀਤਾ ਹੈ। ਜਿਹੜੇ ਸਵਾਲ ਹੁੰਦੇ ਨੇ ਉਹ ਕੰਮ ਦੇ ਆਧਾਰ ਤੇ ਬਣਦੇ ਨੇ ਤੇ ਜਿਹੜੇ ਜਵਾਬ ਹੁੰਦੇ ਨੇ ਉਹ ਵੀ ਕੰਮ ਦੇ ਆਧਾਰ ਤੇ ਦਿੱਤੇ ਜਾਂਦੇ ਨੇ। ਸੋ ਹਰਪਾਲ ਸਿੰਘ ਬਾਜਕ ਨੇ ਆਪਣੇ ਅਨੁਭਵ ਦੇ ਵਿੱਚੋਂ ਆਪਣੇ ਕੰਮਾਂ ਦੇ ਆਧਾਰ ਤੇ ਬਹੁਤ ਸੋਹਣੇ ਜਵਾਬ ਦਿੱਤੇ ਨੇ। ਪਰ ਮੈਂ ਕੁਝ ਗੱਲਾਂ ਥੋੜ੍ਹੀ ਜਿਹੀ ਵੱਖਰੀਆਂ ਕਰਨੀਆਂ ਚਾਹੂੰਗਾ। ਜਦੋਂ ਆਪਾਂ ਕਿਸੇ ਅਹੁਦੇ ਤੇ ਬੈਠ ਕੇ ਕੰਮ ਕਰਦੇ ਹਾਂ ਤਾਂ ਉਸ ਅਹੁਦੇ ਦੀਆਂ ਬਹੁਤ ਸਾਰੀਆਂ ਸੀਮਾਵਾਂ ਹੁੰਦੀਆਂ ਨੇ, ਉਸ ਅਹੁਦੇ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ, ਜਾਂ ਇਹ ਕਹਿ ਲਓ ਕਿ ਉਸ ਅਹੁਦੇ ਦੀਆਂ ਬਹੁਤ ਸਾਰੀਆਂ ਮਰਿਆਦਾਵਾਂ ਹੁੰਦੀਆਂ ਨੇ। ਜਿੱਥੇ ਰਹਿ ਕੇ ਜਾਂ ਜਿੱਥੇ ਬਹਿ ਕੇ ਸਾਨੂੰ ਬਹੁਤ ਸਾਰੀਆਂ ਗੱਲਾਂ ਬਹੁਤ ਸੰਜਮ ਨਾਲ ਕਰਨੀਆਂ ਪੈਂਦੀਆਂ ਨੇ ਤੇ ਅਸੀਂ ਕਈ ਗੱਲਾਂ ਨੂੰ ਬੋਝ ਲੈਂਦੇ ਹਾਂ। ਹਰਪਾਲ ਹੋਰਾਂ ਨੇ ਗੱਲਾਂ ਕੀਤੀਆਂ ਐਨਰੋਲਮੈਂਟ ਦੀਆਂ, ਗੱਲਾਂ ਕੀਤੀਆਂ ਸਮਾਰਟ ਸਕੂਲ ਦੀਆਂ, ਆਨਲਾਈਨ ਸਿੱਖਿਆ ਦੀਆਂ, ਵੋਕੇਸ਼ਨਲ ਐਜੂਕੇਸ਼ਨ ਦੀਆਂ, ਕੁਆਲਿਟੀ ਐਜੂਕੇਸ਼ਨ ਦੀਆਂ, ਐਗਜ਼ਾਮੀਨੇਸ਼ਨ ਸਿਸਟਮ ਦੀਆਂ। ਬਿਨਾਂ ਸ਼ੱਕ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੰਮ ਵੀ ਹੋਇਆ, ਪਰ ਮੈਨੂੰ ਲੱਗਦਾ ਹੈ ਕਿ ਇਹਦੇ ਬਹੁਤ ਸਾਰੇ ਡਰਾਬੈਕਸ ਵੀ ਰਹੇ। ਭਾਵੇਂ ਅਸੀਂ ਇਹ ਸਾਰੀਆਂ ਗੱਲਾਂ ਇੱਕ ਅਹੁਦੇ ਤੇ ਬਹਿ ਕੇ ਜਨਤਕ ਤੌਰ ਤੇ ਉਵੇਂ ਨਹੀਂ ਕਹਿ ਸਕਦੇ ਹੈਗੇ, ਜਾਂ ਇਹ ਕਹਿ ਲਓ ਕਿ ਜਿਹੜਾ ਬੰਦਾ ਇਹਨਾਂ ਚੀਜ਼ਾਂ ਨੂੰ ਡੀਲ ਕਰਦਾ ਹੈ, ਜਿਹਦੇ ਰਾਹੀਂ ਇਹ ਗੱਲਾਂ ਹੁੰਦੀਆਂ ਨੇ, ਉਹਨਾਂ ਨੂੰ ਕਈ ਵਾਰੀ ਇਹ ਗੱਲਾਂ ਦਿਸਣੋਂ ਵੀ ਹਟ ਜਾਂਦੀਆਂ ਨੇ। ਅਸੀਂ ਮਨੁੱਖ ਦਾ ਸੁਭਾਅ ਹੈ ਕਿ ਅਸੀਂ ਆਪਣਾ ਜਿਹੜਾ ਗੰਦ ਹੈ ਨਾ ਉਹ ਦਰੀ ਥੱਲੇ ਕਰ ਲੈਂਦੇ ਹਾਂ ਤੇ ਦਰੀ ਸਾਨੂੰ ਉੱਪਰੋਂ ਸਾਫ਼ ਦਿਖਾਈ ਦੇਣ ਲੱਗ ਜਾਂਦੀ ਹੈ। ਪਰ ਜਿਹੜੇ ਦੂਜੇ ਹੁੰਦੇ ਨੇ ਉਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਦਿਖਾਈ ਦਿੰਦਾ ਹੈ।
ਉਹਨੂੰ ਅਸੀਂ ਸਮੈਲ ਵੀ ਕਰਦੇ ਹਾਂ ਤੇ ਅਸੀਂ ਦੇਖਦੇ ਵੀ ਹਾਂ। ਤੇ ਉਹ ਚੀਜ਼ਾਂ ਹਰਪਾਲ ਸਿੰਘ ਨੇ ਵੀ ਜ਼ਰੂਰ ਅਨੁਭਵ ਕੀਤੀਆਂ ਹੋਣਗੀਆਂ, ਕਿਉਂਕਿ ਜਦੋਂ ਅਸੀਂ ਕਿਸੇ ਹੋਰ ਥਾਂ ਤੇ ਹੁੰਨੇ ਆ ਤਾਂ ਦੂਜੇ ਨੂੰ ਅਸੀਂ ਹੋਰ ਨਜ਼ਰ ਨਾਲ ਦੇਖਦੇ ਹੁੰਨੇ ਆ, ਉਦੋਂ ਸਾਨੂੰ ਬਹੁਤ ਕੁਝ ਨਜ਼ਰ ਆਉਂਦਾ ਹੈ। ਤੇ ਉਹ ਜਿਹੜਾ ਇਹਨਾਂ ਨੂੰ ਨਜ਼ਰ ਆਇਆ ਹੋਊਗਾ ਜਾਂ ਇਹਨਾਂ ਦਾ ਕਿਸੇ ਨੂੰ ਹੋਰ ਨਜ਼ਰ ਆਊਗਾ, ਉਹ ਇੱਕ ਬਹੁਤ ਮਹੱਤਵਪੂਰਨ ਚੀਜ਼ ਹੈ, ਜਿਹਨੂੰ ਅਸੀਂ ਫੀਡਬੈਕ ਵੀ ਕਹਿ ਸਕਦੇ ਹਾਂ, ਜਿਹਨੂੰ ਅਸੀਂ ਸਵੈ ਪੜਚੋਲ ਵੀ ਕਹਿ ਸਕਦੇ ਹਾਂ। ਮੈਨੂੰ ਲੱਗਦਾ ਹੈ ਕਿ ਕਿਸੇ ਅਹੁਦੇ ਤੇ ਕੰਮ ਕਰਨ ਦਾ ਇਹ ਸਭ ਤੋਂ ਮਹੱਤਵਪੂਰਨ ਐਸਪੈਕਟ ਹੁੰਦਾ ਹੈ ਕਿ ਤੁਹਾਨੂੰ ਆਪਣੀ ਦਰੀ ਹੇਠਲਾ ਗੰਦ ਵੀ ਆਪ ਦਿਖਾਈ ਦੇਣ ਲੱਗ ਜੇ ਤੇ ਤੁਸੀਂ ਉਹਨੂੰ ਪਹਿਚਾਣ ਸਕੋ। ਉਸ ਤੋਂ ਬਾਅਦ ਹੀ ਰੈਮੇਡੀਅਲ ਫੇਜ਼ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਹੀ ਤੁਸੀਂ ਉਸ ਫੀਡਬੈਕ ਦੇ ਆਧਾਰ ਤੇ ਕੁਝ ਹੋਰ ਅਮੈਂਡ ਕਰ ਸਕਦੇ ਹੋ, ਕੁਝ ਹੋਰ ਨਵਾਂ ਕਰ ਸਕਦੇ ਹੋ। ਤੇ ਜਿੱਥੋਂ ਤੱਕ ਹਰਪਾਲ ਬਾਰੇ ਮੈਨੂੰ ਸਮਝ ਹੈ, ਹਰਪਾਲ ਧਰਤੀ ਨਾਲ ਜੁੜਿਆ ਹੋਇਆ ਬੰਦਾ ਹੈ। ਇਸਨੇ ਬਠਿੰਡੇ ਜ਼ਿਲ੍ਹੇ ਦੇ ਉਹਨਾਂ ਥਾਵਾਂ ਤੇ ਕੰਮ ਕੀਤਾ ਜਿਨ੍ਹਾਂ ਥਾਵਾਂ ਤੇ ਨਾ ਐਜੂਕੇਸ਼ਨ ਪਹੁੰਚਦੀ ਸੀ, ਨਾ ਕੋਈ ਹੋਰ ਸਹੂਲਤ ਪਹੁੰਚਦੀ ਸੀ। ਉੱਥੇ ਇੱਕ ਅਧਿਆਪਕ ਦੇ ਤੌਰ ਤੇ ਕੰਮ ਕਰਨਾ, ਉੱਥੇ ਕੋਆਰਡੀਨੇਟਰ ਦੇ ਤੌਰ ਤੇ ਕੰਮ ਕਰਨਾ, ਫਿਰ ਮੁਹਾਲੀ ਆ ਕੇ ਕੰਮ ਕਰਨਾ ਤੇ ਹੁਣ ਇੱਕ ਬਹੁਤ ਜ਼ਿੰਮੇਵਾਰ ਅਹੁਦੇ ਤੇ ਕੰਮ ਕਰਨਾ। ਇਹ ਸਾਰੀਆਂ ਉਹ ਚੀਜ਼ਾਂ ਨੇ ਕਿ ਇੱਕ ਧਰਤੀ ਨਾਲ ਜੁੜਿਆ ਹੋਇਆ ਬੰਦਾ ਜਦੋਂ ਕਿਸੇ ਇੱਕ ਜ਼ਿੰਮੇਵਾਰ ਅਹੁਦੇ ਤੇ ਪਹੁੰਚਦਾ ਤਾਂ ਉਹਦੇ ਕੰਮ ਕਰਨ ਦੇ ਸਟਾਈਲ ਦੇ ਵਿੱਚ ਬਹੁਤ ਸਾਰੇ ਵੱਖਰਤਾਵਾਂ ਹੁੰਦੀਆਂ ਨੇ। ਤੇ ਉਹ ਵੱਖਰਤਾਵਾਂ ਮੈਨੂੰ ਹਰਪਾਲ ਦੇ ਕੰਮ ਦੇ ਵਿੱਚੋਂ ਪਹਿਲਾਂ ਵੀ ਨਜ਼ਰ ਆਈਆਂ ਨੇ ਤੇ ਮੈਂ ਉਮੀਦ ਕਰਦਾ ਹੁਣ ਵੀ ਆਉਣਗੀਆਂ। ਤੇ ਸਭ ਤੋਂ ਜਿਹੜੀ ਜ਼ਿਆਦਾ ਵਿਲੱਖਣਤਾ ਇਹਨਾਂ ਦੀ ਇਹ ਹੈ ਕਿ ਇਹਨਾਂ ਨੂੰ, ਜਿਵੇਂ ਗੁਰਪ੍ਰੀਤ ਨੇ ਵੀ ਗੱਲ ਕੀਤੀ ਸੀ ਕਿ ਕੰਮ ਇਹਨਾਂ ਨੂੰ ਕਰਨਾ ਵੀ ਆਉਂਦਾ ਤੇ ਕੰਮ ਲੈਣਾ ਵੀ ਆਉਂਦਾ ਹੈ। ਅਫਸਰ ਦੇ ਤੌਰ ਤੇ ਨਹੀਂ, ਇੱਕ ਮਨੁੱਖ ਦੇ ਤੌਰ ਤੇ ਤੇ ਇੱਕ ਦੋਸਤ ਦੇ ਤੌਰ ਤੇ ਇਹਨਾਂ ਨੂੰ ਬੰਦੇ ਦੇ ਅੰਦਰ ਵੜਨਾ ਆਉਂਦਾ ਹੈ ਤੇ ਬੰਦੇ ਨੂੰ ਹਾਕ ਮਾਰ ਕੇ ਜਾਂ ਕੂਕ ਮਾਰ ਕੇ ਜਾਂ ਆਪਣਾ ਦੁੱਖ ਸੁਣਾ ਕੇ ਜਾਂ ਆਪਣੇ ਦਿਲ ਦੀਆਂ ਕਹਿ ਕੇ ਉਹ ਤੋਂ ਕੰਮ ਲੈਣ ਦੀ ਸਕਿੱਲ ਹਰਪਾਲ ਕੋਲੇ ਹੈਗੀ ਹੈ। ਤੇ ਇਹੀ ਇਹਦੀ ਵੱਖਰਤਾ ਹੈ। ਹਰ ਬੰਦਾ ਇੱਕ ਕੜੀ ਹੁੰਦਾ ਹੈ, ਉਸ ਕੜੀ ਦੇ ਉੱਪਰ ਵੀ ਕੁਝ ਲੋਕ ਹੁੰਦੇ ਨੇ, ਉਸ ਕੜੀ ਦੇ ਥੱਲੇ ਵੀ ਕੁਝ ਲੋਕ ਹੁੰਦੇ ਨੇ। ਜਦੋਂ ਅਧਿਆਪਕਾਂ ਨੂੰ ਇਹ ਲੱਗੇ ਕਿ ਹਰਪਾਲ ਸਾਡਾ ਹੈ, ਜਦੋਂ ਉੱਪਰਲਿਆਂ ਨੂੰ ਵੀ ਇਹ ਲੱਗੇ ਕਿ ਹਰਪਾਲ ਸਾਡਾ ਹੈ, ਜਦੋਂ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਲੱਗੇ ਕਿ ਹਰਪਾਲ ਸਾਡਾ ਹੈ, ਉਦੋਂ ਹਰਪਾਲ ਸਾਰਿਆਂ ਦਾ ਹੋ ਸਕਦਾ ਹੈ। ਪਰ ਅਕਸਰ ਜਿਹੜੀ ਸੱਤਾ ਹੁੰਦੀ ਹੈ ਉਹ ਕਈ ਵਾਰੀ ਬੰਦੇ ਦੇ ਦਿਮਾਗ ਨੂੰ ਚੜ੍ਹਦੀ ਹੈ ਤੇ ਬੰਦਾ ਕਿਸੇ ਦਾ ਵੀ ਨਹੀਂ ਰਹਿੰਦਾ ਹੈਗਾ। ਮੈਂ ਇਹ ਨਹੀਂ ਚਾਹੂੰਗਾ ਕਦੇ ਵੀ ਕਿ ਇਸ ਕਿਸਮ ਦਾ ਕੋਈ ਵਰਤਾਰਾ ਵਾਪਰੇ ਤੇ ਅਸੀਂ ਦੂਜਿਆਂ ਦੀਆਂ ਦਰੀਆਂ ਹੇਠਲਾ ਗੰਦ ਵੀ ਦੇਖੀਏ ਕਿ ਕਿੰਨਾ ਕੁ ਰਹਿ ਗਿਆ। ਬਿਨਾਂ ਸ਼ੱਕ ਉਹਨਾਂ ਨੇ ਵੀ ਬਹੁਤ ਕੁਝ ਕੀਤਾ ਹੋਊਗਾ, ਪਰ ਜ਼ਰੂਰ ਉਹਨਾਂ ਤੋਂ ਕੁਝ ਰਿਹਾ ਹੋਊਗਾ। ਤੁਸੀਂ 14% ਐਨਰੋਲਮੈਂਟ ਦੀ ਗੱਲ ਕੀਤੀ ਹੈ, ਇਹਦੇ ਵਿੱਚੋਂ ਕਿੰਨੀ ਕੁ ਬੋਗਸ ਸੀ। ਤੁਸੀਂ ਸਮਾਰਟ ਸਕੂਲਾਂ ਦੀ ਗੱਲ ਕੀਤੀ ਹੈ, ਅਸੀਂ ਕਿੰਨੇ ਕੁ ਸੱਚੀ ਮੁੱਚੀ ਸਮਾਰਟ ਹੋਏ ਹਾਂ। ਤੁਸੀਂ ਆਨਲਾਈਨ ਐਜੂਕੇਸ਼ਨ ਦੀ ਗੱਲ ਕੀਤੀ ਹੈ, ਉਸ ਆਨਲਾਈਨ ਐਜੂਕੇਸ਼ਨ ਦੇ ਢੋਲ ਦੇ ਵਿੱਚ ਪੋਲ ਕਿੰਨਾ ਕੁ ਹੈ। ਤੁਸੀਂ ਵੋਕੇਸ਼ਨਲ ਐਜੂਕੇਸ਼ਨ ਦੀ ਗੱਲ ਕੀਤੀ ਹੈ ਤੇ ਉਸ ਪ੍ਰੈਕਟੀਕਲ ਐਜੂਕੇਸ਼ਨ ਦਾ ਸਾਡੇ ਸੱਚੀ ਮੁੱਚੀ ਕੀ ਹਾਲ ਹੈ। ਇਸ ਤਰ੍ਹਾਂ ਹੀ ਕੁਆਲਿਟੀ ਐਜੂਕੇਸ਼ਨ ਤੇ ਇਸ ਤਰ੍ਹਾਂ ਹੀ ਸਾਡਾ ਐਗਜ਼ਾਮੀਨੇਸ਼ਨ ਸਿਸਟਮ, ਜੇ ਅਸੀਂ ਇਹ ਮੰਨ ਲਾਂਗੇ ਕਿ ਸਾਰਾ ਕੁਝ ਠੀਕ ਹੀ ਸੀ, ਫਿਰ ਤੁਹਾਡੇ ਲਈ ਕਰਨ ਵਾਸਤੇ ਕੁਝ ਨਹੀਂ ਹੈਗਾ। ਜਦੋਂ ਅਸੀਂ ਇਹਦਾ ਰਿਵਿਊ ਕਰਾਂਗੇ, ਅਸੀਂ ਉਸ ਗੰਦ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਉਹਨੂੰ ਤਾਂ ਹਟਾਵਾਂਗੇ ਤੇ ਸ਼ਾਇਦ ਹੋਰ ਨਵਾਂ ਗੰਦ ਪੈਣ ਤੋਂ ਬਚਾ ਸਕੀਏ ਆਪਣੇ ਆਪ ਨੂੰ। ਤੇ ਤੁਹਾਡੇ ਤੋਂ ਸਾਨੂੰ ਇਹ ਉਮੀਦਾਂ ਨੇ ਕਿ ਤੁਸੀਂ ਇਹ ਸਾਰਾ ਕੁਝ ਕਰ ਸਕੋਗੇ, ਕਿਉਂਕਿ ਤੁਹਾਨੂੰ ਉਹ ਦਿਸਦਾ ਸੀ ਸਾਰਾ ਕੁਝ। ਤੇ ਜਿਹੜੇ ਬੰਦੇ ਨੂੰ ਕੁਝ ਦਿਸਦਾ ਹੁੰਦਾ ਹੈ ਉਹ ਕੱਲਾ ਆਪਣੀਆਂ ਗੱਲਾਂ ਦੂਜਿਆਂ ਤੇ ਲਾਗੂ ਨਹੀਂ ਕਰਦਾ ਹੁੰਦਾ, ਉਹ ਆਪਣੇ ਆਪ ਤੇ ਵੀ ਲਾਗੂ ਕਰਦਾ ਹੁੰਦਾ ਹੈ। ਮੈਂ ਇਸ ਆਸ ਨਾਲ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਪ੍ਰੋਗਰਾਮ ਚੱਲਦਾ ਰਹੂਗਾ। ਮੈਂ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਹਰਪਾਲ ਦਾ ਧੰਨਵਾਦ ਕਰਦਾ। ਤੁਸੀਂ ਬਹੁਤ ਜ਼ਿੰਮੇਵਾਰ ਅਹੁਦੇ ਤੇ ਬੈਠੇ ਹੋ ਤੇ ਤੁਹਾਡੇ ਤੋਂ ਸਾਨੂੰ ਬਹੁਤ ਸਾਰੀਆਂ ਆਸਾਂ ਨੇ ਤੇ ਮੈਂ ਉਹਨਾਂ ਸਾਰੀਆਂ ਆਸਾਵਾਂ ਤੁਹਾਡੇ ਤੋਂ ਦੇਖ ਰਿਹਾ, ਉਹ ਸੁਪਨੇ ਕੁਝ ਦੇਖ ਰਿਹਾ, ਜਿਹੜੇ ਸੁਪਨੇ ਇੱਕ ਅਧਿਆਪਕ ਦੀ ਫੀਡਬੈਕ ਦੇ ਵਿੱਚੋਂ ਨਿਕਲਦੇ ਨੇ, ਇੱਕ ਨਾਲ ਕੰਮ ਕਰਨ ਵਾਲੇ ਸਾਥੀਆਂ ਦੀ ਫੀਡਬੈਕ ਦੇ ਵਿੱਚੋਂ ਨਿਕਲਦੇ ਨੇ। ਉਹ ਸੁਪਨੇ ਵੀ ਤੁਹਾਡੇ ਸੁਪਨੇ ਬਣਨਗੇ ਤੇ ਤੁਸੀਂ ਉਹਨਾਂ ਸੁਪਨਿਆਂ ਦੇ ਆਧਾਰ ਤੇ ਆਪਣੇ ਨਵੇਂ ਸੁਪਨੇ ਤੈਅ ਕਰਦੇ ਹੋਏ ਸਿੱਖਿਆ ਵਿਭਾਗ ਨੂੰ ਕੁਝ ਨਵਾਂ ਦੇ ਕੇ ਜਾਓਗੇ, ਕੁਝ ਵੱਖਰਾ ਦੇ ਕੇ ਜਾਓਗੇ, ਜਿਹਦੇ ਕਰਕੇ ਹਰਪਾਲ ਨੂੰ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਕੀਤਾ ਜਾਵੇ। ਤੇ ਨਹੀਂ ਤਾਂ ਇਤਿਹਾਸ ਹਮੇਸ਼ਾ ਵਰਤਮਾਨ ਨੂੰ ਸਲਾਮ ਕਰਦਾ ਹੁੰਦਾ ਹੈ ਤੇ ਵਰਤਮਾਨ ਤੋਂ ਬਾਅਦ ਜਦੋਂ ਬੰਦਾ ਹਾਸ਼ੀਏ ਤੇ ਚਲਾ ਜਾਂਦਾ ਹੈ ਉਦੋਂ ਵੀ ਉਹਨੂੰ ਕੋਈ ਯਾਦ ਰੱਖੇ ਇਹੋ ਜਿਹਾ ਕੁਝ ਕਰਨਾ ਚਾਹੀਦਾ ਹੈ। ਤੇ ਮੈਂ ਉਮੀਦ ਕਰਦਾ ਕਿ ਹਰਪਾਲ ਇਹੋ ਜਿਹਾ ਕੁਝ ਕਰੂਗਾ, ਇਹੋ ਜਿਹੇ ਕੁਝ ਵੱਖਰੀਆਂ ਪੈੜਾਂ ਪਾਊਗਾ। ਸੋ ਹਰਪਾਲ, ਤੁਹਾਡਾ ਬਹੁਤ-ਬਹੁਤ ਸਵਾਗਤ, ਬਹੁਤ-ਬਹੁਤ ਧੰਨਵਾਦ ਇਸ ਪਲੇਟਫਾਰਮ ਤੇ ਆਉਣ ਲਈ। ਚਰਚਾ ਚੱਲਦੀ ਰਹੂਗੀ। ਮੇਰੇ ਵੱਲੋਂ ਬਹੁਤ-ਬਹੁਤ ਸਵਾਗਤ ਤੇ ਬਹੁਤ-ਬਹੁਤ ਧੰਨਵਾਦ। ਧੰਨਵਾਦ ਜਸ। ਜੀ, ਹੋਰ ਕਿਸੇ ਐਡਮਿਨ ਸਾਥੀ ਨੇ ਗੱਲ ਕਰਨੀ ਹੋਵੇ ਤਾਂ ਕਰ ਸਕਦਾ ਹੈ। ਗੁਰਪ੍ਰੀਤ, ਅੱਗੇ ਗੱਲ ਤੋਰ ਲਓ ਜੇ 2-4 ਮਿੰਟ ਦੇ ਵਿੱਚ।
ਅਦਰਵਾਈਜ਼ ਫਿਰ ਆਪਣੇ ਵੱਲੋਂ ਧੰਨਵਾਦ ਕਰਕੇ ਇਹਨੂੰ ਸਮਾਪਨ ਕਰਦੇ ਹਾਂ। ਜੀ ਸਰ। ਹਾਂਜੀ, ਰੁਪਿੰਦਰ ਸੰਧੂ ਮੈਮ ਜੀ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਨੇ ਕਮੈਂਟ ਕੀਤਾ ਹੈ ਕਿ ਸਰ ਜੀ ਇੱਕ ਗੀਤ ਹੈ, ਮਾਂ ਦਾ ਲਾਡਲਾ ਵਿਗੜ ਗਿਆ। ਮੈਨੂੰ ਮੌਜੂਦਾ ਹਾਲਾਤ ਵਿੱਚ ਸਿੱਖਿਆ ਖੇਤਰ ਵਿੱਚ ਇਹ ਗੀਤ ਢੁਕਵਾਂ ਲੱਗਦਾ। ਮੈਨੂੰ ਪਤਾ ਨਹੀਂ ਮੈਂ ਕਿਸ ਹੱਦ ਤੱਕ ਚੰਗੀ ਅਧਿਆਪਕ ਬਣ ਸਕੀ ਕਿ ਨਹੀਂ। ਜੋ ਵੀ ਹਾਂ, ਉਸ ਪਿੱਛੇ ਮੇਰੇ ਪਰਿਵਾਰ ਤੇ ਅਧਿਆਪਕਾਂ ਦੇ ਪਿਆਰ ਦੇ ਨਾਲ ਨਾਲ ਉਹਨਾਂ ਦਾ ਡਰ ਵੀ ਬਹੁਤ ਸੀ, ਜੋ ਹੁਣ ਦੀ ਮੌਜੂਦਾ ਸਿੱਖਿਆ ਨੀਤੀ ਨੇ ਖਤਮ ਕਰ ਦਿੱਤਾ ਹੈ। ਸੋ ਮੈਂ ਸੱਦਾ ਦਿੰਦੀ ਹਾਂ ਰੁਪਿੰਦਰ ਕੌਰ ਸੰਧੂ ਮੈਮ ਜੀ, ਸਾਡੇ ਐਡਮਿਨ, ਸਾਡੇ ਲਈ ਇੰਸਪੀਰੇਸ਼ਨ ਨੇ ਮੈਮ। ਸੋ ਮੈਮ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਸਰ ਤੋਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਜੀ ਮੋਸਟ ਵੈਲਕਮ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰ ਮੈਂ ਇਹੀ ਕਹਿਣਾ ਚਾਹੁੰਦੀ ਸੀ ਕਿ ਇੱਕ ਜਿਹੜਾ ਡਰ ਹੁੰਦਾ ਸੀ ਅਧਿਆਪਕ ਦਾ, ਉਹਦੇ ਪਿੱਛੇ ਮੇਰੀ ਕਾਮਯਾਬੀ ਵੀ ਹੈ, ਮੇਰੇ ਪਰਿਵਾਰ ਦਾ ਵੀ ਡਰ ਸੀ, ਜੋ ਕਿ ਹੁਣ ਬਿਲਕੁਲ ਖਤਮ ਕਰ ਦਿੱਤਾ ਹੈ। ਤੇ ਟੀਚਰ ਜਿਹੜਾ ਹੈ ਉਹ ਬੱਚੇ ਨੂੰ ਕੁਝ ਕਹਿਣ ਤੋਂ ਵੀ ਡਰਦਾ ਹੈ ਕਿ ਉਹਦਾ ਕਹਿਣਾ ਕੁਝ, ਉਹਦਾ ਝਿੜਕਣਾ ਜਿਹੜਾ ਉਹ ਇੱਕ ਗੁਨਾਹ ਹੈ ਜਾਂ ਇੱਕ ਮਤਲਬ ਇੰਨਾ ਨੁਕਸਾਨ ਕਰ ਦਿੰਦਾ ਹੈ ਕਿ ਬਿਲਕੁਲ ਇਹਨੂੰ ਖਤਮ ਕਰ ਦਿੱਤਾ ਜਾਵੇ। ਡਰ ਤੇ ਸ਼ਰਮ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ। ਐਜੂਕੇਸ਼ਨ ਦੇ ਵਿੱਚ ਡਰ ਨਹੀਂ ਹੋਣਾ ਚਾਹੀਦਾ, ਸ਼ਰਮ ਜ਼ਰੂਰ ਹੋਣੀ ਚਾਹੀਦੀ ਆ ਵੱਡਿਆਂ ਦੀ, ਅਧਿਆਪਕ ਦੀ। ਸੋ ਡਰ ਵਾਲਾ ਕਨਸੈਪਟ ਮੈਨੂੰ ਲੱਗਦਾ ਨਹੀਂ ਹੋਣਾ ਚਾਹੀਦਾ। ਸਕੂਲ ਆ, ਨਾ ਕਿ ਠਾਣੇ ਆ। ਜੀ ਸਰ, ਮੈਂ ਡਰ ਉਹਦੀ ਨਹੀਂ ਗੱਲ ਕਰਦੀ, ਸਮਝ ਲਓ ਕਿ ਸ਼ਰਮ ਹੀ ਹੈ, ਉਹ ਖਤਮ ਹੋ ਚੁੱਕੀ ਹੈ। ਅਧਿਆਪਕ ਨੂੰ ਕੁਝ ਸਮਝਿਆ ਨਹੀਂ ਜਾਂਦਾ ਅੱਜ ਕੱਲ, ਇਹ ਸੱਚਾਈ ਹੈ। ਪੇਰੈਂਟਸ ਖੁਦ ਕਹਿੰਦੇ ਆ ਕਿ ਸਾਡੇ ਬੱਚੇ ਤੁਹਾਡੇ ਤੋਂ ਡਰਦੇ ਹੀ ਨਹੀਂ ਆ, ਜਦ ਕਿ ਅਸੀਂ ਬਹੁਤ ਡਰਦੇ ਹੁੰਦੇ ਸੀ ਆਪਣੇ ਟੀਚਰਸ ਤੋਂ। ਇਹੀ ਮੈਂ ਚਾਹੁੰਦੀ ਹਾਂ ਕਿ ਸ਼ਰਮ ਜਿਹੜੀ ਖਤਮ ਹੁੰਦੀ ਜਾਂਦੀ, ਉਹਦਾ ਕੀ ਕਾਰਨ? ਮੈਡਮ ਇਹ ਸਾਂਝੇ ਯਤਨ ਹੁੰਦੇ ਆ ਪੂਰੇ ਸਕੂਲ ਦੇ, ਇੱਕ ਅਧਿਆਪਕ ਦੇ ਨਹੀਂ ਹੋ ਸਕਦੇ। ਤੇ ਖਾਸ ਤੌਰ ਤੇ ਜੇ ਸ਼ੁਰੂ ਤੋਂ ਮੈਂ ਗੱਲ ਕੀਤੀ ਆ ਕਿ ਪੇਰੈਂਟਸ ਦਾ ਵੀ ਰੋਲ ਹੁੰਦਾ, ਤਾਂ ਕਈ ਵਾਰੀ ਪੇਰੈਂਟਸ ਦੀ ਹਾਲਤ ਵਿਚਾਰਿਆਂ ਦੀ ਅਜਿਹੀ ਹੁੰਦੀ ਆ ਕਿ ਉਹ ਕੰਮ ਧੰਦੇ ਤੋਂ ਸਵੇਰ ਤੋਂ ਸ਼ਾਮ ਤੱਕ ਰਹਿੰਦੇ ਆ, ਪਿੱਛੋਂ ਬੱਚਿਆਂ ਨੂੰ ਪ੍ਰੋਪਰ ਧਿਆਨ ਨਹੀਂ ਦੇ ਸਕਦੇ ਉਹਨਾਂ ਦਾ। ਸੋ ਉਹਨਾਂ ਦੇ ਵਿੱਚ ਕੁਝ ਅਲਾਮਤਾਂ ਪੈਦਾ ਹੋ ਜਾਂਦੀਆਂ। ਸੋ ਮੈਨੂੰ ਲੱਗਦਾ ਵੀ ਜਿਵੇਂ ਕੱਲ ਪਰਸੋਂ ਵੀ ਮੈਂ ਪੜ੍ਹ ਰਿਹਾ ਸੀ, ਪਹਿਲਾਂ ਵੀ ਕਈ ਵਾਰੀ ਪੜ੍ਹਿਆ ਹੈਗਾ ਕਿ ਅਧਿਆਪਕ ਕੋਲੇ ਵਿਦਿਆਰਥੀ ਨਾਲੋਂ 1000 ਗੁਣਾ ਗਿਆਨ ਹੋਣਾ ਚਾਹੀਦਾ। ਜੋ ਅਧਿਆਪਕ ਕੋਲੇ ਇਹ ਗਿਆਨ ਹੋਊਗਾ ਤੇ ਬੱਚੇ ਨੂੰ ਅਸੀਂ ਆਪਣਾ ਬਣਾ ਕੇ ਉਹ ਗਿਆਨ ਦੇਵਾਂਗੇ, ਤਾਂ ਮੈਨੂੰ ਨਹੀਂ ਲੱਗਦਾ ਕੋਈ ਬੱਚਾ ਤੁਹਾਡੇ ਤੋਂ ਡਰੂਗਾ। ਤੁਹਾਡੀ ਸ਼ਰਮ ਹਮੇਸ਼ਾ ਹੀ ਬਣੀ ਰਹੂਗੀ। ਜਦੋਂ ਤੱਕ ਤੁਸੀਂ ਬੁੱਢੇ ਹੋ ਜਾਓਗੇ ਤੇ ਉਹ ਸ਼ਾਇਦ ਅਧਿਆਪਕ ਬਣ ਜਾਊਗਾ। ਤਾਂ ਇਹ ਅੱਜ ਵੀ ਸਾਨੂੰ ਦੇਖਣ ਨੂੰ ਗੱਲ ਮਿਲਦੀ ਹੈ ਕਿ ਸਾਡੇ ਅਸੀਂ ਪੁਰਾਣੇ ਅਧਿਆਪਕਾਂ ਦੇ ਸਾਹਮਣੇ ਮਤਲਬ ਅੱਜ ਵੀ ਅੱਖ ਚੱਕ ਕੇ ਗੱਲ ਨਹੀਂ ਕਰ ਸਕਦੇ। ਸੋ ਮੇਰਾ ਇੰਨਾ ਕੀ ਇਸ ਤੇ ਕਹਿਣਾ ਜੀ। ਜੀ ਧੰਨਵਾਦ। ਸਾਡੇ ਨਾਲ ਬਲਜਿੰਦਰ ਕੌਰ ਮੈਮ GPS ਨਗਲਾ ਤੋਂ ਜੁੜੇ ਹੋਏ ਹਨ। ਉਹ ਕਹਿ ਰਹੇ ਨੇ ਕਿ ਹਰਪਾਲ ਸਰ ਸਾਡੇ ਜ਼ਿਲ੍ਹੇ ਦੇ ਕੋਆਰਡੀਨੇਟਰ ਰਹੇ ਹਨ, ਬਹੁਤ ਮਿਹਨਤੀ ਹਨ, ਮੇਰੇ ਵਰਗੇ ਬਹੁਤ ਸਾਰੇ ਅਧਿਆਪਕਾਂ ਲਈ ਤੁਸੀਂ ਪ੍ਰੇਰਨਾ ਸਰੋਤ ਹੋ। ਸੋ ਉਹ ਵੀ ਆਪਣਾ ਪ੍ਰਸ਼ਨ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਹਨ। ਸੋ ਮੈਮ, ਬਲਜਿੰਦਰ ਮੈਮ ਜੀ ਮੋਸਟ ਵੈਲਕਮ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਰ ਦੇ ਨਾਲ ਨਾ ਅਸੀਂ ਪਿਛਲੇ 3-4 ਸਾਲਾਂ ਤੋਂ ਕੰਮ ਕਰ ਰਹੇ ਹਾਂ। ਬਹੁਤ ਜ਼ਿਆਦਾ ਮਿਹਨਤੀ ਹੈ। ਕਈ ਵਾਰੀ ਤਾਂ ਕੀ ਹੈ, ਸਰ ਦਾ ਰਿਪਲਾਈ ਨਾ ਸਵੇਰੇ 4-5 ਵਜੇ ਆਇਆ ਹੁੰਦਾ, ਕੋਈ ਅਸੀਂ ਵੀਡੀਓ ਪਾਈ ਹੋਵੇ ਜਾਂ ਕੁਝ ਵੀ ਪਰਸਨਲ, ਤਾਂ ਉਹਨਾਂ ਦਾ ਕਈ ਵਾਰੀ 4 ਵਜੇ ਕਦੀ 5 ਵਜੇ ਰਿਪਲਾਈ ਆਉਂਦਾ। ਤਾਂ ਇਹਨਾਂ ਚੀਜ਼ਾਂ ਤੋਂ ਪਤਾ ਵੈਸੇ ਵੀ ਸਰ ਬਹੁਤ ਜ਼ਿਆਦਾ ਮਿਹਨਤੀ ਹੈ। ਤੇ ਮੇਰਾ ਪ੍ਰਸ਼ਨ ਇਹ ਹੈ ਕਿ ਸਰ ਮੇਰੇ ਵਰਗੇ ਬਹੁਤ ਸਾਰੇ ਅਧਿਆਪਕਾਂ ਲਈ ਤੁਸੀਂ ਪ੍ਰੇਰਨਾ ਸਰੋਤ ਹੋ, ਤੇ ਕੀ ਸਰ ਤੁਹਾਡਾ ਵੀ ਕੋਈ ਪ੍ਰੇਰਨਾ ਸਰੋਤ ਹੈ? ਜੇ ਹੈ ਤਾਂ ਕੌਣ ਹੈ ਜੀ? ਤੁਹਾਡੇ ਵਰਗੇ ਅਧਿਆਪਕ ਹੀ ਆ, ਤੁਸੀਂ ਹੋ। ਸਾਰਾ ਪਿੰਡ ਇਕੱਠਾ ਕਰ ਲੈਂਦੇ ਹੋ। ਮਾਨ ਸਤਿਕਾਰ ਆ ਤਾਂ ਮੇਰੇ ਲਈ ਪ੍ਰੇਰਨਾ ਸਰੋਤ ਹੀ ਆ ਵੀ ਮੈਂ ਦੂਜਿਆਂ ਨੂੰ ਦੱਸ ਸਕਾਂ ਕਿ ਬਲਜਿੰਦਰ ਕੌਰ ਇਹ ਕਰ ਸਕਦੀ ਹੈ, ਸ਼ਰਨਜੀਤ ਕੌਰ ਨਿੰਬੂਆਂ ਤੋਂ ਇਹ ਕਰ ਸਕਦੀ ਆ, ਬਲਜੀਤ ਕੌਰ ਮੁੰਡੇ ਤੋਂ ਇਹ ਕਰ ਸਕਦੀ ਆ, ਤਾਂ ਉਹ ਮੇਰਾ ਪ੍ਰੇਰਨਾ ਸਰੋਤ ਹੀ ਆ। ਬਾਕੀ ਮੈਂ ਅਧਿਆਪਕਾਂ ਨੂੰ ਨਤਮਸਤਕ ਹਾਂ, ਜਿਨ੍ਹਾਂ ਦੇ ਵਿੱਚੋਂ ਵਿਕਰਮਜੀਤ ਸਿੰਘ ਨੂਰ ਮਿੰਨੀ ਕਹਾਣੀ 'ਚ ਬਹੁਤ ਵੱਡਾ ਨਾਮ ਉਹਨਾਂ ਦਾ, ਮੇਰੇ ਪੰਜਾਬੀ ਦੇ ਅਧਿਆਪਕ ਰਹੇ ਨੇ। ਇਸ ਤੋਂ ਇਲਾਵਾ ਸ਼੍ਰੀ ਮੱਖਣ ਲਾਲ ਜੀ ਜੋ ਇਸ ਦੁਨੀਆ 'ਚ ਨਹੀਂ ਰਹੇ, ਹਿੰਦੀ ਦੇ ਅਧਿਆਪਕ ਹਰਜਿੰਦਰ ਸਿੰਘ ਗੁਲਪੁਰ DP ਰਹੇ ਆ, ਜਿਨ੍ਹਾਂ ਨੇ ਮਤਲਬ ਮੇਰੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਬਦਲਿਆ। ਸੋ ਮੈਨੂੰ ਤਾਂ ਹਰੇਕ ਅਧਿਆਪਕ ਦਾ ਮੇਰੇ ਤੇ ਮੈਨੂੰ ਲੱਗਦਾ ਪ੍ਰਭਾਵ ਆ। ਖਾਸ ਤੌਰ ਤੇ ਜੋ ਮੇਰੇ ਅਧਿਆਪਕ ਰਹੇ ਉਹ ਸਾਰਿਆਂ ਦਾ ਮੇਰੇ ਤੇ ਪ੍ਰਭਾਵ ਪਿਆ। ਕਾਲਜ ਲਾਈਫ ਦੇ ਵਿੱਚ ਜੇ ਮੈਂ ਕਿਸੇ ਦਾ ਕਹਾਂ, ਕਿਸੇ ਦਾ ਖਾਸ ਪ੍ਰਭਾਵ ਮੇਰੇ ਤੇ
ਸੋ ਹੁਣ ਤਾਂ ਮੇਰੇ ਲਈ ਹਰੇਕ ਹੀ ਪ੍ਰੇਰਨਾ ਸਰੋਤ ਆ। ਜਦੋਂ ਕੋਈ ਨਵੀਂ ਗੱਲ ਦੱਸਦਾ ਹੈਗਾ, ਉਹ ਮੇਰੇ ਲਈ ਨਿੱਕੀ ਗੱਲ ਵੀ ਵੱਡੀ ਹੁੰਦੀ ਆ। ਠੀਕ ਹੈ ਸਰ, ਧੰਨਵਾਦ ਸਰ। ਜੀ, ਸਾਡੇ ਨਾਲ ਹੋਰ ਬਹੁਤ ਸਾਰੇ ਸਾਥੀ ਜੁੜੇ ਹੋਏ ਸਾਡਾ ਇਸ ਵਿਚਾਰ ਚਰਚਾ ਦੇ ਵਿੱਚ ਕਮੈਂਟਸ ਦੇ ਥਰੂ ਸਾਥ ਦਿੰਦੇ ਰਹੇ, ਜਿਨ੍ਹਾਂ ਵਿੱਚ ਸਾਡੇ ਐਡਮਿਨ ਮਨਜਿੰਦਰ ਮੈਮ ਜੀ, ਮੈਮ ਰਿੰਪੀ ਜੀ ਤੇ ਧਾਮੀ ਸਰ, ਉਹਨਾਂ ਤੋਂ ਇਲਾਵਾ ਬਹੁਤ ਨਿਰਮਲਜੀਤ ਕੌਰ ਮੈਮ, ਪ੍ਰਿਯੰਕਾ ਸ਼ਰਮਾ, ਕੁਲਰ ਮੈਮ, ਦੈਨ ਮਨਮੋਹਨ ਕੌਰ ਜੀ, ਅਮਰਜੀਤ ਕੌਰ ਜੀ, ਮਨਿੰਦਰ ਕੌਰ ਜੀ, ਕੁਲਵਿੰਦਰ ਕੌਰ ਮੈਮ ਜੀ, ਜਸਵਿੰਦਰ ਸਿੰਘ, ਜਲਾਲ ਜੀ, ਹੀਰਾ ਸਿੰਘ ਢਿੱਲੋਂ, ਹਰਤੇਜ ਸਿੰਘ ਜੀ, ਕਰਮਜੀਤ ਕੌਰ ਜੀ, ਸੰਦੀਪ ਕੌਰ ਜੀ, ਰਣਜੀਤ ਸਿੰਘ ਮਾਨ ਜੀ, ਸੇਵਕ ਸਿੰਘ ਜੀ, ਬਲਦੀਪ ਜੀ, ਇਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਮੈਂ ਇੱਕ ਵਾਰ ਫਿਰ ਤੋਂ ਸਰ ਦਾ, ਅੱਜ ਦੇ ਸਾਡੇ ਮੁੱਖ ਮਹਿਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਤੇ ਨਾਲ ਹੀ ਇਸ ਸਮੁੱਚੀ ਟੀਮ ਦਾ, ਡਾਕਟਰ ਦੀਪ ਜੀ ਦਾ ਤੇ ਸਮੁੱਚੀ ਐਡਮਿਨ ਪੈਨਲ ਦਾ, ਜਿਨ੍ਹਾਂ ਨੇ ਅੱਜ ਦੀ ਇਸ ਵਿਚਾਰ ਚਰਚਾ ਨੂੰ ਸਿਰੇ ਚਾੜਨ ਦਾ ਮੌਕਾ ਦਿੱਤਾ। ਸੋ ਅੱਗੇ ਜਿਹੜੇ ਅਗਲੀ ਕਾਰਵਾਈ ਲਈ ਗੁਰਨੈਬ ਸਰ ਜੀ ਨੂੰ ਸੱਦਾ ਦਿੰਦੀ ਹਾਂ, ਸੋ ਉਹ ਅੱਗੇ ਦੀ ਜਿਹੜੀ ਕਾਰਵਾਈ ਉਹ ਚਲਾਉਣ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਖੂਬਸੂਰਤ ਵਿਚਾਰ ਚਰਚਾ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੀਤੀ। ਨਵੀਂ ਸਿੱਖਿਆ ਨੂੰ ਲੈ ਕੇ, ਸਾਡੇ ਢਾਂਚੇ ਨੂੰ ਲੈ ਕੇ, ਸਾਡੀਆਂ ਚੁਣੌਤੀਆਂ ਨੂੰ ਲੈ ਕੇ, ਅਧਿਆਪਕਾਂ ਦੇ ਵਤੀਰੇ ਨੂੰ ਲੈ ਕੇ, ਸਾਡਾ ਮੁਲਾਂਕਣ ਸਿਸਟਮ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਪਲੇਟਫਾਰਮ ਦੇ ਉੱਤੇ ਸਾਡੇ ਨਾਲ ਸਾਂਝੀਆਂ ਹੋਈਆਂ। ਬਹੁਤ ਸਾਰੇ ਮਿੱਤਰਾਂ ਨੇ, ਬਹੁਤ ਸਾਰੇ ਅਧਿਆਪਕ ਸਾਹਿਬਾਨ ਨੇ ਫੇਸਬੁੱਕ ਉੱਤੇ ਆਪਣੇ ਵੱਖਰੇ ਵੱਖਰੇ ਸੁਝਾਅ ਜਿਹੜੇ ਇਸ ਵਿਚਾਰ ਚਰਚਾ ਬਾਰੇ ਆਪਣੇ ਰੱਖੇ। ਸੋ ਸਾਰਿਆਂ ਦਾ ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮਾਂ ਕੱਢ ਕੇ ਇਸ ਪ੍ਰੋਗਰਾਮ ਨੂੰ ਸੁਣਿਆ ਤੇ ਇਸ ਵਿਚਾਰ ਚਰਚਾ ਦਾ ਹਿੱਸਾ ਬਣੇ। ਸੋ ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਅੱਜ ਦੇ ਇਸ ਪ੍ਰੋਗਰਾਮ ਦਾ ਤੇ ਜੁੜਨ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ। ਉਮੀਦ ਹੈ ਕਿ ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਵੱਖਰੀਆਂ ਵੱਖਰੀਆਂ ਗਤੀਵਿਧੀਆਂ ਲਈ ਵੱਖਰੇ ਵੱਖਰੇ ਟੌਪਿਕ, ਵੱਖਰੇ ਵੱਖਰੇ ਵਿਸ਼ਿਆਂ ਦੇ ਉੱਤੇ ਜੁੜਦੇ ਰਹਾਂਗੇ। ਸੋ ਇਸੇ ਆਸ ਨਾਲ ਤੁਹਾਡਾ ਡਾਕਟਰ ਹਰਪਾਲ ਜੀ ਦਾ ਤੇ ਸਮੁੱਚੀ ਐਡਮਿਨ ਟੀਮ ਦਾ ਤੇ ਸਾਡੇ ਸਾਰੇ ਅਧਿਆਪਕ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ।